ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸਾਧ ਸੰਗਤ ਨੂੰ ਅਮਰ ਸਿੰਘ ਜੀ ਦੀ ਫਤਿਹ ਪ੍ਰਵਾਨ ਹੋਵੇ ਜੀ। ਸੋ ਅੱਜ ਅਸੀਂ ਜਿਹੜਾ ਟੌਪਿਕ ਲੈ ਕੇ ਆਏ ਹਾਂ ਜੀ, ਪਿਛਲੀ ਵਾਰ ਜਿੱਦਾਂ ਤੁਹਾਨੂੰ ਪਤਾ ਵੀ ਅਸੀਂ ਜਿਹੜੀ ਸ਼ੋਅ ਸ਼ੁਰੂ ਕੀਤਾ ਆ ਨਵਾਂ ਸਿੱਖ ਚੈਨਲ ਕੈਨੇਡਾ ਵੱਲੋਂ, ਜਿਹੜਾ ਇਤਿਹਾਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਤਿਹਾਸ ਦੇ ਜਿਹੜੇ ਪਹਿਲੂਆਂ ਨੂੰ ਗੌਰ ਕਰਦਾ ਆ ਅਤੇ ਪੰਥਕ ਮਸਲੇ ਕਰਕੇ ਅਸੀਂ ਨਾਂ ਰੱਖਿਆ ਆ ਪ੍ਰੋਗਰਾਮ ਦਾ। ਸੋ ਪਿਛਲੀ ਵਾਰ ਜੋ ਅਸੀਂ ਗੱਲਾਂ ਬਾਤਾਂ ਕੀਤੀਆਂ ਉਹਦੇ ਵਿੱਚ ਕਿ ਲੀਡਰਸ਼ਿਪ ਦੀ ਅਸੀਂ ਗੱਲ ਕੀਤੀ, ਸਿੱਖ ਲੀਡਰਸ਼ਿਪ ਪਹਿਲਾਂ ਕਿੱਦਾਂ ਹੁੰਦੀ ਸੀ ਅਤੇ ਹੁਣ ਉਹ ਕਿਸ ਤਰ੍ਹਾਂ ਚੇਂਜ ਹੋ ਗਈ ਅਤੇ ਕੀ ਪਹਿਲੂ ਸੀਗੇ, ਕੀ ਸ਼ਖਸੀਅਤਾਂ ਸੀਗੀਆਂ ਸਾਡੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਹਿਸਟਰੀ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ ਸਾਡੀ ਲੀਡਰਸ਼ਿਪ ਨੂੰ ਉਭਾਰਨ ਦਾ। ਪਰ ਅਸੀਂ ਨਾਲ ਨਾਲ ਗੱਲ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਇਤਿਹਾਸ ਨੂੰ ਅਸੀਂ ਵਾਚਾਂਗੇ ਅਤੇ ਉਹ ਜਿਹੜੀ ਲੀਡਰਸ਼ਿਪ ਸੀਗੀ ਸਿੱਖ ਦੌਰ ਸੀ ਉਹ ਕਿਸ ਤਰ੍ਹਾਂ ਅਸੀਂ ਆਪ ਜੀ ਦੇ ਅੱਗੇ ਲੈ ਕੇ ਆਵਾਂਗੇ। ਪਰ ਉਹ ਤੋਂ ਪਹਿਲਾਂ ਸੰਗਤਾਂ ਦੀ ਬਹੁਤ ਭਾਰੀ ਫਰਮਾਇਸ਼ ਆਈ, ਕਈਆਂ ਦੇ ਮੈਸੇਜ ਵੀ ਆਏ ਵੀ ਤੁਸੀਂ ਜਿਹੜਾ ਆਹ ਸਮਾਂ ਚੱਲ ਰਿਹਾ, ਆਹ ਮਹੀਨਾ ਆ, ਤਕਰੀਬਨ ਸਾਰੀ ਦੁਨੀਆ ਵਿੱਚ ਕ੍ਰਿਸਮਸ ਦੇ ਜਸ਼ਨ ਮਨਾਏ ਜਾਂਦੇ ਆ, ਪਰ ਆਪਣਾ ਇਤਿਹਾਸ ਸਾਡੇ ਬੱਚੇ ਬਹੁਤ ਛੇਤੀ ਭੁੱਲ ਰਹੇ ਆ। ਇੰਡੀਆ ਵਿੱਚ ਤਾਂ ਸ਼ਾਇਦ ਯਾਦ ਰੱਖਦੇ ਆ ਥੋੜ੍ਹਾ ਬਹੁਤ, ਪਰ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਨੂੰ ਪਤਾ ਹੀ ਹੈ ਨਹੀਂ ਵੀ ਇੱਕ ਬਹੁਤ ਵੱਡੇ ਸਾਕੇ ਸਾਡੇ ਪੰਥ ਦੇ ਵਿੱਚ ਹੋਏ, ਜਿੱਥੇ ਸਾਡੇ 4 ਸਾਹਿਬਜ਼ਾਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋ ਗਏ, ਸਾਰਾ ਪਰਿਵਾਰ ਖੇਰੂ ਹੋ ਗਿਆ ਅਤੇ ਪੰਥ ਦੇ ਵਿੱਚ ਇੱਕ ਬਹੁਤ ਵੱਡਾ ਟਰਨ ਆਉਂਦਾ ਆ ਇਸ ਚੀਜ਼ ਦਾ। ਪਰ ਅੱਜ ਪ੍ਰਦੀਪ ਸਿੰਘ ਹੁਣਾਂ ਨਾਲ ਅਸੀਂ ਬਚਨ ਕੀਤਾ ਸੀਗਾ ਜਦੋਂ, ਅਤੇ ਉਹਨਾਂ ਨੇ ਇਹ ਗੱਲ ਦੀ ਸਹਿਮਤੀ ਕੀਤੀ ਵੀ ਅਸੀਂ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਵਾਚੀਏ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਦੌਰ ਹੋਇਆ ਬਚਪਨ ਦੇ ਵਿੱਚ, ਕਿਉਂਕਿ ਉਹਨਾਂ ਦਾ ਗੁਰਪੁਰਬ ਵੀ ਆ ਰਿਹਾ ਅਤੇ ਇਹ ਮਹੀਨਾ ਇੱਕ ਬਹੁਤ ਦਰਦਨਾਕ ਮਹੀਨਾ ਆ ਪੰਥ ਦੇ ਲਈ, ਕਿਉਂਕਿ ਸਾਡੇ ਪੰਥ ਦਾ ਜਿਹੜਾ ਇੱਕ ਬਹੁਤ ਹੀ ਅਹਿਮ ਪਹਿਲੂ ਸਾਡੇ ਸਾਹਿਬਜ਼ਾਦੇ, ਸਾਡੇ ਸ਼ਹੀਦ ਸਿੰਘ, ਇਹ ਬਹੁਤ ਇੱਕ ਕਠਿਨ ਦੌਰ ਵਿੱਚ ਗੁਜ਼ਰੇ ਸੀਗੇ ਇਸ ਮਹੀਨੇ ਵਿੱਚ। ਸੋ ਮੈਂ ਪ੍ਰਦੀਪ ਸਿੰਘ ਜੀ ਆਪ ਜੀ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੈਕਸ਼ਨ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਹੜੇ ਪ੍ਰਦੀਪ ਸਿੰਘ ਹੁਣਾਂ ਨੂੰ ਨਹੀਂ ਜਾਣਦੇ, ਪਿਛਲੇ ਐਪੀਸੋਡ ਵਿੱਚ ਅਸੀਂ ਦੱਸਿਆ ਸੀਗਾ ਵੀ ਇਹ ਬਹੁਤ ਮੰਨੇ ਪ੍ਰਮੰਨੇ ਇਤਿਹਾਸਕਾਰ ਨੇ ਸਾਡੇ ਟੋਰਾਂਟੋ ਏਰੀਏ ਦੇ ਵਿੱਚ, ਅਤੇ ਇਹ ਬਹੁਤ ਪੰਥਕ ਸੰਬੰਧ ਰੱਖਦੇ ਆ ਅਤੇ ਪੰਥਕ ਪਰਿਵਾਰ 'ਚੋਂ ਵੀ ਆਉਂਦੇ ਆ। ਅਤੇ ਪ੍ਰਦੀਪ ਸਿੰਘ ਜੀ ਇੱਕ ਮੈਂ ਤੁਹਾਨੂੰ ਸਵਾਲ ਪੁੱਛਦਾ ਜੀ, ਅੱਜ ਆਪਾਂ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ। ਪਹਿਲਾ ਸਵਾਲ ਇਹ ਹੈ ਵੀ ਜਿਹੜਾ ਧੰਨ ਸ੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਿੱਦਾਂ ਮੁਗਲ ਚੜ੍ਹ ਕੇ ਆਉਂਦੇ ਆ, ਜਿਹੜੀ ਲੜਾਈਆਂ ਹੁੰਦੀਆਂ ਆ, ਕਿ ਇਹਦਾ ਰਿਲੇਸ਼ਨ ਜਿਹੜਾ ਸੰਬੰਧ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹੀਦੀ ਨਾਲ ਹੈ, ਕਿਉਂਕਿ ਮੁਗਲਾਂ ਦੇ ਵਿੱਚ ਰੜਕਦੇ ਰਹੇ ਸੀਗੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਵੀ ਇਹਦਾ ਸੰਬੰਧ ਜਿਹੜਾ ਆ ਅਟੈਕ ਦਾ ਜਾਂ ਮਹਾਰਾਜ ਦੇ ਬਚਪਨ ਦੇ ਵਿੱਚ, ਕਿ ਇਹਦਾ ਲੈਣਾ ਦੇਣਾ ਹੈਗਾ ਆ ਉਸ ਇਵੈਂਟ ਦੇ ਨਾਲ ਜਦੋਂ ਮਹਾਰਾਜ ਦੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹਾਦਤ ਹੋਈ ਸੀ ਦਿੱਲੀ ਵਿੱਚ। ਹਾਂਜੀ ਅਮਰ ਸਿੰਘ ਜੀ, ਜਿੱਦਾਂ ਆਪਾਂ ਡਿਸਕਸ ਕਰ ਰਹੇ ਸੀ, ਗੱਲ ਬਹੁਤ ਬੰਦਿਆਂ ਦਾ ਇਹ ਸਵਾਲ ਹੈ ਕਿ ਜਿਹੜੀ ਅਨੰਦਪੁਰ ਸਾਹਿਬ ਦੀ ਜੰਗ ਹੈ, ਜਿੱਥੋਂ ਇਹ ਇਤਿਹਾਸ ਇਹ ਸਾਕਾ ਸ਼ੁਰੂ ਹੁੰਦਾ ਹੈ, ਉਹ ਹੈ ਇਤਿਹਾਸ ਅਨੰਦਪੁਰ ਸਾਹਿਬ ਦੀ ਜੰਗ। ਆਪਾਂ ਇਸੀ ਜੰਗ ਨੂੰ ਅੱਜ ਡਿਸਕਸ ਕਰਾਂਗੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਤੋਂ, ਔਰ ਇਹ ਕਿਵੇਂ ਘਟਨਾ ਬਣਦੀ ਹੈ। ਗੁਰੂ ਸਾਹਿਬ ਦੀ ਉਮਰ 'ਚ 40 ਸਾਲ ਬਣ ਜਾਂਦੀ ਹੈ ਜਿਸ ਵੇਲੇ ਇਹ ਇਤਿਹਾਸ ਦੇ ਦੌਰ 'ਚੋਂ ਆਪਾਂ ਲੰਘਦੇ ਹਾਂ, ਔਰ ਤਕਰੀਬਨ 38 ਸਾਲ 39 ਸਾਲ ਦੀ ਉਮਰ, ਉਹ ਪਿਛਲਾ ਇਤਿਹਾਸ ਆਪਾਂ ਨੂੰ ਵੇਖਣਾ ਪੈਣਾ ਹੈ। ਜਿਵੇਂ ਤੁਸੀਂ ਕਿਹਾ ਵੀ ਇਹਦਾ ਕਾਰਨ ਇਹ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ, 2 ਸ਼ਹੀਦੀਆਂ ਹੋਣੀਆਂ। ਇੱਕ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ, ਜਿਹੜੀ ਉਹ ਸ਼ਹੀਦੀ ਹੈ ਜੀ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦਾ ਬਦਲਾ ਚੰਦੂ ਕੋਲ ਲਿਆ ਜਾਂਦਾ ਹੈ। ਇਤਿਹਾਸ ਦੇ ਵਿੱਚ ਦਰਜ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚੰਦੂ ਨੂੰ, ਜਿਹੜਾ ਵਜ਼ੀਰ ਸੀ ਉਸ ਵੇਲੇ, ਜਦੋਂ ਜਹਾਂਗੀਰ ਕੋਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਆ, ਉੱਥੋਂ ਉਹ ਚੰਦੂ ਨੂੰ ਲੈ ਕੇ ਆਉਂਦੇ ਆ ਅਤੇ ਬੜੀ ਭਾਰੀ ਸਜ਼ਾ ਬਾਬੇ ਬਿਧੀ ਚੰਦ ਸਾਹਿਬ ਉਹਨਾਂ ਨੂੰ ਨੱਕ 'ਚ ਨਕੇਲ ਪਾ ਕੇ ਲਾਹੌਰ ਦੀਆਂ ਸੜਕਾਂ 'ਤੇ ਘੁਮਾਇਆ ਜਾਂਦਾ ਹੈ, ਉਹ ਬਦਲਾ ਲਿਆ ਜਾਂਦਾ ਹੈ। ਪਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ, ਉਹ ਬਲਿਦਾਨ ਹੈ। ਬਲਿਦਾਨ ਜਦੋਂ ਕਿਸੇ ਨੂੰ ਦਾਨ ਦਿੱਤਾ ਜਾਵੇ ਤਾਂ ਵਾਪਸ ਨਹੀਂ ਲਿਆ ਜਾਂਦਾ। ਸੋ ਇਹਦੇ ਨਾਲ ਅਨੰਦਪੁਰ ਸਾਹਿਬ ਦੀ ਜੰਗ ਜਾਂ ਮੁਗਲਾਂ ਨਾਲ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੰਗ ਹੈ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਕਰਕੇ ਨਹੀਂ ਗੀ, ਕਿਉਂਕਿ ਉਹ ਜਿਹੜੀ ਸ਼ਹੀਦੀ ਆ ਉਹਦਾ ਪਿੱਛੇ ਜਦੋਂ ਆਪਾਂ ਜਾਂਦੇ ਹਾਂ, ਉਹ ਇੱਕ ਦਾਨ ਦਿੱਤੀ ਹੋਈ ਸ਼ਹੀਦੀ ਹੈ। ਮਹਾਰਾਜ ਨੇ ਕਹਿੰਦੇ ਨੇ, ਆਪਾਂ ਗੁਰੂ ਸਾਹਿਬ ਹਿੰਦ ਦੀ ਚਾਦਰ ਕਹਿੰਦੇ ਆਪਾਂ, ਗੁਰੂ ਸਾਹਿਬ ਜੀ ਨੇ ਆਪਣਾ ਸਰੀਰ ਬਲਿਦਾਨ ਦਿੱਤਾ। ਅਤੇ ਜਦੋਂ ਕਿਸੇ ਨੂੰ ਬਲਿਦਾਨ ਦਿੱਤਾ ਜਾਵੇ, ਕਿਸੇ ਨੂੰ ਕੋਈ ਚੀਜ਼ ਦਾਨ ਦਿੱਤੀ ਜਾਵੇ, ਉਹ ਵਾਪਸ ਨਹੀਂ ਲਈ ਜਾਂਦੀ। ਪਰ ਜਿਹੜਾ ਅਨੰਦਪੁਰ ਸਾਹਿਬ ਦੀ ਜੰਗ ਦਾ ਕਾਰਨ ਹੈ, ਉਹਦੇ ਲਈ ਆਪਾਂ ਨੂੰ ਤਕਰੀਬਨ 100 ਸਾਲ ਪਿੱਛੇ ਜਾਣਾ ਪੈਣਾ ਹੈ ਅੱਜ ਦੀ ਡੇਟ 'ਚੋਂ, ਜਿਹੜੀ ਇਤਿਹਾਸ ਦੀ ਡੇਟ ਹੈ 1704 ਈਸਵੀ ਵਿੱਚ ਇਹ ਸਾਰਾ ਸਾਕਾ ਹੁੰਦਾ। ਇਹ ਤੋਂ 100 ਸਾਲ ਪਿੱਛੇ, 100 ਸਾਲ ਪਹਿਲੋਂ ਤਕਰੀਬਨ 100 ਸਾਲ, ਅਤੇ ਆਪਾਂ ਨੂੰ ਗਵਾਲੀਅਰ ਦੇ ਉਹ ਕਿਲ੍ਹੇ 'ਚ ਜਾਣਾ ਪੈਣਾ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਉਹ 52 ਰਾਜਿਆਂ ਨੂੰ ਛਡਾਉਂਦੇ ਨੇ। ਹਜ਼ੂਰ ਉਹਦਾ ਲੰਮਾ ਇਤਿਹਾਸ ਹੈ, ਆਪਾਂ ਸੰਖੇਪ 'ਚ ਅੱਗੇ ਚੱਲਾਂਗੇ। ਹਜ਼ੂਰ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਹਾਂਗੀਰ ਵੱਲੋਂ ਭੇਜੇ ਜਾਂਦੇ ਨੇ। ਔਰ ਜਦੋਂ ਜਾਂਦੇ ਇਤਿਹਾਸਕਾਰਾਂ ਨੇ ਲਿਖਿਆ ਉੱਥੇ 52 ਰਾਜੇ, ਪਹਾੜੀ ਰਾਜੇ ਹਿੰਦੂ, ਉਹ ਕੈਦ ਸਨ ਔਰ ਉਹਨਾਂ ਦੀ ਹਾਲਤ ਬੜੀ ਮਾੜੀ ਹੈ। ਉਹਨਾਂ ਨੂੰ ਅੱਜ ਵੀ ਜੇ ਤੁਸੀਂ ਕੋਈ ਉੱਥੇ ਜਿਹਨੇ ਯਾਤਰਾ ਕੀਤੀ ਹੋਵੇ ਇਤਿਹਾਸਕ ਸਥਾਨਾਂ ਦੀ, ਤਾਂ ਉਹਨੂੰ ਪਤਾ ਹੈ ਗਵਾਲੀਅਰ ਦੇ ਕਿਲੇ ਵਿੱਚ ਇੱਕ ਬੜੇ ਬੜੇ ਥੰਮ ਨੇ ਜਿੱਥੇ ਵੱਡੇ ਵੱਡੇ ਸੰਗਲ ਮਾਰ ਕੇ ਉਹਨਾਂ ਨੂੰ ਬੰਨ੍ਹਿਆ ਗਿਆ। ਅਤੇ ਜਦੋਂ ਸੰਗਲ ਮਾਰ ਕੇ ਬੰਨ੍ਹਿਆ ਗਿਆ, ਇੱਕ ਕਟੋਰਾ ਜਿਵੇਂ ਕਹਿ ਦਿੰਦੇ ਨੇ ਆਪਾਂ, ਜਿਵੇਂ ਆਪਾਂ ਘਰੇ ਕੋਈ ਜਾਨਵਰ ਰੱਖਿਆ ਹੋਵੇ ਉਹਨੂੰ ਪਾਣੀ ਪਿਲਾਉਣ ਲਈ, ਇਸ ਤਰ੍ਹਾਂ ਦਾ ਇੱਕ ਇੱਕ ਉਹਨਾਂ ਨੂੰ ਦਿੱਤਾ ਜਾਂਦਾ। ਅਤੇ ਜਦੋਂ ਦਿਲ ਕੀਤਾ ਕਿਸੇ ਨੇ ਪਾਣੀ ਦੇ ਦਿੱਤਾ, ਕੋਈ ਆਇਆ ਕੋਈ ਸਜ਼ਾ ਦੇ ਦਿੱਤੀ। ਇਸ ਤਰੀਕੇ ਨਾਲ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ। ਹਜ਼ੂਰ ਜਦੋਂ ਪਹੁੰਚਦੇ ਨੇ ਅਤੇ ਉਹ ਉਸ ਸਮੇਂ ਉਦੋਂ ਜਿਹੜਾ ਕਿਲੇ ਦਾ ਜਿਹੜਾ ਸੀਗਾ ਨਾ ਇੰਚਾਰਜ, ਉਹ ਹਰਦਾਸ ਹੈ, ਉਹ ਬੜਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 'ਤੇ ਨਿਸ਼ਚਾ ਰੱਖਦਾ ਹੈ। ਹਜ਼ੂਰ ਜਦੋਂ ਪਹੁੰਚਦੇ ਨੇ ਤੁਹਾਰੇ ਕਹਿੰਦੇ ਵੀ ਸਾਰੀ ਜਿੰਨੇ ਵੀ ਕਿਲੇ ਦੇ ਵਿੱਚ ਨੇ, ਸਾਡੀ ਇੱਕ ਧਰਮ ਦੀ ਪ੍ਰਥਾ ਹੈ ਲੰਗਰ। ਹਾਂਜੀ। ਅਤੇ ਆਪਾਂ ਲੰਗਰ ਇੱਕ ਚਲਾਇਆ ਜਾਣਾ ਅਤੇ ਸਾਰਿਆਂ ਨੂੰ ਲੰਗਰ ਛਕਾਇਆ ਜਾਵੇ। ਗੁਰੂ ਸਾਹਿਬ ਜਦੋਂ ਉਹਨਾਂ ਦੀ ਹਾਲਤ ਵੇਖਦੇ, ਕਿਸੇ ਦੱਸਦੇ, ਉਹਨਾਂ ਨੂੰ ਵੀ ਪਤਾ ਲੱਗਦਾ, ਉਹ ਵੀ ਗੁਰੂ ਸਾਹਿਬ ਕੋਲ ਆਪਣੇ ਸੁਨੇਹਾ ਭੇਜਦੇ, ਮਹਾਰਾਜ ਸਾਡੀ ਹਾਲਤ ਬੜੀ ਮਾੜੀ, ਸਾਡੇ 'ਤੇ ਕਿਰਪਾ ਕਰੋ। ਉਹ ਪਹਿਲੇ ਦਿਨ ਉਹਨਾਂ ਨੂੰ ਕੋਈ ਚੰਗਾ ਜਿਹੜਾ ਛਕਣ ਨੂੰ ਭੋਜਨ ਪ੍ਰਸ਼ਾਦਾ ਪਾਣੀ ਮਿਲਦਾ, ਬੜੇ ਖੁਸ਼ ਹੁੰਦੇ ਆ। ਹਜ਼ੂਰ ਉਹਨਾਂ ਕੋਲ ਪਹੁੰਚਦੇ ਨੇ, ਉਹਨਾਂ ਦੇ ਦੁੱਖ ਦਰਦ ਦੀ ਕਹਾਣੀ ਸੁਣਦੇ ਆ। ਅਤੇ ਜਦੋਂ ਹਜ਼ੂਰ ਨੂੰ ਜਹਾਂਗੀਰ ਬੇਨਤੀ ਕਰਦਾ, ਹਜ਼ੂਰ ਆਪ ਜੀ ਕਿਰਪਾ ਕਰੋ, ਆਪ ਦਿੱਲੀ ਪਹੁੰਚੋ, ਅਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਨਹੀਂ, ਇਹ ਭਾਈ 52 ਰਾਜੇ ਜਿਨ੍ਹਾਂ ਦੀ ਹਾਲਤ ਬੜੀ ਮਾੜੀ ਹੈ। ਔਰ ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਹਜ਼ੂਰ ਕਹਿੰਦੇ ਵੀ ਇਹਨਾਂ ਦੀ ਬੰਦ ਖਲਾਸੀ ਕਰਾਉਣੀ ਚਾਹੀਦੀ ਹੈ। ਖੈਰ ਉਹ ਕਹਿੰਦਾ ਜੀ ਠੀਕ ਆ, ਆਪ ਜੀ ਦੀਆਂ ਕੰਨੀਆਂ ਫੜ ਕੇ ਜਿਹੜੇ ਆ ਜਾਣਗੇ ਅਤੇ ਉਹ ਆ ਜਾਣਗੇ। ਬਾਕੀ ਉਹਨਾਂ ਨੇ ਸੋਚਦਾ ਉਹ ਵਿਚਾਰ ਆ ਜਾਣਗੇ, 8 ਆ ਜਾਣਗੇ। ਹਜ਼ੂਰ 52 ਕਲੀਆਂ ਵਾਲਾ ਚੋਲਾ ਸਮਾਉਂਦੇ ਨੇ, ਜਿਹੜਾ ਵੀ ਇਤਿਹਾਸ ਦੇ ਵਿੱਚ ਦਰਜ ਹੈ, ਤੁਸੀਂ ਦਰਸ਼ਨ ਵੀ ਕੀਤੇ ਹੋਣੇ। ਉਦੋਂ ਉਹ 52 ਦੇ 52 ਰਾਜੇ ਛਡਾਏ ਜਾਂਦੇ ਆ। ਉਹ ਰਾਜੇ ਜਿਹੜੇ 22 ਧਾਰ ਦੇ ਰਾਜੇ ਜਿਨ੍ਹਾਂ ਨੇ ਇਹ ਜੰਗ ਲੜਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਦੇ ਦਾਦੇ ਪੜਦਾਦੇ ਆ। ਅੱਛਾ ਜੀ, ਠੀਕ ਹੈ ਜੀ। ਹੁਣ ਉਹ ਅਕਿਰਤ ਘਣਤਾ ਦੀ ਜਿਹੜੀ ਕਹਿੰਦੇ ਆ ਵੀ ਆਪਾਂ ਵੇਖੀ ਜਾਂਦੀ ਹੈ ਇਹਨਾਂ ਰਾਜਿਆਂ 'ਚ, ਉਹ ਇਹ ਹੈ ਕਿ ਦਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ, ਉਹਨਾਂ ਦੇ ਦਾਦਿਆਂ ਪੜਦਾਦਿਆਂ ਦੀ ਬੰਦ ਖਲਾਸੀ ਹੁੰਦੀ ਹੈ, ਜਿਹੜੀ ਕਦੇ ਹੋ ਹੀ ਨਹੀਂ ਸੀ ਸਕਦੀ। ਕਿੱਥੇ ਪਹਾੜੀ, ਤੁਸੀਂ ਦੇਖੋ ਅਨੰਦਪੁਰ ਸਾਹਿਬ ਤੋਂ ਇੱਧਰ ਚੜ੍ਹਦੇ ਲੈਂਦਿਆਂ ਨੂੰ ਪਹਾੜੀ ਏਰੀਆ, ਕੀਰਤਪੁਰ ਸਾਹਿਬ ਤੋਂ ਉੱਪਰ ਝੰਬੇ ਦਾ ਰਾਜਾ, ਕੋਈ ਛੋਟੀਆਂ ਰਿਆਸਤਾਂ ਸੀਗੀਆਂ ਉੱਥੇ, ਉਹ ਸਾਰੇ ਇਕੱਠੇ ਕਰਕੇ ਉਹਨੇ ਉੱਥੇ ਤਾੜੇ ਸੀ, ਬੰਦ ਕੀਤੇ ਸੀ। ਅਤੇ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਸਾਨੂੰ ਇਸ ਤਰੀਕੇ ਨਾਲ ਸਾਨੂੰ ਇੱਥੋਂ ਕੱਢਿਆ ਜਾਊਗਾ। ਪਰ ਹਜ਼ੂਰ ਕਿਰਪਾ ਦੇ ਗੁਰੂ ਗਰੀਬ ਨਵਾਜ ਘਰ ਦੇ ਵਿੱਚ ਆ ਕੇ ਇਹਨਾਂ ਸਾਰਿਆਂ ਦੀ ਬੰਦ ਖਲਾਸੀ ਕਰਾਉਂਦੇ ਆ। ਅਤੇ ਫਿਰ ਇਹ 22 ਧਾਰ ਦੇ ਰਾਜੇ ਉਹੀ ਨੇ। ਹੁਣ ਜਿਹੜਾ ਅਨੰਦਪੁਰ ਸਾਹਿਬ ਦਾ ਜੰਗ ਹੈ, ਉਹਦੇ ਪਿੱਛੇ ਜਦੋਂ ਵੇਖਣਾ ਪੈਣਾ ਕਿਹੋ ਜਿਹੇ ਹਾਲਾਤ ਬਣਦੇ ਨੇ, ਅਖੀਰ ਉਹ ਹਾਲਾਤ ਬਣਦੇ ਕਿਵੇਂ ਆ। ਇਹ ਕੇਵਲ ਇੱਕ ਦਿਨ ਦੀ ਨਹੀਂ ਗੱਲ ਕਿ ਉਹ ਅਨੰਦਪੁਰ ਸਾਹਿਬ ਦੀ ਜੰਗ ਪਹਿਲੀ ਜੰਗ ਹੈ ਵੀ ਜਿੱਥੇ ਸਾਹਿਬਜ਼ਾਦਿਆਂ, ਜਿੱਥੇ ਘੇਰਾ ਪੈ ਜਾਂਦਾ ਹੈ, ਪਰਿਵਾਰ ਸ਼ਹੀਦ ਹੁੰਦਾ, ਉੱਥੋਂ ਜਾਣਾ ਪੈਂਦਾ। ਨਹੀਂ, ਉਸ ਦੇ ਪਿੱਛੇ ਕੁਛ ਕਾਰਨ ਬਣਦੇ ਨੇ। ਉਹ ਕਾਰਨ 'ਚੋਂ ਜਦੋਂ ਆਪਾਂ ਪਿੱਛੇ ਜਾਂਦੇ ਹਾਂ, ਜਿਹੜੀ ਅਨੰਦਪੁਰ ਸਾਹਿਬ ਦੀ ਜਗ੍ਹਾ ਨੇ ਜੀ, ਗੁਰੂ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰ ਵਸਾਇਆ ਜੀ। ਜਦੋਂ ਹਜ਼ੂਰ ਬਾਬੇ ਬਕਾਲੇ ਦੀ ਧਰਤੀ 'ਤੇ ਪ੍ਰਗਟ ਹੁੰਦੇ ਆ, ਅੰਮ੍ਰਿਤਸਰ ਨਾਲ ਜਾਂਦੇ ਨੇ ਨਮਸਕਾਰ ਕਰਕੇ, ਉੱਥੇ ਮਸੰਦਾਂ ਦਾ ਕਬਜ਼ਾ, ਗੋਲੀ ਚਲਾਉਂਦੇ ਨੇ। ਹਜ਼ੂਰ ਇਹਨਾਂ ਚੀਜ਼ਾਂ ਤੋਂ ਪਾਸੇ ਹੋ ਕੇ ਕੀਰਤਪੁਰ ਸਾਹਿਬ ਆਉਂਦੇ ਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਉੱਥੇ ਸਰੀਰ ਛੱਡਿਆ, ਉਹ ਵੀ ਅਸਥਾਨ ਉੱਥੇ ਬਰਕਰਾਰ ਸੀ। ਉੱਥੇ ਵੀ ਕੁਝ ਕੁ ਧੀਰ ਮਲੀਆਂ ਦਾ ਕਬਜ਼ਾ ਸੀ ਜਾਂ ਉਸ ਵੇਲੇ। ਅਤੇ ਹਜ਼ੂਰ ਇੱਕ ਨਗਰ ਵਸਾਉਂਦੇ ਆ, 5 ਪਿੰਡ ਮੁੱਲ ਲੈਂਦੇ, ਬਿਲਾਸਪੁਰ ਦੀ ਰਿਆਸਤ ਪੈਂਦੀ ਹੈ ਉਹਨਾਂ ਕੋਲ। ਉਦੋਂ 500 ਕਿਸੇ ਨੇ ਲਿਖਿਆ, ਕਿਸੇ ਨੇ ਕੋਈ ਰਕਮ ਲਿਖੀ ਹੈ। ਉਹ 5 ਪਿੰਡ ਲੈ ਕੇ ਉੱਥੋਂ ਇੱਕ ਨਗਰ ਵਸਾਉਂਦੇ ਆ। ਉਹਦਾ ਨਾਂ ਪਹਿਲੋਂ ਮਾਖੋਵਾਲ ਸੀ ਉਸ ਨਗਰ ਦਾ। ਜੇ ਤੁਸੀਂ ਅੱਜ ਵੀ ਹੁਸ਼ਿਆਰਪੁਰ ਉੱਥੇ ਪੈਂਦੀ ਹੈ ਤਹਿਸੀਲ, ਡਿਸਟ੍ਰਿਕਟ ਪੈਂਦੀ, ਉੱਥੇ ਪੁਰਾਣੇ ਪੇਪਰ ਦੇਖੋ ਤਾਂ ਉਹਦਾ ਪੁਰਾਣਾ ਨਾਂ ਮਾਖੋਵਾਲ ਹੈ। ਅਤੇ ਫਿਰ ਉਹ ਗੁਰੂ ਗਰੀਬ ਨਵਾਜ ਚੱਕ ਮਾਤਾ ਨਾਨਕੀ, ਆਪਣੇ ਸਤਿਕਾਰਯੋਗ ਮਾਤਾ ਜੀ, ਉਹਨਾਂ ਦੇ ਨਾਂ 'ਤੇ ਉਸ ਨਗਰ ਦਾ ਜਿਹੜਾ ਉੱਥੇ ਨਗਰ ਵਸਾਇਆ ਜਾਂਦਾ ਹੈ ਜੀ। ਅਤੇ ਉਹ ਜਦੋਂ ਨਗਰ ਵਸਾਇਆ ਜਾਂਦਾ ਹੈ ਅਤੇ 1665 ਈਸਵੀ ਦੇ ਵਿੱਚ ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਤੋਂ ਡੇਢ ਕੁ ਸਾਲ ਪਹਿਲੋਂ ਦੀ ਗੱਲ ਹੈ। ਨਗਰ ਵਸਾ ਕੇ ਕੁਝ ਕੁ ਸਮਾਂ ਉੱਥੇ ਹਜ਼ੂਰ ਰਹਿੰਦੇ ਨੇ। ਫਿਰ ਹਜ਼ੂਰ ਯਾਤਰਾ 'ਤੇ ਨਿਕਲਦੇ ਨੇ ਪ੍ਰਚਾਰ ਲਈ ਪਟਨਾ ਸਾਹਿਬ ਵੱਲ ਨੂੰ। ਪਟਨਾ ਸਾਹਿਬ ਪਹੁੰਚਦੇ ਨੇ। ਪਟਨਾ ਸਾਹਿਬ ਤੋਂ ਹਜ਼ੂਰ ਚਲੇ ਜਾਂਦੇ ਨੇ ਅਸਾਮ ਦੀ ਧਰਤੀ 'ਤੇ, ਪਰਿਵਾਰ ਰਹਿੰਦਾ ਪਟਨੇ। ਹੁਣ ਜਿਹੜੀ ਗੱਲ ਹੈ ਕਿ ਜੰਗ ਹੋਈ ਕਿਵੇਂ, ਇਹ ਕਿਸ ਜੰਗ ਹੈ ਕਿਸ ਦੀ? ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਇੱਥੇ ਤੱਕ ਆਉਣਾ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਤੱਕ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ 7 ਸੰਮਤ 1730 ਬਿਕਰਮੀ ਜੀ। ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ 1600। ਅਤੇ ਇੱਥੇ ਪ੍ਰਦੀਪ ਸਿੰਘ ਜੀ, ਕਈ ਲੋਕ ਸ਼ੰਕਾ ਕਰਦੇ ਆ ਜੀ ਕਿ 5 ਜਨਵਰੀ ਨੂੰ ਹੋਇਆ ਕਿ ਕਿੱਦਾਂ ਹੋਇਆ, ਇਹਦੇ ਬਾਰੇ ਤੁਸੀਂ ਦੱਸੋ ਵੀ ਕੈਲੰਡਰ ਦਾ ਕੀ ਰੌਲਾ ਆ ਜੀ? ਦੇਖੋ,
ਕੈਲੰਡਰ ਦਾ ਕੋਈ ਵੀ ਰੌਲਾ ਨਹੀਂ ਗਾ। ਆਪਾਂ ਇੱਥੇ ਰਹਿੰਦੇ ਹਾਂ ਨਾ, ਜਦੋਂ ਕੋਈ ਗੁਰਪੁਰਬ ਆਉਂਦਾ ਹੈ ਤਾਂ ਸਾਡਾ ਮਨ ਦੀ ਭਾਵਨਾ ਇਹ ਹੁੰਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਹਜ਼ੂਰ ਦੇ ਦਰਬਾਰ 'ਚ ਪਹੁੰਚਣਾ ਹੈ। ਔਰ ਇਹ ਰਵਾਇਤੀ ਚੱਲੀ ਆਈ ਹੈ, ਕੜਾਹ ਪ੍ਰਸ਼ਾਦ ਕਰਨਾ ਗੁਰੂ ਕੇ ਸਿੱਖਾਂ ਲਈ ਅਤੇ ਆਪਣੇ ਵੱਡਿਆਂ ਵਡੇਰਿਆਂ ਨੂੰ ਯਾਦ ਕਰਨਾ। ਇਹ ਕੋਈ ਮਸਲਾ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ 'ਤੇ ਕੋਈ ਫਰਕ ਨਹੀਂ ਪੈਂਦਾ। ਕੋਈ ਦਿਨ ਕਿਸੇ ਤਰੀਕੇ ਨਾਲ, ਜਿਵੇਂ ਆਪਾਂ ਵਿਸਾਖੀ ਵਾਲਾ ਦਿਨ ਅੱਗੇ ਪਿੱਛੇ ਮਨਾਉਂਦੇ ਹਾਂ, ਪਰ ਜਿਹੜਾ ਨਾ ਮੂਲ ਹੁੰਦਾ ਹੈ ਉਹ ਤੋਂ ਟੁੱਟਣਾ ਨਹੀਂ ਚਾਹੀਦਾ ਜੀ, ਜਿਹੜਾ ਤੁਹਾਡਾ ਮੂਲ ਹੈ। ਸਹੀ ਗੱਲ ਹੈ ਜੀ। ਠੀਕ ਹੈ ਜੀ। ਜੇ ਹੁਣ ਕਈ ਕਹਿੰਦੇ ਜੀ ਇਸ ਇੱਕ ਡੇਟ ਪੱਕੀ ਰੱਖਤੀ ਜਾਵੇ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਅੱਛਾ ਉਹ ਡੇਟ ਪੱਕੀ ਰੱਖਤੀ ਜਾਵੇ ਅਤੇ ਹੁਣ ਉਹ ਡੇਟ ਫਿਰ ਬੁੱਧਵਾਰ ਜਾਂ ਵੀਰਵਾਰ ਜਾਂ ਟਿਊਜ਼ਡੇ ਵੈਡਨਸਡੇ ਥਰਸਡੇ ਆ ਜਾਏ ਅਤੇ ਫਿਰ ਆਪਣੇ ਕੋਲ ਤਾਂ ਟਿਊਜ਼ਡੇ ਵੈਡਨਸਡੇ ਫਿਰ ਵੀ ਟਾਈਮ ਨਹੀਂ ਹੁੰਦਾ, ਆਪਾਂ ਫਿਰ ਸੰਡੇ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ। ਸੋ ਇਹ ਮਸਲਾ ਨਹੀਂ ਗਾ, ਇਹ ਬਿਲਕੁਲ ਹੀ ਕੌਮ ਨੂੰ ਗੁੰਮਰਾਹ ਕਰਨ ਲਈ ਇਹ ਚੀਜ਼ਾਂ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਜਿਹੜੇ ਰੈਫਰੈਂਸ ਆ ਜੀ ਉਹ ਵੀ ਬਿਕਰਮੀ ਹੀ ਕੈਲੰਡਰ ਦੇ ਆਉਂਦੇ ਆ ਜੀ। ਤੇ ਜਿਹੜਾ ਇੱਕ ਧੱਕੇਸ਼ਾਹੀ ਜਾਂ ਨਾਨਕਸ਼ਾਹੀ ਕੈਲੰਡਰ ਲੋਕੀ ਕਹਿ ਦਿੰਦੇ ਆ, ਉਹਦੇ ਵਿੱਚ ਇਹ ਆ ਵੀ ਜਿਹੜੀ ਸਾਡੀ ਪੰਥ ਦੀ ਮਰਿਆਦਾ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਜੇ ਬਿਕਰਮੀ ਸੰਮਤਾਂ ਆਉਂਦੀਆਂ ਆ, ਜੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ, ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਸੰਬਤ 70 ਸਹਿਸ ਭਣੀਜਾ ਕਲੀਅਰਲੀ ਦੱਸਦੇ ਆ ਵੀ ਸੰਮਤਾਂ ਅਤੇ ਜਿਹੜੇ ਕੈਲੰਡਰ ਅਸੀਂ ਫੋਲੋ ਕਰਦੇ ਹਾਂ ਉਹ ਜਿਹੜਾ ਹੈਗਾ ਲੂਨਰ ਕੈਲੰਡਰ ਆ, ਜਿਹੜਾ ਮੂਨ ਸਾਈਕਲਸ ਨਾਲ ਚੱਲਦਾ ਆ। ਸੋ ਇੱਕ ਅਜੋਕੇ ਸਮੇਂ ਵਿੱਚ ਨਵੀਂ ਹੀ ਇੱਕ ਦੁਬਿਧਾ ਜੀ ਪੰਥ ਦੇ ਵਿੱਚ ਖੜੀ ਹੋਈ ਆ। ਕੋਈ ਨੂੰ ਸਾਇੰਟੀਫਿਕ ਦੱਸੀ ਜਾਂਦਾ, ਕੋਈ ਕਰੀ ਜਾਂਦਾ, ਪਰ ਜਿਹੜੇ ਸਾਡੇ ਰੀਤੀ ਰਿਵਾਜ ਆ ਜੀ ਉਹ ਤੋਂ ਸਾਨੂੰ ਟੁੱਟਣਾ ਨਹੀਂ ਚਾਹੀਦਾ। ਇੱਕ ਮੈਂ ਹੋਰ ਇੱਥੇ ਇੱਕ ਦਲੀਲ ਆਉਂਦੀ ਹੈ ਇਹਨਾਂ ਸੱਜਣਾ ਵੱਲੋਂ ਕਿ ਕਿਉਂਕਿ ਕੈਲੰਡਰ ਚੇਂਜ ਹੁੰਦਾ ਰਹਿੰਦਾ ਆ, ਕੁਛ ਸਮਾਂ ਇੱਦਾਂ ਦਾ ਆਊਗਾ ਕਿ ਜਿਹੜਾ ਗੁਰਪੁਰਬ ਆ ਉਹ ਸਿਆਲਾਂ ਦੀ ਥਾਂ ਦੇ ਵਿੱਚ ਗਰਮੀਆਂ 'ਚ ਆਉਣ ਲੱਗ ਪਊਗਾ ਜਾਂ ਫਾਲ 'ਚ ਆਉਣ ਲੱਗ ਪਊਗਾ। ਵੀ ਸਿਆਣਿਓ ਜਿਹੜੇ ਲੋਕਾਂ ਨੇ ਮਨਾਉਣਾ ਉਹਨਾਂ ਨੂੰ ਵੀ ਇਹ ਪਤਾ ਆ ਵੀ ਕਲਾਈਮੇਟ ਜੇ ਚੇਂਜ ਹੁੰਦਾ, ਜਿੱਦਾਂ ਸਦੀਆਂ ਰੁੱਤਾਂ ਚੇਂਜ ਹੁੰਦੀਆਂ ਆ, ਉਹਦੇ ਨਾਲ ਤੁਹਾਡਾ ਜਿਹੜਾ ਆ ਵੀ ਜਿਹੜਾ ਜੇ ਮੂਨ ਸਾਈਕਲਸ ਨਾਲ ਕੋਈ ਚੀਜ਼ ਚੇਂਜ ਹੁੰਦੀ ਹੈ ਕੁਛ 100,000 ਸਾਲਾਂ ਬਾਅਦ, ਅਤੇ ਲੋਕ ਮੂਰਖ ਨਹੀਂ ਹੈਗੇ, ਉਹਨਾਂ ਨੂੰ ਵੀ ਪਤਾ ਆ ਵੀ ਇਹ ਜਿਹੜਾ ਕੈਲੰਡਰ ਦੇ ਵਿੱਚ ਕਰਕੇ ਹੀ ਚੇਂਜ ਹੋਇਆ, ਪਰ ਸਾਡਾ ਜਿਹੜਾ ਸਮਤਾ ਚੱਲਦੀਆਂ ਉਹੀ ਚੱਲਦੀਆਂ। ਐਨੀਵੇ ਅਸੀਂ ਰਹੋ ਵਿਚਾਰ ਇਹਦੇ ਵੱਲ ਵਾਪਸ ਨੂੰ ਆਈਏ ਅਤੇ ਪ੍ਰਦੀਪ ਸਿੰਘ ਜੀ ਤੋਂ ਹੋਰ ਜਾਣਕਾਰੀ ਅਸੀਂ ਪ੍ਰਾਪਤ ਕਰੀਏ ਇਹਦੇ ਬਾਰੇ। ਹਾਂਜੀ। ਸੋ ਗੁਰੂ ਸਾਹਿਬ ਜੀ ਦਾ ਜਨਮ ਪਟਨੇ ਦੀ ਧਰਤੀ 'ਤੇ ਹਜ਼ੂਰ ਪ੍ਰਗਟ ਹੁੰਦੇ, ਔਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਵੇਂ ਬਾਕੀ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ 'ਚ ਸਮਾਂ ਉਦੋਂ ਪ੍ਰਗਟ ਹੁੰਦੇ ਆ ਜਦੋਂ ਗੁਰਤਾ ਗੱਦੀ 'ਤੇ ਬੈਠਦੇ ਨੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਤੋਂ ਹੀ ਉਹਨਾਂ ਦਾ ਇੱਕ ਵੱਖਰਾ ਹੀ ਵਰਤਾਰਾ ਇਸ ਦੁਨੀਆ 'ਚ ਵਰਤਿਆ ਜਾਂਦਾ ਹੈ। ਉਹਦੀ ਪਹਿਲੀ ਐਗਜ਼ਾਮਪਲ ਹੈ, ਪਾਤਸ਼ਾਹ ਦਾ ਜਨਮ ਹੁੰਦਾ ਹੈ ਅਤੇ ਸਾਈਂ ਭੀਖਣ ਸ਼ਾਹ ਗੁਰੂ ਸਾਹਿਬ ਵੱਲ ਖਿੱਚਿਆ ਚਲਿਆ ਜਾਂਦਾ। ਉਹ ਜਦੋਂ ਨਮਾਜ਼ ਪੜ੍ਹਨ ਲੱਗਦਾ ਹੈ ਆਪਣੇ ਮੁਰੀਦਾਂ ਦੇ ਨਾਲ, ਅਤੇ ਉਹ ਜਿੱਧਰ ਨੂੰ ਨਮਾਜ਼ ਪੜ੍ਹਦਾ ਹੈ ਮੱਕੇ ਵੱਲ ਨੂੰ, ਪਰ ਉਹਨੂੰ ਆਵਾਜ਼ ਆਉਂਦੀ ਹੈ ਵੀ ਅੱਜ ਇੱਧਰ ਨਹੀਂ, ਅੱਜ ਮੈਂ ਪਟਨੇ ਦੀ ਧਰਤੀ 'ਤੇ ਪ੍ਰਗਟ ਹੋਇਆ। ਇਹ ਅੰਤਰਜਾਮਤਾ ਹੁੰਦੀ ਹੈ ਉਦੋਂ। ਕੋਈ ਦੇਖੋ ਕਈ ਗੱਲਾਂ ਨਾ ਅੰਤਰਜਾਮਤਾ ਦੀ ਹੁੰਦੀਆਂ, ਕਈ ਗੱਲਾਂ ਕੁਝ ਹੋਰ ਹੁੰਦੀਆਂ। ਕਈ ਵਾਰੀ ਤੁਸੀਂ ਕਹਿਣਾ ਨਾ ਜੀ ਸਾਰੀ ਚੀਜ਼ਾਂ ਨੂੰ ਰੱਦ ਕਰਕੇ ਨਹੀਂ ਕੀਤਾ ਜਾ ਸਕਦਾ, ਇਤਿਹਾਸ ਦੇ ਨਾਲ ਚੱਲਣਾ ਪੈਂਦਾ। ਤੁਸੀਂ ਇਤਿਹਾਸ ਨੂੰ ਡੀਪਲੀ ਦੇਖਦੇ ਹਾਂ, ਹੁਣ ਉਸ ਵੇਲੇ ਕਿਹੜਾ ਕੋਈ SMS ਕਰ ਦਿੰਦੇ ਆ ਜਾਂ ਕੋਈ WhatsApp ਕਰਨਾ ਜਾਂ ਵੀ ਉੱਥੇ ਪਤਾ ਲੱਗ ਗਿਆ ਵੀ ਪਟਨਾ ਕਿੱਡੀ ਦੂਰ ਹੈ, ਵੀ ਉੱਥੇ ਗੁਰੂ ਸਾਹਿਬ ਦਾ ਅਵਤਾਰ ਹੋਇਆ। ਇੱਕ ਅੰਤਰਜਾਮਤਾ ਹੁੰਦੀ ਹੈ, ਖਿੱਚ ਹੁੰਦੀ ਹੈ। ਜਿਹੜੇ ਇਹ ਲੋਕ ਹੁੰਦੇ ਨੇ ਨਾ, ਜਦੋਂ ਇਸ ਅਵਸਥਾ 'ਤੇ ਪਹੁੰਚ ਜਾਈਦਾ ਅਤੇ ਤੁਹਾਡੇ ਅੰਦਰੋਂ ਹੀ ਉਹ ਭਾਵ ਪ੍ਰਗਟ ਹੋ ਜਾਂਦੇ ਆ। ਸੋ ਖੈਰ ਸਾਈਂ ਭੀਖਣ ਸ਼ਾਹ ਜੀ ਉੱਥੇ ਪਹੁੰਚਦੇ ਨੇ। ਹੁਣ ਇਹ ਪਹਿਲਾ ਹੀ ਸਵਾਲ ਜਿਹੜਾ ਆਪਾਂ ਕੀਤਾ ਸੀ ਕਿ ਮੁਗਲਾਂ ਨਾਲ ਜਿਹੜੀ ਟੱਕਰ ਆ ਜਾਂ ਕਿਸ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਹੁਣ ਇਹ ਬੜੀ ਵੱਡੀ ਗੱਲ ਹੈ, ਏਡੇ ਵੱਡੇ ਪੈਗੰਬਰ ਦਾ ਇਸ ਧਰਤੀ 'ਤੇ ਆਉਣਾ, ਅਤੇ ਉਹ ਪੈਗੰਬਰ ਧਰਤੀ 'ਤੇ ਪੈਦਾ ਹੋ ਗਿਆ, ਪਰ ਉਹ ਕੀ ਕਰੇਗਾ, ਕਿਹਦੇ ਹੱਕ 'ਚ ਜਾਵੇਗਾ? ਇਹ ਸਾਈਂ ਭੀਖਣ ਸ਼ਾਹ ਜੀ ਦਾ ਪਹਿਲਾ ਸਵਾਲ ਹੈ। ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਉੱਥੇ ਮਾਤਾ ਗੁਜਰੀ ਜੀ, ਸੋ ਉਹ ਕਹਿੰਦੇ ਜੀ ਬੱਚੇ ਦੇ ਦਰਸ਼ਨ ਕਰਨੇ ਨੇ। ਹੁਣ ਉਹ ਬੱਚਾ ਜਿਹੜਾ ਜਨਮ ਹੋਇਆ ਉਹ ਕੋਈ ਉਸ ਵੇਲੇ ਗੁਰਤਾ ਗੱਦੀ 'ਤੇ ਤਾਂ ਨਹੀਂ ਹੈ, ਪਰ ਉਹ ਕਹਿੰਦਾ ਵੀ ਬੱਚੇ ਦੇ ਦਰਸ਼ਨ ਕਰਨੇ। ਅਤੇ ਉਹ ਕਹਿੰਦੇ ਜੀ ਸਾਈਂ ਲੋਕ ਹੈ, ਪੁਰਾਣੇ ਸਮੇਂ 'ਚ ਤੁਹਾਨੂੰ ਪਤਾ ਹੈ ਕਈ ਤਰ੍ਹਾਂ ਦੀਆਂ ਧਾਰਨਾਵਾਂ ਸੀ ਵੀ ਬੱਚਾ ਹਾਲੇ ਜਨਮ ਹੋਇਆ, ਇਹ ਆ ਗਏ ਨੇ। ਅਤੇ ਮਾਤਾ ਜੀ ਕੋਈ ਸੰਕੋਚ ਕਰਦੇ ਵੀ ਕੋਈ ਸਮਝ ਨਹੀਂ ਆਈ। ਖੈਰ ਉਹ ਬਹਿ ਜਾਂਦਾ ਦਰਵਾਜ਼ੇ ਦੇ ਵਿੱਚ, ਅਤੇ ਮਾਮਾ ਜੀ ਪੁੱਛਦੇ ਵੀ ਸਾਈਂ ਜੀ ਤੁਸੀਂ ਇਸ ਤਰ੍ਹਾਂ ਆਏ ਜੇ, ਹਲੇ ਤਾਂ ਬੱਚੇ ਦਾ ਜਨਮ ਕੁਝ ਦਿਨ ਹੀ ਹੋਇਆ, ਕੁਝ ਤੁਸੀਂ, ਉਹ ਆਂਦੇ ਵੀ ਤੁਹਾਡੇ ਲਈ ਉਹ ਬੱਚਾ ਹੋਵੇਗਾ, ਸਾਡਾ ਉਹਨਾਂ ਨਾਲ ਕੋਈ ਹੋਰ ਰਿਸ਼ਤਾ ਹੈ, ਤੁਸੀਂ ਲੈ ਕੇ ਆਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ। ਗੁਰੂ ਗਰੀਬ ਨਵਾਜ ਨੂੰ ਮਾਮਾ ਕਿਰਪਾਲ ਚੰਦ ਜੀ ਲੈ ਕੇ ਆਉਂਦੇ ਆ। ਉਹਨੇ ਬੜਾ ਵੱਡਾ ਸਵਾਲ ਹੁੰਦਾ ਵੀ ਇਹ ਕਰੇਗਾ ਕੀ, ਇਹ ਕਿਹਦੀ ਹੱਕ 'ਚ ਜਾਵੇਗਾ, ਇਹ ਪੈਗੰਬਰ ਕੌਣ ਹੈ? ਅਤੇ ਕੁੱਜਾ ਜਿਹੜਾ ਇਤਿਹਾਸ ਦੇ ਵਿੱਚ ਆਉਂਦਾ ਦੁੱਧ ਦਾ ਅਤੇ ਪਾਣੀ ਦਾ ਲੈ ਕੇ ਆ ਜਾਂਦੇ ਆ। ਹੁਣ ਇਹ ਕਿੱਡੀ ਅੰਤਰਲੀ ਗੱਲ ਹੈ। ਮੈਂ ਤੁਹਾਨੂੰ ਦੱਸਦਾ ਜੀ, ਕੁਝ ਕੁ ਪ੍ਰਚਾਰਕਾਂ ਦਾ ਇੱਕ ਬੜਾ ਵੱਡਾ ਰੌਲਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ
ਮਨੁੱਖ ਦੇ ਤੌਰ ਤੇ ਦੇਖਦੇ ਨੇ। ਇਹ ਬਹੁਤ ਦੁਖਦਾਈ ਗੱਲ ਹੈ ਜੀ ਉੱਦਾਂ ਕਿ ਉਹੀ ਪ੍ਰਚਾਰਕ ਜਿਹੜੇ ਪਹਿਲਾਂ ਤਾਂ ਮਹਾਰਾਜ ਨੂੰ ਅਕਾਲ ਪੁਰਖ ਦੱਸੀ ਗਏ ਤੇ ਇੱਕਦਮ ਇਹ ਹੁਣ ਆਮ ਆਦਮੀ ਮਹਾਰਾਜ ਨੂੰ ਦੱਸਣ ਲੱਗ ਪਏ ਆ। ਸੋ ਬਹੁਤ ਇੱਕ ਦੁਖਦਾਈ ਗੱਲ ਹੈ ਜੀ। ਸੋ ਇੱਥੇ ਇੱਕ ਬਹੁਤ ਵੱਡਾ ਇਹ ਜਿਹੜਾ ਨਾ ਭੁਲੇਖਾ ਨਿਕਲਣਾ ਚਾਹੀਦਾ। ਸਾਈਂ ਜੀ ਵੀ ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ, ਬੜੇ ਵੱਡੇ ਉਹ ਆਪਣਾ ਰੁਤਬਾ ਰੱਖਦੇ ਨੇ ਇਸਲਾਮ ਦੇ ਵਿੱਚ। ਉਹਨਾਂ ਦਾ ਆਉਣਾ ਔਰ ਗੁਰੂ ਗਰੀਬ ਨਵਾਜ ਦੀ ਉਮਰ ਪਾਤਸ਼ਾਹ ਦੀ ਉਮਰ ਕੁਝ ਕੁ ਦਿਨਾਂ ਦੀ ਹੈ ਨਾ, ਅਤੇ ਐਡੀਆਂ ਵੱਡੀਆਂ ਗੱਲਾਂ ਤਾਂ ਕੋਈ ਬੱਚਾ ਸਮਝ ਸਕਦਾ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਈ ਆਮ ਮਨੁੱਖ ਨਹੀਂ ਗਏ। ਹਜ਼ੂਰ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੁਰੂ ਗਰੀਬ ਨਵਾਜ ਨੂੰ ਸਮਝਣ ਲਈ ਹੀ ਕਈ ਜਨਮ ਆਪਾਂ ਇੱਥੇ ਡਿਸਕਸ ਕਰ ਰਹੇ ਨਾ। ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਸਾਡੇ ਕਈ ਜਨਮ ਔਰ ਕਈ ਕਲਮਾਂ ਨੇ ਆਪਣੇ ਸਵਾਸ ਤਿਆਗ ਦਿੱਤੇ ਗੁਰੂ ਸਾਹਿਬ ਜੀ ਦੀ ਉਪਮਾ ਲਿਖਣ ਨੂੰ। ਸੋ ਐਸੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਹਜ਼ੂਰ ਦਾ ਜਨਮ ਹੁੰਦਾ ਹੈ, ਸਾਈਂ ਜੀ ਸਵਾਲ ਪੁੱਛਦੇ ਨੇ ਵੀ ਹਿੰਦੂ ਜਾਂ ਮੁਸਲਮਾਨ। ਹਜ਼ੂਰ ਇਹ ਹੱਥ ਮਾਰਦੇ ਨੇ। ਹੁਣ ਬੱਚਾ ਜਿਹੜਾ ਛੋਟਾ ਹੋਵੇ ਕਿੱਡਾ ਕੁ ਹੱਥ ਮਾਰਦਾ, ਕਿੰਨਾ ਕੁ ਬਲ ਹੋਵੇਗਾ ਕਿ ਉਹ ਕੁੱਜਿਆਂ 'ਚੋਂ ਪਾਣੀ ਡਿੱਗ ਜਾਣਾ, ਕਿੱਡਾ ਬਲ ਹੋਊ ਸੱਚੇ ਪਾਤਸ਼ਾਹ 'ਚ। ਸੋ ਇਹ ਪੈਗੰਬਰ, ਇਹ ਅਵਤਾਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੇ ਹੁਕਮ ਨਾਲ ਆਏ ਨੇ, ਠੀਕ ਹੈ। ਅਤੇ ਉਹ ਜਦੋਂ ਪਾਣੀ ਥੱਲੇ ਡਿੱਗਦਾ ਮਿਕਸ ਹੋ ਜਾਂਦਾ ਅਤੇ ਥੱਲਿਓਂ ਤੀਜਾ ਪੰਥ ਉਹਨਾਂ ਨੇ ਸਾਈਂ ਭੀਖਣ ਸਾਹਿਬ ਜੀ ਵੀ ਸਮਝ ਜਾਂਦੇ ਨੇ ਵੀ ਇਹ ਨਾ ਹਮ ਹਿੰਦੂ ਨਾ ਮੁਸਲਮਾਨ ਜਿਹੜੀ ਬਾਣੀ 'ਚ ਤੁਕ ਆਉਂਦੀ ਹੈ ਉਹਦਾ ਪ੍ਰਮਾਣ ਹੈ ਵੀ ਇਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਤੀਸਰਾ ਪੰਥ ਚਲਾਵੇਗਾ, ਪਰ ਹਾਂ ਇਕੱਠਾ ਜ਼ਰੂਰ ਕਰੇਗਾ ਪਰ ਕਿਸੇ 'ਚ ਰਲੇਗਾ ਨਹੀਂ। ਅਤੇ ਇਹ ਇਸ ਤਰ੍ਹਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਉੱਥੇ ਸ਼ੁਰੂ ਹੁੰਦਾ। ਪਟਨਾ ਸਾਹਿਬ ਹੋਰ ਬੇਅੰਤ ਸਾਖੀਆਂ ਹੈ ਜਿਹਦੇ ਵਿੱਚ ਗੁਰੂ ਗਰੀਬ ਨਵਾਜ ਜਿਵੇਂ ਪੰਡਿਤ ਸ਼ਿਵਦੱਤ ਜੀ ਦੀ ਆਉਂਦੀ ਹੈ, ਉਹ ਕ੍ਰਿਸ਼ਨ ਜੀ ਦੇ ਅਰਾਧੀ ਸੀ, ਗੰਗਾ ਦੇ ਕਿਨਾਰੇ 'ਤੇ ਬਹਿੰਦੇ ਨੇ। ਹਜ਼ੂਰ ਉੱਥੇ ਚਲੇ ਜਾਂਦੇ ਨੇ, ਸ਼ਰਾਰਤਾਂ ਕਰਦੇ, ਉਹ ਵੇਖਦੇ ਆ ਗੁਰੂ ਗਰੀਬ ਨਵਾਜ ਵੱਲ ਖਿੱਚੇ ਚਲੇ ਜਾਂਦੇ, ਬੜਾ ਉਹਨਾਂ ਦਾ ਪਿਆਰ ਹੁੰਦਾ ਹੈ। ਇੱਕ ਦਿਨ ਮਹਾਰਾਜ ਸਾਹਿਬ ਨੂੰ ਪੁੱਛਦੇ ਜੀ ਤੁਸੀਂ ਆ ਜਾਂਦੇ ਜੇ, ਮੈਂ ਕਦੇ ਬੈਠਦਾ ਜਦੋਂ ਅਰਾਧਨਾ ਕਰ ਲਈ ਅਤੇ ਤੁਸੀਂ ਉਦੋਂ ਹੀ ਆਉਂਦੇ ਹੋ, ਅਤੇ ਆਮ ਤੁਸੀਂ ਸ਼ਰਾਰਤ ਨਹੀਂ ਕਰਦੇ, ਕੋਈ ਐਸੀ ਨਹੀਂ ਕਰਦੇ, ਪਰ ਮੈਂ ਜਦੋਂ ਵੀ ਅਰਾਧਨਾ ਕਰਦਾ ਤੁਸੀਂ ਮੇਰੇ ਮੂਹਰੇ ਆ ਕੇ ਖੜ੍ਹ ਜਾਂਦੇ ਆ ਤਾਂ ਮੇਰਾ ਧਿਆਨ ਤੁਹਾਡੇ ਵੱਲ ਚਲਿਆ ਜਾਂਦਾ। ਹਜ਼ੂਰ ਹੱਸ ਪਏ ਅਤੇ ਕਹਿੰਦੇ ਪੰਡਿਤ ਜੀ ਜਦੋਂ ਅਰਾਧਨਾ ਕਰਦੇ ਹੋ ਯਾਦ ਕਰਦੇ ਹੋ ਵੀ ਆਓ, ਅਤੇ ਜਦੋਂ ਅਸੀਂ ਆਉਂਦੇ ਹਾਂ ਹੁਣ ਫਿਰ ਵਹਿੰਦੇ ਵੀ ਨਹੀਂ। ਅਤੇ ਪੰਡਿਤ ਜੀ ਵੀ ਕੋਈ ਆਮ ਸੁਭਾਅ ਦੇ ਨਹੀਂ ਸੀ, ਉਹ ਵੀ ਬੜੇ ਉੱਚੀ ਅਵਸਥਾ ਦੇ ਸੀ। ਅਤੇ ਉਹਨਾਂ ਫਿਰ ਹੱਥ ਜੋੜ ਦਿੰਦੇ, ਸਮਝ ਆ ਜਾਂਦੀ ਉਹਦੇ ਹਜ਼ੂਰ ਫਿਰ ਮੈਂ ਜਿਸ ਰੂਪ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ, ਮੈਂ ਭਗਵਾਨ ਕ੍ਰਿਸ਼ਨ ਜੀ ਦਾ ਆਰਾਧੀ ਹਾਂ ਅਤੇ ਕਿਰਪਾ ਕਰੋ ਮੈਨੂੰ ਉਸ ਰੂਪ 'ਚ ਹੀ ਦਰਸ਼ਨ ਦਿਓ। ਅਤੇ ਹਜ਼ੂਰ ਫਿਰ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਉੱਥੇ ਅੱਜ ਵੀ ਇਤਿਹਾਸ ਦਰਜ ਹੈ, ਅਤੇ ਉੱਥੋਂ ਗੁਰੂ ਗਰੀਬ ਨਵਾਜ ਉਹਨਾਂ ਨੂੰ ਦਰਸ਼ਨ ਦਿੰਦੇ ਆ। ਇਹ ਬਚਪਨ ਹੈ ਗੁਰੂ ਗਰੀਬ ਨਵਾਜ ਜੀ ਦਾ। ਮੁਸਲਮਾਨ ਸਾਈਂ ਭੀਖਣ ਸ਼ਾਹ ਜੀ ਹੈ, ਉਹਨਾਂ ਲਈ ਉਹ ਅਵਤਾਰ ਨੇ, ਪੈਗੰਬਰ ਨੇ। ਪੰਡਿਤ ਸ਼ਿਵਦੱਤ ਜੀ ਹਿੰਦੂ ਹੈ, ਉਹਨਾਂ ਲਈ ਉਹ ਅਵਤਾਰ ਨੇ। ਗੁਰੂ ਗਰੀਬ ਨਵਾਜ ਦੀ ਸ਼ਖਸੀਅਤ ਇਹ ਹੈ। ਇੱਕ ਹੋਰ ਉੱਥੇ ਰਾਜਾ ਬੀਬੀ ਰਾਣੀ ਮੈਣੀ ਦੀ ਗੁਰਦੁਆਰਾ ਸਾਹਿਬ ਹੈ, ਜਿੱਥੇ ਉਹਨਾਂ ਦੇ ਬੱਚਾ ਨਹੀਂ ਸੀ, ਗੁਰੂ ਗਰੀਬ ਨਵਾਜ ਚਲੇ ਜਾਂਦੇ, ਉਹਨੂੰ ਮਾਂ ਕਹਿੰਦੇ, ਬੜਾ ਪਿਆਰ ਹੈ। ਔਰ ਜਿਹੜੇ ਬੱਚੇ ਨਾਲ ਖੇਡਦੇ ਹਨ ਉਹ ਗਰੀਬ ਨੇ। ਜਦੋਂ ਪਾਣੀ ਪੜ੍ਹਦੇ ਨਾ ਆਪਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਤੇ। ਜਿਹੜੇ ਉਹ ਬੱਚੇ ਖੇਡਦੇ ਆ ਗੁਰੂ ਗਰੀਬ ਨਵਾਜ ਨਾਲ, ਉਹ ਕਹਿੰਦੇ ਮਹਾਰਾਜ 36 ਤਰ੍ਹਾਂ ਦੇ ਪਦਾਰਥ ਵੀ ਹੁੰਦੇ ਆ ਕੋਈ ਛਕਣ ਨੂੰ, ਅਸੀਂ ਸੁਣਿਆ। ਹਜ਼ੂਰ ਫਿਰ ਲੈ ਜਾਂਦੇ ਆ ਅਤੇ ਮਾਈ ਬੀਬੀ ਮੈਣੀ ਕੋ ਮਾਤਾ ਉਹਨੂੰ ਜਾ ਕੇ ਕਹਿੰਦੇ ਨੇ ਵੀ ਪਦਾਰਥ ਤਿਆਰ ਕਰੋ, ਅਤੇ ਉਹ ਬੀਬੀ ਫਿਰ ਉਹ ਸਾਰੀ ਸੰਗਤ ਨੂੰ ਸੰਗਤ ਰੂਪ ਦੇ ਵਿੱਚ ਬਿਠਾਲ ਕੇ ਬਰਾਬਰ ਪ੍ਰਸ਼ਾਦਾ ਛਕਾਉਂਦੀ ਹੈ। ਉਹ ਕਦੇ ਹੋਇਆ ਨਹੀਂ ਇਤਿਹਾਸ ਦੇ ਵਿੱਚ ਕਿ ਰਾਣੀ ਉਹਨਾਂ ਬੱਚਿਆਂ ਨੂੰ ਜਿਹੜੇ ਬੜੇ ਕੋਈ ਨੀਵੇਂ ਹੈ, ਕੋਈ ਗਰੀਬ ਹੈ, ਕੋਈ ਕੁਝ ਹੈ, ਉਹਨਾਂ ਨੂੰ ਪ੍ਰਸ਼ਾਦਾ ਛਕਾਵੇ। ਪਰ ਇਹ ਗੁਰੂ ਗਰੀਬ ਨਵਾਜ ਦੀ ਸ਼ਖਸੀਅਤ ਹੀ ਹੈ ਕਿ ਨੀਵਿਆਂ ਨੂੰ ਸ਼ੁਰੂ ਤੋਂ ਉੱਚਾ ਦਰਜਾ ਦੇਣਾ। ਸੋ ਐਸਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਪਨ ਹੈ, ਐਸੀ ਸ਼ਖਸੀਅਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਇਹਦੇ ਵਿੱਚ ਭਾਈ ਪ੍ਰਦੀਪ ਸਿੰਘ ਜੀ ਅਸੀਂ ਹੋਰ ਜਿਹੜਾ ਬਚਨ ਕਰ ਦਈਏ ਵੀ ਆਪ ਜੀ ਨੇ ਗੱਲ ਬਹੁਤ ਸੋਹਣੀ ਕਹੀ ਵੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਰੂਪ ਆਪ ਸੀਗੇ, ਵੀ ਆਮ ਕੋ ਮਨੁੱਖ ਨਹੀਂ ਸੀ। ਅਤੇ ਜਿਹੜੇ ਲੋਕ ਦਲੀਲਾਂ ਦਿੰਦੇ ਫਿਰਦੇ ਆ ਜੀ ਸਾਡੇ ਪੰਥ ਦੇ ਵਿੱਚ ਜੀ ਆਹ ਕਰਤਾ ਉਹ ਕਰਤਾ, ਮੈਂ ਨੈਗੇਟਿਵ ਨਹੀਂ ਪਾਸੇ ਲੈ ਕੇ ਜਾਣਾ ਚਾਹੁੰਦਾ ਕਿਸੇ ਗੱਲ ਨੂੰ, ਪਰ ਉਹਨਾਂ ਦੇ ਸਵਾਲ ਦੇ ਜਵਾਬ ਆ ਵੀ ਮਹਾਰਾਜ ਆਮ ਇਨਸਾਨ ਸੀਗੇ, ਵੀ ਆਪਣੇ ਕਰਮਾਂ ਕਰਕੇ ਚੰਗੇ ਹੋ ਗਏ। ਵੀ ਤੁਸੀਂ ਜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਆ, ਅਸੀਂ ਸਾਰੇ ਮੰਨਦੇ ਹਾਂ ਅਤੇ ਹੈਗੇ ਵੀ ਆ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ, ਅਤੇ ਮਹਾਰਾਜ ਦੀ ਬਾਣੀ ਵਿੱਚ ਸਾਫ਼ ਲਿਖਿਆ ਆ ਕਿ ਕਲਯੁੱਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਸਰੂਪ ਧਾਰ ਕੇ ਆਏ ਆ। ਆਪਣਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹੀਏ ਜੇ ਆਪਾਂ, ਸਰਬ ਲੋਕ ਗ੍ਰੰਥ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਫ਼ ਲਿਖਿਆ ਆ, ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੁਭ ਬੰਸ ਪ੍ਰਧਾਨਾ। ਮਹਾਰਾਜ ਦੇ ਬਚਨ ਸਰਬ ਲੋਕ ਗ੍ਰੰਥ ਜੀ ਦੇ ਵਿੱਚ ਆਉਂਦੇ ਆ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਵਿੱਚ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਆਉਂਦੇ ਆ ਕਿ ਜਿਹੜੇ ਆਪਣੇ ਕਲਯੁੱਗ ਦੇ ਵਿੱਚ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਆ ਉਹ ਅਕਾਲ ਪੁਰਖ ਸਰੂਪ ਆਪ ਹੋ ਕੇ ਆਏ ਆ।
ਤੇ ਜਿਹੜੀ ਪੰਕਤੀ ਇਸ ਵੇਲੇ ਇੱਕਦਮ ਮੈਂ ਬਲੈਂਕ ਆਊਟ ਹੋ ਗਿਆ ਜੀ, ਵਿਸਰ ਗਈ ਆ ਮੈਨੂੰ। ਉਹ ਆ ਵੀ ਆਪ ਕਹਾਇਓ ਗੁਰੂ ਨਾਨਕ ਭਟਨ ਸੋਈਆਂ 'ਚ ਆਉਂਦੀ ਆ ਉਹ। ਤੇ ਜਦੋਂ ਮੈਂ ਹੁਣ ਇਸ ਵੇਲੇ ਇੱਕਦਮ ਮੈਂ ਵਿਸਰ ਗਈ, ਪਰ ਜਦੋਂ ਆਏ ਤਾਂ ਆਪਾਂ ਕਰਾਂਗੇ। ਪਰ ਇਹਦੇ ਵਿੱਚ ਦੁਬਿਧਾ ਜੇ ਸਾਡੇ ਵਿੱਚ ਆਪਣੇ ਆਪ ਦੇ ਵਿੱਚ ਆ, ਸਾਡੇ ਪ੍ਰਚਾਰਕ ਜੇ ਦੁਬਿਧਾ 'ਚ ਫਸੇ ਹੋ ਤਾਂ ਸੰਗਤ ਨੂੰ ਗੁੰਮਰਾਹ ਕਰ ਰਹੇ ਆ। ਉਹ ਤੋਂ ਸਾਨੂੰ ਸੁਚੇਤ ਹੋਣਾ ਪੈਣਾ ਆ। ਪਰ ਜਿਹੜੇ ਆਪ ਬਾਣੀ ਪੜ੍ਹਦੇ ਆ, ਜਿਹੜੇ ਆਪ ਅਭਿਆਸ ਕਰਦੇ ਬਾਣੀ ਦਾ, ਉਹਨਾਂ ਨੂੰ ਇਹ ਜਿਹੜੀ ਚੀਜ਼ ਹੈ ਉਹਦੀ ਜਾਗਰੂਕਤਾ ਹੋ ਗਈ। ਹਾਂਜੀ, ਅਸੀਂ ਰਹੋ ਵਿਚਾਰ, ਅਸੀਂ ਲੜੀ ਨੂੰ ਅੱਗੇ ਤੋਰੀਏ। ਅਸੀਂ ਇੱਥੇ ਪ੍ਰਦੀਪ ਸਿੰਘ ਜੀ ਨੇ ਦੱਸਿਆ ਹੁਣ ਤੱਕ ਜਿਹੜੇ ਨਵੇਂ ਜੁੜੇ ਸਾਡੇ ਨਾਲ, ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਭੀਖਣ ਸ਼ਾਹ ਜਦੋਂ ਆਉਂਦੇ ਆ ਪੀਰ ਜੀ, ਤੇ ਉਹਨਾਂ ਨੂੰ ਇਹ ਇੱਕ ਇਸ਼ਾਰਾ ਦਿੰਦੇ ਆ ਵੀ ਅਸੀਂ ਹਿੰਦੂਆਂ ਲਈ ਅਤੇ ਮੁਸਲਮਾਨਾਂ ਲਈ ਇਕੱਠੇ ਆਏ ਹਾਂ। ਛੋਟੀ ਅਵਸਥਾ ਦੇ ਵਿੱਚ ਕੁਝ ਉਹ ਮੋਹਰੇ ਰੱਖਦੇ ਆ ਭੀਖਣ ਸ਼ਾਹ ਜੀ, ਅਤੇ ਉਹਨਾਂ ਦਾ ਮਨ ਦੇ ਵਿੱਚ ਇਹ ਭਾਵ ਹੁੰਦੇ ਆ ਵੀ ਤੁਸੀਂ ਹਿੰਦੂਆਂ ਦੇ ਆ ਕਿ ਤੁਸੀਂ ਮੁਸਲਮਾਨਾਂ ਦੇ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ, ਕੁਛ ਦਿਨਾਂ ਦੀ ਅਵਸਥਾ ਵਿੱਚ ਦੋਵੇਂ ਹੱਥ ਜਿਹੜੇ ਅੱਗੇ ਪਸਾਰ ਕੇ ਦੋਹਾਂ ਕੁੱਜਾਂ ਦੇ ਹੱਥ ਰੱਖ ਦਿੰਦੇ ਆ ਵੀ ਅਸੀਂ ਸਾਰੇ ਲਈ ਆਏ ਹਾਂ। ਹਾਂਜੀ, ਰਹੋ ਵਿਚਾਰ ਜੀ। ਸੋ ਉਸ ਤੋਂ ਬਾਅਦ ਤਕਰੀਬਨ 5 ਸਾਲ ਹੈ ਉਮਰ ਗੁਰੂ ਗਰੀਬ ਨਵਾਜ ਦੀ। ਹਲੇ ਪਿਤਾ ਜੀ ਨਾਲ ਮੇਲ ਨਹੀਂ ਹੋਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਰਾਜਾ ਰਾਮ ਰਾਏ ਹੈ ਅਸਾਮ ਦਾ, ਉਹਦੇ ਕੋਲ ਪ੍ਰਚਾਰ 'ਤੇ ਗਏ ਨੇ, ਅਤੇ ਉਹਨਾਂ ਗੁਰੂ ਸਾਹਿਬ ਦੇ ਪ੍ਰਚਾਰ ਦੌਰੇ ਦੇ ਮਗਰ ਹੀ ਪਾਤਸ਼ਾਹ ਦਾ ਜਨਮ ਹੁੰਦਾ ਹੈ। ਹਜ਼ੂਰ ਸੁਨੇਹਾ ਭੇਜਦੇ ਆ ਵੀ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉੱਧਰ ਨੂੰ ਰਵਾਨਗੀ ਕਰੀਏ। ਅਤੇ ਜਦੋਂ ਸੱਚੇ ਪਾਤਸ਼ਾਹ ਪਟਨਾ ਛੱਡਦੇ ਆ, ਅਤੇ ਬੜਾ ਉਹ ਸੰਗਤਾਂ ਬਰਾਗ 'ਚ ਹੈ, ਅਤੇ ਗੁਰੂ ਗਰੀਬ ਨਵਾਜ ਪਟਨੇ ਤੋਂ ਅਨੰਦਪੁਰ ਸਾਹਿਬ ਨੂੰ ਚਾਲਾ ਪਾਉਂਦੇ, ਅਤੇ 5 ਸਾਲ ਦੀ ਉਮਰ ਹੈ ਜਦੋਂ ਹਜ਼ੂਰ ਪਿਤਾ ਜੀ ਨੂੰ ਮਿਲਦੇ ਆ ਔਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਆ। ਹੁਣ ਇੱਥੇ ਇਹ ਜਿਹੜੀ ਇਤਿਹਾਸਕ ਜਿਹੜੀ ਤੁਸੀਂ ਗੱਲ ਕੀਤੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਜੀ ਸ਼ਹੀਦੀ ਹੁੰਦੀ ਹੈ। ਪੰਡਤ ਕਿਰਪਾ ਰਾਮ ਮੂੰਹ 'ਚ ਘਾਹ ਹੈ। ਕੁਝ ਕੁ ਪੰਡਤ ਕਸ਼ਮੀਰ ਤੋਂ ਆਉਂਦੇ ਨੇ, ਉਹਨਾਂ ਦੀ ਬੜੀ ਮਾੜੀ ਹਾਲਤ ਹੈ, ਪਾਟੇ ਕੱਪੜੇ ਹੈ, ਚਿਹਰੇ ਉਹਨਾਂ ਦੇ ਢਲੇ ਹੋਏ ਨੇ, ਮੂੰਹ ਦੇ ਵਿੱਚ ਘਾਹ ਪਾ ਕੇ ਗੁਰੂ ਗਰੀਬ ਨਵਾਜ ਜੀ ਦੇ ਦਰਬਾਰ 'ਚ ਪਹੁੰਚਦੇ ਨੇ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ 4 ਸਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਹੋ ਚੁੱਕੀ ਹੈ। ਹਜ਼ੂਰ 9 ਸਾਲ ਦੀ ਉਮਰ ਹੈ। ਅਤੇ ਜਦੋਂ ਉਹਨਾਂ ਦੀ ਐਸੀ ਹਾਲਤ ਦੇਖਦੇ ਆ, ਬੜੇ ਫਰਿਆਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ 'ਚ ਪਹੁੰਚਦੇ ਆ। ਪਰ ਆਹ ਬੜਾ ਅਲੌਕਿਕ ਜਿਹਾ ਨਜ਼ਾਰਾ ਸੀ। ਹਜ਼ੂਰ ਪੁੱਛਦੇ ਨੇ ਵੀ ਇਹ ਕੀ ਕਾਰਨ ਆ। ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਨੇ ਵੀ ਇਹਨਾਂ ਦੇ ਧਰਮ ਨੂੰ ਖਤਰਾ ਹੈ, ਇਹ ਬੜੇ ਨਿਡਾਲ ਲੋਕ ਨੇ, ਬਸ ਇਹਨਾਂ ਦਾ ਚੱਲਦਾ ਨਹੀਂ, ਅਤੇ ਇਹਨਾਂ ਦਾ ਧਰਮ ਨੂੰ ਬਚਾਉਣ ਲਈ ਕਿਸੇ ਵੱਡੇ ਪੈਗੰਬਰ ਨੂੰ, ਵੱਡੀ ਸ਼ਖਸੀਅਤ ਨੂੰ ਸੀਸ ਬਲਿਦਾਨ ਕਰਨਾ ਪਵੇਗਾ, ਦਾਨ ਦੇਣਾ ਪਊ ਸੀਸ। 9 ਸਾਲ ਦੀ ਉਮਰ ਦੇ ਵਿੱਚ ਹਜ਼ੂਰ ਇਹ ਗੱਲ ਕਹਿ ਦਿੰਦੇ ਆ ਕਿ ਪਾਤਸ਼ਾਹ ਜੀ, ਆਪ ਤੋਂ ਵੱਡਾ ਬਲਿਦਾਨੀ, ਆਪ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਮਰਦ, ਕੋਈ ਸੂਰਮਾ, ਕੋਈ ਮੈਨੂੰ ਦਿਖਾਈ ਨਹੀਂ ਦੇ ਰਿਹਾ। ਸੋ ਭਾਵ ਕਿ ਇਹ ਸ਼ਹਾਦਤ ਜਿਹੜੀ ਹੈ, ਇਹ ਬਲਿਦਾਨ ਹੈ, ਇਹ ਆਪ ਜੀ ਦਿਓ। ਅਤੇ ਹਜ਼ੂਰ ਇਹ ਗੱਲ ਨੂੰ ਸਹਿਮਤੀ ਪ੍ਰਗਟ ਕਰਕੇ ਮਾਤਾ ਜੀ ਨਾਲ ਸਲਾਹ, ਸਿੱਖਾਂ ਨੂੰ ਨਾਲ ਲੈ ਕੇ, 5 ਸਿੱਖਾਂ ਨੂੰ ਨਾਲ ਲੈ ਕੇ ਹਜ਼ੂਰ ਫਿਰ ਦਿੱਲੀ ਦੀ ਧਰਤੀ ਵੱਲ ਨੂੰ ਰਵਾਨਾ ਹੋ ਜਾਂਦੇ ਨੇ। ਸੋ ਪ੍ਰਦੀਪ ਸਿੰਘ ਜੀ, ਤੁਹਾਡੀ ਗੱਲ ਇੱਥੇ ਜਾਣ ਤੋਂ ਪਹਿਲਾਂ ਤਿਆਗ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਵੀ ਕਿੰਨਾ, ਬਾਲ ਅਵਸਥਾ ਤੋਂ ਹੀ ਲੈ ਕੇ ਕਿੰਨਾ ਆ ਜੀ। ਜਿਹੜੀ ਪੰਕਤੀ ਦੀ ਅਸੀਂ ਗੱਲ ਕਰਦੇ ਸੀਗੇ, ਉਹ ਪੰਕਤੀ ਹੈਗੀ ਆ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਰਜ ਆ। ਅਤੇ ਮਹਾਰਾਜ ਆਪਣੀ ਬਾਣੀ 'ਚ ਆਪ ਲਿਖਦੇ, ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਕਿ ਭਿੰਨ ਭਿੰਨ ਕਿਹਨੂੰ ਜਿਨ ਕਿ ਜਿਹੜੇ ਲੋਕਾਂ ਨੇ ਭਿੰਨ ਭਿੰਨ ਕਰਕੇ ਪਹਿਲੀ ਪਾਤਸ਼ਾਹੀ ਨੂੰ, ਦੂਜੀ ਪਾਤਸ਼ਾਹੀ ਨੂੰ ਵੀ ਇਹ ਹੋਰ ਸੇ, ਅਤੇ ਤੀਜੀ ਪਾਤਸ਼ਾਹੀ ਹੋਰ ਸੀਗੀ, ਕਹਿੰਦੇ ਭਿੰਨ ਭਿੰਨ ਕਰ ਜਾਣਾ, ਅਤੇ ਉਹਨਾਂ ਨੂੰ ਨਾ ਮਹਾਰਾਜ ਸੱਚੇ ਪਾਤਸ਼ਾਹ ਭੇਦ ਨਹੀਂ ਪਤਾ ਲੱਗਾ। ਅਤੇ ਜਿਹਨਾਂ ਨੇ ਇੱਕ ਕਰਕੇ ਜਾਣਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਉਹੀ ਆ, ਧੰਨ ਗੁਰੂ ਨਾਨਕ, ਜੋ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ ਸੀਗੇ, ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੱਕ, ਜਿਹੜੀ ਸਾਡੀ 10 ਪਾਤਸ਼ਾਹੀਆਂ ਸਾਡੇ ਸਰਗਮ ਸਰੂਪ ਦੇ ਵਿੱਚ, ਅਤੇ 11ਵੀਂ ਪਾਤਸ਼ਾਹੀ ਵੀ ਸਰਗਮ ਸਰੂਪ ਦੇ ਵਿੱਚ ਹੈ, ਜਿਹੜੀ ਦੇਖੀ ਜਾ ਸਕਦੀ ਮਾਇਆ ਦੇ ਵਿੱਚ। ਉਹ ਜਿਹੜੇ 11 ਅਤੇ 11 ਜਿਹੜੇ ਰੂਪ ਆ, ਉਹ ਆਪਣੇ ਜੇ ਆਪਾਂ ਗੁਰੂ ਮੰਨਦੇ ਉਹਨਾਂ ਨੂੰ, ਤਾਂ ਹੈਗੇ ਵੀ ਆ ਸਾਡੇ ਗੁਰੂ। ਅਤੇ ਜਿਨ੍ਹਾਂ ਨੇ ਇੱਕ ਸੁਰ ਕਰਕੇ ਜਾਣਿਆ ਵੀ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਆ, ਉਹੀ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦਰਸ਼ਨ ਆ, ਸਿੱਧ ਉਹਨਾਂ ਨੂੰ ਪ੍ਰਾਪਤ ਹੋਈ ਆ। ਜਾਣੀ ਸੁਰਤੀ ਜਿਹੜੀ ਆ ਸਿੱਖੀ ਵਿੱਚ ਤਰੱਕੀ ਉਹਨਾਂ ਨੂੰ ਪ੍ਰਾਪਤ ਹੋਈ ਆ। ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੈ ਸਿੱਧ ਹਾਥ ਨਾਈ। ਜਿਹੜੇ ਨਹੀਂ ਇਸ ਚੀਜ਼ ਨੂੰ ਸਮਝ ਸਕੇ, ਇਸ ਭੇਦ ਨੂੰ ਸਮਝ ਸਕੇ, ਵੀ ਉਹਨਾਂ ਨੂੰ ਫਿਰ ਸਿੱਧੀ ਪ੍ਰਾਪਤ ਨਹੀਂ ਹੋਈ, ਜਾਣੀ ਉਹਨਾਂ ਨੂੰ ਗਿਆਨ ਨਹੀਂ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਪੂਰਨ ਤੌਰ 'ਤੇ ਨਹੀਂ ਪ੍ਰਾਪਤ ਹੋਈ। ਅਸੀਂ ਸਾਰੇ ਚਲੋ ਰਹੋ ਵਿਚਾਰ ਕਰੀਏ ਵੀ ਹੁਣ ਅਕਾਲ ਪੁਰਖ ਦੀ ਸ਼ਖਸੀਅਤ ਸੀਗੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਅਤੇ ਆਪ ਅਕਾਲ ਪੁਰਖ ਜਾ ਰਹੇ ਆ ਹੁਣ ਮਜਲੂਮਾਂ ਦੀ ਰੱਖਿਆ ਦੇ ਲਈ ਜੀ। ਸੋ ਸੱਚੇ ਪਾਤਸ਼ਾਹ ਜੀ ਉੱਥੇ 4 ਸਿੱਖਾਂ ਦੇ ਨਾਲ, 5 ਸਿੱਖਾਂ ਨਾਲ ਇੱਥੇ ਜਾਂਦੇ ਨੇ, ਔਰ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ ਔਰ ਭਾਈ ਉਦਾ ਜੀ, 5 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ। 3 ਸਿੱਖ ਜਿਹੜੇ ਸੀ ਉਹ ਸ਼ਹੀਦੀ ਦੇ ਦਿੰਦੇ, ਗੁਰੂ ਸਾਹਿਬ ਜੀ ਸ਼ਹੀਦੀ ਦੇ ਦਿੰਦੇ, ਬਲਿਦਾਨ ਹੋ ਜਾਂਦਾ। ਉਹ ਇਤਿਹਾਸ ਕਿਸੇ ਫਿਰ ਆਪਾਂ ਬੜਾ ਲੰਮਾ ਹੈ। ਖੈਰ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਬਾਬਾ ਜੀਵਨ ਸਿੰਘ ਜੀ, ਜਿਹੜੇ ਬਾਅਦ 'ਚੋਂ ਉਹਨਾਂ ਦਾ ਨਾਮ ਜੀਵਨ ਸਿੰਘ ਬਣਦਾ, ਭਾਈ ਜੈਤਾ ਜੀ, ਉਹ ਲੈ ਕੇ ਆਉਂਦੇ ਰੰਗਰੇਟੇ।
ਤੇ ਭਾਈ ਜੈਤਾ ਜੀ ਰੰਗਰੇਟੇ ਉਹ ਸੀਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉੱਥੋਂ ਲੈ ਕੇ ਦਿੱਲੀ ਤੋਂ ਉਸ ਸਮੇਂ ਹਕੂਮਤ ਤੇ ਖਿਲਾਫ ਇਹ ਬੜਾ ਵੱਡਾ ਐਲਾਨ ਸੀ, ਇੱਕ ਬਲੀਦਾਨ ਦੇਣਾ। ਫਿਰ ਉਹ ਜਿਹੜਾ ਸਰੀਰ ਹੈ ਉਹ ਹਕੂਮਤ ਨੂੰ ਮਿਲਦਾ ਨਹੀਂ। ਔਰ ਉਸ ਵੇਲੇ ਬੜੀ ਅੱਜ ਵੀ ਦਿੱਲੀ 'ਚੋਂ ਕੋਈ ਇਹੋ ਜਿਹੀ ਘਟਨਾ ਹੋਵੇ ਤੇ ਬੜਾ ਸਿਕਿਉਰਿਟੀ ਹੁੰਦੀ ਹੈ, ਬੜੀਆਂ ਪੁਲਿਸਿਸ ਹੁੰਦੀਆਂ, ਵੱਖਰੀਆਂ ਏਜੰਸੀਆਂ ਬੈਠੀਆਂ ਹੁੰਦੀਆਂ, ਫੌਜ ਹੈ, ਔਰ ਉਹਦੇ ਵਿੱਚੋਂ ਇੱਕ ਬੜਾ ਵੱਡਾ ਦਲੇਰਾਨਾ ਇਹ ਐਕਸ਼ਨ ਸੀ। ਸੋ ਇੱਥੇ ਪ੍ਰਦੀਪ ਸਿੰਘ ਜੀ ਗੱਲ ਕਰੀਏ ਵੀ ਭਾਈ ਜੈਤਾ ਜੀ ਦੇ ਪਿਤਾ ਜੀ ਜਿਹੜੇ ਸੀਗੇ ਸਦਾਨੰਦ ਜੀ, ਸਦਾਨੰਦ ਜੀ, ਉਹਨਾਂ ਦਾ ਕਿੱਡਾ ਵੱਡਾ ਜਿਗਰਾ ਸੀਗਾ ਜੀ। ਜੀ ਕਿ ਉੱਥੇ ਕਹਿੰਦੇ ਜਦੋਂ ਇਤਿਹਾਸ ਵਿੱਚ ਆਉਂਦਾ ਵੀ ਹਨੇਰੀ ਚੱਲੀ ਹੈ, ਤੁਸੀਂ ਆਪ ਜਾਣੀ ਇਸ ਚੀਜ਼ ਤੋਂ, ਤੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਹਨੇਰੀ ਆ, ਇੱਥੇ ਹਫੜਾ ਦਫੜੀ ਪਈ ਆ, ਤੂੰ ਮੇਰਾ ਸਿਰ ਕਲਮ ਕਰ ਦੇ। ਤੇ ਇਹਨਾਂ ਨੂੰ ਕਿਉਂਕਿ ਮੇਰਾ ਜਿਹੜਾ ਸਰੀਰ ਦਾ ਸੰਡੌਲ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਨਾਲ ਮਿਲਦਾ, ਤੇ ਕਹਿੰਦੇ ਵੀ ਉੱਥੇ ਉਹਨੇ ਆਪਣਾ ਸਰੀਰ ਬਲਿਦਾਨ ਕਰਤਾ। ਤੇ ਭਾਈ ਜੈਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਤੇ ਉਹਨਾਂ ਦੀ ਦੇਹ ਨੂੰ ਲੈ ਕੇ ਚੱਲ ਗਏ, ਤੇ ਮੁਗਲ ਸੋਚਦੇ ਰਹੇ ਵੀ ਸਦਾਨੰਦ ਜੀ। ਹਾਂਜੀ, ਦੇਖੋ ਇਹ ਨਾ ਜਦੋਂ ਇਤਿਹਾਸ ਨੂੰ ਆਪਾਂ ਦੇਖਦੇ ਹਾਂ ਇਹਨਾਂ ਸਿੰਘਾਂ ਦੀਆਂ, ਗੁਰੂ ਗਰੀਬ ਨਿਵਾਜ ਜੀ ਇਹਨਾਂ ਦੀ, ਜਦੋਂ ਆਪਾਂ ਪਹਿਲਾਂ ਗੱਲ ਕੀਤੀ ਹੈ ਰਾਣੀ ਮੈਣੀ ਦੀ, ਇਹ ਸੱਚੇ ਪਾਤਸ਼ਾਹ ਜੀ ਨੇ ਕਦੇ ਕਿਸੇ ਨੇ ਜਾਤ ਪਾਤ ਸਿੱਖ ਧਰਮ 'ਚ ਇਸ ਚੀਜ਼ਾਂ ਤੋਂ ਬਹੁਤ ਉੱਚੀ ਅਵਸਥਾ 'ਚ ਸਿੱਖਾਂ ਨੂੰ ਲੈ ਗਏ। ਰੰਗਰੇਟੇ ਅੱਜ ਜੇ ਆਪਾਂ ਦੇਖੀਏ ਜਾਤ ਪਾਤਾਂ 'ਚੋਂ, ਫਿਰ ਆਪਾਂ ਨੂੰ ਉਹੀ ਪੁਰਾਣਾ ਦੌਰ ਸ਼ੁਰੂ ਕਰਨ ਦੀ ਕਈ ਤਾਕਤਾਂ ਹੁੰਦੀਆਂ, ਚਾਹੁੰਦੀਆਂ ਵੀ ਉੱਥੇ, ਪਰ ਇਹ ਮਜਬੀ ਸਿੰਘ 'ਚੋਂ ਭਾਈ ਰੰਗਰੇਟਾ ਜੀ ਆਉਂਦੇ ਹੈ। ਔਰ ਬੜੀ ਕੌਮ ਦੀ ਬੜੀ ਵੱਡੀ ਇੱਕ ਪਾਵਰ ਹੈ, ਅੱਜ ਵੀ ਹੈ, ਉਹ ਬੜੇ ਮਜ਼ਹਬ ਦੇ ਪੱਕੇ ਜਿਨ੍ਹਾਂ ਨੂੰ ਕਹਿੰਦੇ ਆ। ਸੋ ਭਾਈ ਰੰਗਰੇਟਾ ਜੀ ਦਾ ਇਹ ਵੱਡਾ ਨਾਮ ਹੈ। ਇਸ ਦਾ ਇੱਕ ਇਤਿਹਾਸ ਦੀ ਇੱਕ ਛੋਟੀ ਜਿਹੀ ਗੱਲ ਭਾਈ ਬਾਬੇ ਜੀਵਨ ਸਿੰਘ ਦੇ ਨਾਲ ਮੈਂ ਇੱਕ ਐਡ ਕਰ ਦਿਆਂ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਚਮਕੌਰ ਦੀ ਗੜੀ ਦੇ ਵਿੱਚ, ਤੇ ਬਾਬੇ ਜੀਵਨ ਸਿੰਘ ਨਾਲ ਹੀ ਸੀ ਗੁਰੂ ਗਰੀਬ ਨਿਵਾਜ ਦੇ ਚਮਕੌਰ ਦੀ ਜੰਗ ਦੇ ਵਿੱਚ, ਤੇ ਗੁਰੂ ਗਰੀਬ ਨਿਵਾਜ ਥੱਲੇ ਆਉਂਦੇ ਆ, ਤੇ ਬਾਬੇ ਜੁਝਾਰ ਸਿੰਘ ਆ ਕੇ ਅੱਗੇ ਖਲੋ ਜਾਂਦੇ ਆ, ਤੇ ਸੱਚੇ ਪਾਤਸ਼ਾਹ ਜੀ ਪੁੱਛਦੇ ਹਾਂ ਜੀ ਦੱਸੋ, ਤੇ ਉਹ ਆਂਦੇ ਵੀ ਗਰੀਬ ਨਿਵਾਜ ਮੈਂ ਅਸੀਂ ਇਕੱਠੇ ਖੇਡੇ, ਇਕੱਠੇ ਸਾਰਾ ਕੁਝ, ਉਹ ਆਪਾਂ ਅੱਗੇ ਇਤਿਹਾਸ 'ਚ ਜ਼ਿਕਰ ਕਰਾਂਗੇ, ਤੇ ਮੈਨੂੰ ਕਿਰਪਾ ਕਰੋ, ਮੈਨੂੰ ਇਹ ਜੰਗ 'ਚ ਮੇਰੇ ਭਰਾ ਤੋਂ ਕੋਲ ਜਾ ਕੇ ਅਸੀਂ ਇਕੱਠੇ ਸ਼ਹੀਦੀ ਪਾਣੀ ਚਾਹੁੰਦੇ ਸੀ, ਪਰ ਭਾਈ ਸਾਹਿਬ ਵੱਡੇ ਵੀਰ ਜੀ ਭਾਈ ਅਜੀਤ ਸਿੰਘ ਹੋਣੀ ਸ਼ਹੀਦੀ ਪਾ ਚੁੱਕੇ, ਆਪਾਂ ਮੈਂ ਵੀ ਚਾਹੁੰਦਾ। ਜਦੋਂ ਇਹ ਗੱਲ ਕਹਿੰਦੇ ਆ ਤੇ ਬਾਬੇ ਜੀਵਨ ਸਿੰਘ ਹੱਥ ਜੋੜ ਕੇ ਖਲੋ ਜਾਂਦੇ ਆ। ਭਾਵਨਾ ਦੇਖੋ ਸਿੱਖ ਦੀ ਕਿੱਡੀ। ਤੇ ਗੁਰੂ ਗਰੀਬ ਨਿਵਾਜ ਬਾਬੇ ਜੀਵਨ ਸਿੰਘ ਨੇ ਅੱਗੇ ਆ ਕੇ ਬੇਨਤੀ ਕਿ ਪਾਤਸ਼ਾਹ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਗੁਰੂ ਗਰੀਬ ਨਿਵਾਜ ਬਾਬੇ ਜੁਝਾਰ ਸਿੰਘ ਨੂੰ ਕਿਹਾ ਵੀ ਤਿਆਰੀ ਕਰੋ ਜੰਗ ਦੀ, ਤੇ ਸਾਜ਼ ਬਾਜ਼ ਆਪਣੇ ਪਾਓ, ਤਿਆਰੀ ਵਿੱਚ ਤਿਆਰ ਹੋ ਜਾਓ, ਜੰਗ ਦੀ ਅਗਲੇ ਜਥੇ ਦੀ ਕਮਾਂਡ ਤੁਸੀਂ ਕਰੋਗੇ। ਇੰਨੀ ਗੱਲ ਬਾਬੇ ਜੀਵਨ ਸਿੰਘ ਹੱਥ ਜੋੜ ਕੇ ਬੇਨਤੀ ਕਰਦੇ, ਹਜ਼ੂਰ ਮੇਰੀ ਕਿਰਪਾ ਕਰੋ, ਮੇਰਾ ਬਚਨ। ਹਜ਼ੂਰ ਕਹਿੰਦੇ ਦੱਸੋ। ਸੱਚੇ ਪਾਤਸ਼ਾਹ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਦੱਸੋ। ਬਾਬੇ ਜੀਵਨ ਸਿੰਘ ਕਹਿੰਦੇ ਵੀ ਮਹਾਰਾਜ ਮੈਂ ਤੁਹਾਨੂੰ ਚੇਤਾ ਜੇ ਮੈਂ ਉਹ ਸੀਸ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਿੱਲੀ ਤੋਂ ਲੈ ਕੇ ਆਇਆ ਸਾਂ। ਗੁਰੂ ਜੀ ਨੂੰ ਕਹਿੰਦੇ ਬਿਲਕੁਲ ਯਾਦ ਹੈ। ਬਾਬਾ ਜੀਵਨ ਸਿੰਘ ਜੀ ਇੱਕ ਗੱਲ ਯਾਦ ਹੈ, ਤੇ ਮਹਾਰਾਜ ਤੁਸੀਂ ਮੈਨੂੰ ਅੱਜ ਬਾਬੇ ਜੀਤ ਸਿੰਘ ਦੀ ਸੀਸ ਉਹ ਸਾਹਮਣੇ ਪਿਆ, ਅੱਜ ਮੈਂ ਬੜਾ ਮਜਬੂਰ ਆ, ਬੜਾ ਆਪਣੇ ਆਪ 'ਚ ਹੋਰ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਸਾਹਮਣੇ ਸੀਸ, ਤੇ ਮੈਂ ਚਾਹੁੰਦਾ ਵਾਂ ਵੀ ਉਹ ਚੱਕ ਕੇ ਤੁਹਾਡੇ ਕੋਲ ਲੈ ਕੇ ਜਾ, ਪਰ ਹਾਲਾਤ ਕੁਝ ਹੋਰ ਨੇ। ਭਾਵਨਾ ਦੇਖੋ ਨਾ ਸਿੱਖ ਦੀ, ਉਹੀ ਸਿੱਖ ਹੈ ਜਿਹੜਾ ਦਿੱਲੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਆ ਰਿਹਾ। ਤੇ ਗੁਰੂ ਗਰੀਬ ਨੂੰ ਅੱਜ ਕਹਿੰਦੇ ਵੀ ਮਿੱਟੀ ਆ, ਮਿੱਟੀ ਨਾਲ ਮੋਹ ਨਹੀਂ ਕਰੀਦਾ ਜੀਵਨ ਸਿਆ। ਵਾਹਿਗੁਰੂ। ਤੇ ਬਾਬਾ ਜੀ ਕਹਿੰਦੇ ਵੀ ਸੱਚੇ ਪਾਤਸ਼ਾਹ ਚਲੋ ਮਿੱਟੀ ਨਾਲ ਮੋਹ ਨਹੀਂ ਕਰੀਦਾ, ਮੇਰਾ ਇੱਕ ਵਚਨ ਹੋਰ ਹੈ, ਕਿਰਪਾ ਕਰੋ। ਛੋਟੇ ਸਾਹਿਬਜ਼ਾਦੇ ਦਾ ਪਤਾ ਕੋਈ ਨਹੀਂ, ਇੱਕ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜਿਹੜੀ ਸਾਡੇ ਸਿੱਖਾਂ ਨੂੰ ਜਾਨ ਤੋਂ ਵੀ ਪਿਆਰੇ ਸੀ, ਉਹ ਸ਼ਹੀਦ ਹੋ ਚੁੱਕੇ ਨੇ। ਬਾਬਾ ਜੀ ਬਾਬੇ ਜੁਝਾਰ ਸਿੰਘ ਤੋਂ ਹੋਇਆ, ਤੁਸੀਂ ਕਿਰਪਾ ਕਰੋ ਇਹਨਾਂ ਨੂੰ ਆਪਣੇ ਕੋਲ ਰੱਖ ਲਓ, ਜੰਗ 'ਚ ਕੋਈ ਹੋਰ ਸਿੰਘ ਚੱਲ ਜਾਂਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਕਹਿੰਦੇ ਵੀ ਬਾਬਾ ਜੀਵਨ ਸਿੰਘ ਜੀ ਤੁਹਾਨੂੰ ਸਾਰੀ ਗੱਲ ਚੇਤੇ ਜੀ, ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਆਉਣਾ ਸਾਰਾ ਉਹਦੇ 'ਚ ਬਿਲਕੁਲ ਚੇਤੇ ਆ। ਤੇ ਹਜ਼ੂਰ ਕਹਿੰਦੇ ਵੀ ਉਦੋਂ ਚੇਤਾ ਨਹੀਂ ਸੀ ਜਦੋਂ ਤੁਸੀਂ ਆਏ ਸੀ, ਤੇ ਤੁਹਾਨੂੰ ਇੱਕ ਵਚਨ ਕੀਤਾ ਸੀ ਰੰਗਰੇਟੇ ਗੁਰੂ ਕੇ ਬੇਟੇ। ਉਹ ਕਹਿੰਦੀ ਹਾਂਜੀ ਮੈਨੂੰ ਬਿਲਕੁਲ ਮਹਾਰਾਜ, ਸਾਨੂੰ ਕੋਈ ਗੱਲ ਨਾਲ ਨਹੀਂ ਸੀ ਲਾਉਂਦਾ। ਆਪ ਜੀ ਨੇ ਏਡੀ ਵੱਡੀ ਇਹ ਇਤਿਹਾਸ ਦੇ ਵਿੱਚ ਇੱਕ ਘਟਨਾ ਹੈ, ਹੋਰ ਕੋਈ ਘਟਨਾ ਦੇ ਬਰਾਬਰ ਨਹੀਂ ਮਿਲਦੀ। ਮੈਨੂੰ ਇੱਕ ਗੱਲ ਚੇਤੇ ਹਜ਼ੂਰ। ਤੇ ਹਜ਼ੂਰ ਕਹਿੰਦੇ ਇਤਿਹਾਸ 'ਚ ਕੋਈ ਇਹੋ ਜਿਹਾ ਪਿਓ ਹੈਗਾ ਜਿਹੜਾ ਪੁੱਤਰਾਂ 'ਚ ਫਰਕ ਕਰੇ? ਉਹ ਕਹਿੰਦੇ ਮਹਾਰਾਜ ਸਮਝੇ ਨਹੀਂ। ਹਜ਼ੂਰ ਕਹਿੰਦੇ ਮੇਰੇ ਲਈ ਜੁਝਾਰ ਸਿੰਘ ਸ਼ਹੀਦ ਹੋ ਜਾਏ ਤੇ ਬਾਬਾ ਜੀਵਨ ਸਿੰਘ ਬਾਜੇ ਇੱਕੋ ਹੀ ਗੱਲ ਹੈ। ਉਹ ਪਿਓ ਹੋਰ ਹੋਣਗੇ ਜਿਹੜੇ ਪੁੱਤਰਾਂ 'ਚ ਫਰਕ ਕਰਦੇ ਆ। ਗੁਰੂ ਗੋਬਿੰਦ ਸਿੰਘ ਇੱਥੋਂ ਪਤਾ ਲੱਗਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਅਸਲ ਵਿੱਚ ਅਕਾਲ ਪੁਰਖ ਸਰੂਪ ਸੀਗੇ, ਵੀ ਜਿਹੜਾ ਨੇ ਅਸੀਂ ਭਾਵੇਂ ਅੱਜ ਦੇ ਦੌਰ ਦੇ ਵਿੱਚ ਭਾਈ ਪ੍ਰਦੀਪ ਸਿੰਘ ਜੀ ਭੁੱਲ ਗਏ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪਿਤਾ, ਪਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਬਚਨ ਆਪਣੇ ਭੁੱਲੇ ਵੀ ਅਸੀਂ ਪੁੱਤਰ ਕਹੇ ਆ, ਤੇ ਪੁੱਤਰ ਹੀ ਸਮਝ ਆਇਆ ਉਹਨੇ। ਹਾਂਜੀ ਜੀ। ਸੋ ਇਸ ਇਤਿਹਾਸ ਦੀ ਘਟਨਾ ਹੈ। ਗੁਰੂ ਸਾਹਿਬ ਦਾ ਸੀਸ ਜਦੋਂ ਬਾਬੇ ਜੀਵਨ ਸਿੰਘ ਲੈ ਕੇ ਆਉਂਦੇ ਹੈ, ਤੇ ਉੱਥੇ ਗੁਰੂ ਗਰੀਬ ਨਿਵਾਜ ਪੁੱਛਦੇ ਵੀ ਉਹ ਸੰਸਕਾਰ ਅੱਜ ਸੀਸਗੰਜ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ, ਉੱਥੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉੱਥੇ ਸੰਸਕਾਰ ਹੁੰਦਾ ਹੈ। ਹਜ਼ੂਰ ਪੁੱਛਦੇ ਵੀ ਉੱਥੇ ਕੋਈ ਸਿੱਖ ਕੋਈ ਹੋਰ ਕੁਝ? ਉਹ ਕਹਿੰਦੇ ਮਹਾਰਾਜ ਕੋਈ ਸਿੱਖ ਦਿਖਿਆ ਨਹੀਂ।
ਹੋਣਗੇ ਮਹਾਰਾਜ ਸੱਚੇ ਪਾਤਸ਼ਾਹ 1200 ਘਰ ਸਿੱਖਾਂ ਦਾ ਸਿੱਖ ਹੋਣਗੇ ਹੀ, ਪਰ ਮੈਨੂੰ ਕੋਈ ਨਜ਼ਰ ਹੀ ਨਹੀਂ ਪਿਆ। ਅਤੇ ਗੁਰੂ ਗਰੀਬ ਨਵਾਜ ਉਸ ਉਮਰ ਦੇਖੋ ਨਾ, 9 ਸਾਲ ਦੀ ਉਮਰ ਦੇ ਵਿੱਚ ਇੱਕ ਗੱਲ ਕਹਿੰਦੇ ਵੀ ਹਜ਼ੂਰ ਸੱਚੇ ਪਾਤਸ਼ਾਹ ਕੋਈ ਗੱਲ ਨਹੀਂ, ਮੈਂ ਪੰਥ ਹੀ ਐਸਾ ਬਣਾਊਂਗਾ ਜੇ ਕੋਈ ਲੁਕਣਾ ਵੀ ਚਾਹਵੇ ਲੁਕ ਨਹੀਂ ਸਕੇਗਾ, ਛੁਪ ਨਹੀਂ ਸਕੇਗਾ। ਜਿਹੜੀ ਗੱਲ ਬਾਅਦ ਚੋਂ ਗੱਲ ਦੇ ਜਦੋਂ ਬਾਬੇ ਇਤਿਹਾਸ ਅੱਗੇ ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਆਉਂਦਾ ਹੈ, ਉਹ ਵੀ ਇਹੀ ਗੱਲ ਆਉਂਦੀ ਹੈ ਨਾ ਵੀ ਇਹ ਲੁਕੇ ਹੋਏ ਸਿੱਖ ਹੈ। ਅਤੇ ਉਹ ਕਹਿੰਦੇ ਉਹ ਬਿਲਕੁਲ ਉਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਕਰਦੇ ਆ ਵੀ ਸਿੱਖ ਲੁਕ ਨਹੀਂ ਸਕਣਗੇ। ਸੋ ਇਹ ਗੁਰੂ ਸਾਹਿਬ ਦਾ 9 ਸਾਲ ਦੀ ਉਮਰ ਹੈ, ਹਜ਼ੂਰ ਉਸ ਤੱਕ ਗੁਰਤਾ ਗੱਦੀ ਦੇ ਬਿਰਾਜਮਾਨ ਹੁੰਦੇ ਆ। ਤਾਂ ਉੱਥੋਂ ਇਹ ਸ਼ੁਰੂਆਤ ਹੁੰਦੀ ਹੈ, ਇਹ ਜਿਹੜੀ ਜੰਗ ਹੈ ਅਨੰਦਪੁਰ ਸਾਹਿਬ ਦੀ। ਗੁਰੂ ਗਰੀਬ ਨਵਾਜ ਉਸ ਦਿਨ ਤਕਰੀਬਨ 12 ਸਾਲ ਦੀ ਉਮਰ ਹੈ ਜਦੋਂ ਰਣਜੀਤ ਨਗਾਰਾ ਤਿਆਰ ਹੁੰਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਜਿੱਥੋਂ ਇਹ ਕੰਮ ਜਿੱਥੋਂ ਸ਼ੁਰੂ ਹੋਣਾ। ਜਦੋਂ ਰਣਜੀਤ ਨਗਾਰੇ 'ਤੇ ਚੋਟਾਂ ਲੱਗਦੀਆਂ ਅਤੇ ਉਹੀ 52 ਜਿਹੜੇ ਰਾਜੇ ਗੁਰੂ ਗਰੀਬ ਨਵਾਜ ਨੇ ਛਡਾਏ ਸੀ, ਉਹਨਾਂ ਦੇ ਹੀ ਅੱਗਿਓਂ ਪੋਤੇ ਭੀਮ ਚੰਦ ਹੋਣੀ, ਕੇਸਰੀ ਚੰਦ ਅਤੇ ਹੋਰ ਹਰੀ ਚੰਦ, ਜਿੰਨੇ ਰਾਜੇ ਹੈ ਇਹ ਸਾਰੇ ਉਹੀ ਨੇ, ਉਹਨਾਂ ਦੀ ਇਹਨਾਂ ਦੇ ਪਰਿਵਾਰ 'ਚੋਂ ਔਲਾਦ ਬਾਜੀ ਦੀ। ਅਤੇ ਉਹ ਡਰ ਜਾਂਦੇ ਵੀ ਇਹ ਕੌਣ ਹੈ ਯਾਰ, ਸਾਡੀ ਰਿਆਸਤਾਂ ਆ, ਗੁਰੂ ਗਰੀਬ ਨਵਾਜ ਇੱਥੇ, ਅਸੀਂ ਇਹਨਾਂ ਨੂੰ ਪੀਰ ਫਕੀਰਾਂ ਦਾ ਤਖਤਾ ਠੀਕ ਸੀ, ਨਮਸਕਾਰਾਂ ਸੰਗਤ ਆਉਂਦੀ ਹੈ, ਲੰਗਰ ਛਕ ਲੈਂਦੀ ਹੈ। ਅੱਜ ਵੀ ਇਹੀ ਹਾਲਾਤ ਹੈ, ਤੁਸੀਂ ਲੰਗਰ ਲਾ ਦਿਓ, ਤੁਸੀਂ ਕੁਝ ਲਾ ਦਿਓ, ਤੁਹਾਨੂੰ ਬੜਾ। ਅਤੇ ਜਿੱਦਣ ਤੁਸੀਂ ਗੱਲ ਕੋਈ ਹੱਕ ਦੀ ਕਰੋ ਅਤੇ ਹਕੂਮਤਾਂ ਨੂੰ ਹੁੰਦਾ ਵੀ ਇਹ ਗੱਲ ਨਾ ਕਰਨ, ਹੈ ਨਾ। ਅਤੇ ਜਿਹੜੀ ਹੱਕ ਦੀਆਂ ਗੱਲਾਂ ਨੇ ਉਹਦੇ ਤੋਂ ਕਈ ਵਾਰੀ ਹਕੂਮਤਾਂ ਡਰ ਜਾਂਦੀਆਂ। ਸੋ ਖੈਰ ਭੀਮ ਚੰਦ ਜਿਹੜਾ ਹੁੰਦਾ ਹੈ ਉਹਦੇ ਮਨ 'ਚ ਬੜਾ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਲਈ ਹਿਰਖ ਜਿਹਾ ਆਉਂਦਾ ਹੈ ਵੀ ਇਹ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਕਿਉਂਕਿ ਉਹਦੀ ਰਿਆਸਤ ਨਾਲ ਹੈ, ਉਹ ਬੜਾ ਕਲਪਦਾ ਹੈ। ਅਤੇ ਇਹਨੂੰ ਉਹਨਾਂ ਹੀ ਸਮਿਆਂ ਦੇ ਵਿੱਚ ਅਸਾਮ ਦਾ ਰਾਜਾ ਜਿੱਥੇ ਗੁਰੂ ਗਰੀਬ ਨਵਾਜ ਗਏ, ਰਾਮ ਰਾਏ, ਉਹਦਾ ਪੁੱਤਰ ਰਤਨ ਰਾਏ, ਰਾਮ ਰਾਏ ਪੂਰਾ ਹੋ ਜਾਂਦਾ ਜਿੱਥੇ ਅਸਾਮ ਗੁਰੂ ਤੇਗ ਬਹਾਦਰ ਸਾਹਿਬ ਗਏ ਸੀ, ਉਹਦਾ ਜਿਹੜਾ ਪੁੱਤਰ ਹੈ ਰਤਨ ਰਾਏ, ਉਹ ਆਪਣੀ ਮਾਤਾ ਨੂੰ ਪੁੱਛਦਾ ਵੀ ਮਤਲਬ ਇਹ ਕਿਸ ਤਰੀਕੇ ਨਾਲ ਗੁਰੂ ਸਾਹਿਬ ਦੀਆਂ ਗੱਲਾਂ, ਉਹਦੀ ਮਾਤਾ ਦੱਸਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸਨ, ਤੇਰੇ ਪਿਤਾ ਨੂੰ ਇਹ ਸਾਰਾ ਕੁਝ ਇਸ ਤਰੀਕੇ ਨਾਲ। ਅਤੇ ਉਹ ਕਹਿੰਦਾ ਜੀ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ। ਅਤੇ ਹਜੂ ਉਹਦੀ ਮਾਂ ਦੱਸਦੀ ਹੈ ਵੀ ਹੁਣ ਤਾਂ ਗੁਰਤਾ ਗੱਦੀ ਅਤੇ ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਦਰਸ਼ਨ ਕਰਨ ਆਉਂਦਾ ਅਤੇ ਉਹ ਕਈ ਤਰ੍ਹਾਂ ਦੇ ਸ਼ਸਤਰ ਬਸਤਰ ਅਸਤਰ ਲੈ ਕੇ ਆਉਂਦਾ ਹੈ ਹਜ਼ੂਰ ਲਈ। ਉਹਦੇ ਵਿੱਚੋਂ ਕੁਝ ਸ਼ਸਤਰ ਜਿਵੇਂ ਸੀਗਾ ਆਪਣੇ 5 ਕਲਾ ਸ਼ਸਤਰ, ਫਿਰ ਇੱਕ ਹਾਥੀ ਜਿਹਨੂੰ ਪ੍ਰਸ਼ਾਦੀ ਹਾਥੀ ਕਹਿੰਦੇ ਸੀ, ਉਹਦੀ ਕੱਦ ਜਿਹੜਾ ਨਾ ਜਿਵੇਂ ਆਪਣੇ ਝੋਟਾ ਹੁੰਦਾ ਮਾਲੀ ਹੁੰਦਾ, ਓਡੇ ਇੱਕ ਕੱਦ ਦਾ ਸੀ। ਸੋ ਓਡੇ ਇੱਕ ਕੱਦ ਦਾ ਸੀਗਾ, ਉਹ ਬੜਾ ਖੂਬਸੂਰਤ ਸੀ, ਚੋਰ ਕਰਦਾ, ਪੈਰ ਧਵਾਉਂਦਾ ਹੈ, ਉਹ ਕਾਫੀ ਚੀਜ਼ਾਂ, ਉਹ ਬੜਾ ਖੂਬਸੂਰਤ ਹੈ। ਇਹ ਚੀਜ਼ਾਂ ਉਹ ਭੇਟਾ ਕਰਦਾ। ਜਦੋਂ ਇਹ ਭੇਟਾ ਕਰਦਾ, ਉਹ ਹੋਰ ਸੰਗਤ ਇੱਕ ਤੰਬੂ ਜਿਹੜੇ ਹੁੰਦੇ ਆ ਲਾਉਂਦੇ ਆ, ਉਹ ਲੈ ਕੇ ਆਉਂਦੀ ਹੈ। ਕਾਫੀ ਰਸਦਾਂ ਬਸਦਾਂ ਗੁਰੂ ਗਰੀਬ ਨਵਾਜ ਕੋਲ ਆਉਂਦੀਆਂ ਅਤੇ ਸ਼ਾਨੋ ਸ਼ੌਕਤ ਬੜੀ ਦਰਬਾਰ ਦੀ ਵੱਡੀ ਉੱਚੀ ਹੁੰਦੀ ਹੈ। ਅਤੇ ਕੋਈ ਬੰਦੇ ਜਾ ਕੇ ਦੱਸਦੇ ਆ ਜਿਹੜਾ ਭੀਮ ਚੰਦ ਨੂੰ ਕਿ ਤੇਰੀ ਤਾਂ ਗੱਲਬਾਤ ਕੁਝ ਵੀ ਨਹੀਂ, ਗੁਰੂ ਗਰੀਬ ਨਵਾਜ ਦੀ ਬੜੀ ਸ਼ਾਨੋ ਸ਼ੌਕਤ ਹੈ। ਉਹ ਇਹ ਗੱਲ ਜਦੋਂ ਦੱਸਦੇ ਆ ਵੀ ਪ੍ਰਸ਼ਾਦੀ ਹਾਥੀ ਹੈ, ਉਹ ਸੰਗਤਾਂ ਦੇ ਪੈਰ ਧਵਾਉਂਦਾ ਹੈ, ਪਾਣੀ ਦੀ ਛਿੜਕਾਅ ਕਰਦਾ ਹੈ। ਗੁਰੂ ਗਰੀਬ ਨਵਾਜ ਕੋਲ ਸ਼ਾਸਤਰ ਬੜੇ ਤਕੜੇ ਨੇ, ਘੋੜੇ ਬੜੇ ਖੂਬਸੂਰਤ ਹੈ। ਸੋ ਉਹ ਇਸ ਚੀਜ਼ ਨੂੰ ਲੈ ਕੇ ਉਹਦੇ ਮਨ 'ਚ ਹਿਰਖ ਜਾਗਦਾ ਕਿ ਇਹ ਸ਼ਾਸਤਰ ਵਸਤਰ ਸਾਰਾ ਕੁਝ ਮੇਰੇ ਕੋਲ ਹੋਣਾ ਚਾਹੀਦਾ, ਜਿੱਥੋਂ ਇਹ ਜੰਗ ਦਾ ਮੁੱਢ ਵੱਜਦਾ ਹੈ। ਖੈਰ ਗੁਰੂ ਗਰੀਬ ਨਵਾਜ ਜੀ ਤੋਂ ਮੰਗਦਾ, ਹਜ਼ੂਰ ਕਹਿੰਦੇ ਵੀ ਇਹ ਸੰਗਤ ਦਾ ਹੈ, ਸੰਗਤ ਚਾਹਵੇ ਤਾਂ ਜਿਹਨੂੰ ਮਰਜ਼ੀ ਨਵਾਜ ਦੇਵੇ, ਪਰ ਕੋਈ ਧੱਕੇ ਨਾਲ ਜਾਂ ਕਿਸੇ ਮਾੜੀ ਗੱਲ ਕਰਕੇ ਗੁਰੂ ਘਰ ਦੀ ਇੱਕ ਇੱਟ ਵੀ ਕੋਈ ਖੋਲ੍ਹੇ ਅਤੇ ਸੰਗਤ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ। ਸਮਾਂ ਬੀਤਦਾ ਅਤੇ ਗੁਰੂ ਗਰੀਬ ਨਵਾਜ ਜੀ ਨੂੰ ਨੰਦੌਣ ਦਾ ਰਾਜਾ ਮੇਦਨੀ ਪ੍ਰਕਾਸ਼, ਆਪਾਂ ਡੀਪ ਵਿੱਚੋਂ ਸਕਿਪ ਕਰਕੇ ਕਿ ਗੱਲਾਂ ਜਾ ਰਹੇ ਹਾਂ, ਆਪਾਂ ਸਿਰਫ ਜਾਣਾ ਹੈ ਅਨੰਦਪੁਰ ਸਾਹਿਬ ਦੇ ਉਸ ਹਾਲਾਤਾਂ ਤੱਕ ਵੀ ਉਹਦਾ ਕਾਰਨ ਕੀ ਸੀ। ਅਤੇ ਗੁਰੂ ਗਰੀਬ ਨਵਾਜ ਨੂੰ ਉਹ ਸੱਦਦਾ, ਨੰਦੌਣ ਦਾ ਇਲਾਕਾ ਜਿੱਥੇ ਅੱਜ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਹੈ, ਵੀ ਹਜ਼ੂਰ ਆਪ ਜੀ ਕਿਰਪਾ ਕਰੋ ਇੱਥੇ ਆਓ। ਸੱਚੇ ਪਾਤਸ਼ਾਹ ਉੱਥੇ ਚਲੇ ਜਾਂਦੇ ਨੇ, ਕੁਝ ਸਮਾਂ ਉੱਥੇ ਬਤੀਤ ਕਰ, ਤਕਰੀਬਨ 3 ਸਾਲ ਉੱਥੇ ਮਹਾਰਾਜ ਸੱਚੇ ਪਾਤਸ਼ਾਹ। ਇੱਥੇ ਭੰਗਾਣੀ ਦਾ ਯੁੱਧ ਹੁੰਦਾ ਹੈ। ਭੰਗਾਣੀ ਦਾ ਯੁੱਧ ਦਾ ਕਾਰਨ ਵੀ ਇਹ ਰਾਜਾ ਜਿਹੜਾ ਭੀਮ ਚੰਦ ਹੈ ਇਹੀ ਬਣਦਾ। ਸੋ ਉਹਦੇ ਮਨ ਦੇ ਵਿੱਚ ਬੜਾ ਗੁਰੂ ਘਰਦਿਆਂ ਨਾਲ ਨਫ਼ਰਤ ਹੈ ਅੰਦਰੋਂ ਮਨ ਦੇ ਵਿੱਚ, ਅਤੇ ਕਿਸੇ ਤਰ੍ਹਾਂ ਇਹ ਗੁਰੂ ਘਰ ਦੇ ਜੋ ਸਾਜੋ ਸਮਾਨ ਹੈ ਮੇਰੇ ਕੋਲ ਆ ਜੇ, ਮੇਰੀ ਸ਼ੋਭਾ ਵਧੇ, ਮੈਂ ਸ਼੍ਰੋਮਣੀ ਹੈ। ਔਰ ਗੁਰੂ ਗਰੀਬ ਨਵਾਜ ਇੱਕ ਰਣਜੀਤ ਨਗਾਰਾ ਵਜਾਉਂਦੇ ਆ, ਸ਼ਿਕਾਰ ਚੜ੍ਹਦੇ ਆ, ਵੀ ਇਹ ਇੱਕ ਵੱਖਰਾ ਹੀ ਤਾਣਾ ਬਾਣਾ ਬੁਣਿਆ। ਖੈਰ ਇਹ ਗੱਲ ਚੱਲਦੀ ਭੰਗਾਣੀ ਦੇ ਯੁੱਧ ਤੱਕ ਆ ਜਾਂਦੀ ਹੈ। ਉਹ ਇਸ ਚੀਜ਼ਾਂ ਦਾ ਉਹਦੇ ਪੁੱਤਰ ਦਾ ਵਿਆਹ ਹੁੰਦਾ ਹੈ, ਅਤੇ ਉਹ ਪੁੱਤਰ ਦੇ ਵਿਆਹ ਤੋਂ ਬਾਅਦ ਜਿਹੜਾ ਸਮਾਨ ਗੁਰੂ ਗਰੀਬ ਨਵਾਜ ਭੇਜਦੇ ਨੇ ਉਹਦੇ 'ਤੇ ਉਹ ਮਾੜੀ ਅੱਖ ਰੱਖ ਲੈਂਦਾ। ਸਮਾਂ ਆ ਜਾਂਦਾ, ਰਾਜੇ ਇਕੱਠੇ ਹੋ ਕੇ ਸਲਾਹ ਕਰਦੇ ਵੀ ਇਹ ਗੁਰੂ ਸਾਹਿਬ ਕੋਲ ਚੀਜ਼ਾਂ ਮੰਗੀਆਂ ਸੀ ਉਹ ਨਹੀਂ ਦਿੱਤੀਆਂ, ਗੁਰੂ ਸਾਹਿਬ ਸ਼ਿਕਾਰ 'ਤੇ ਚੜ੍ਹਦੇ ਨੇ, ਹੋਰ ਕਈ ਪ੍ਰਕਾਰ ਦੇ, ਕਿਉਂ ਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਜੰਗ ਲੜੀ ਜਾਵੇ।
ਔਰ ਜੰਗ ਲੜ ਕੇ ਕਿਉਂਕਿ ਅਸੀਂ ਰਾਜਪੂਤ ਆ, ਪੁਰਾਣੇ ਰਾਜੇ ਆ, ਹਿੰਦੂ ਰਾਜੇ ਸੀ ਬੜੇ ਪੁਰਾਣੇ, ਸਾਡੇ ਵੱਡੇ ਬਜ਼ੁਰਗ ਤਲਵਾਰਾਂ ਚਲਾਉਂਦੇ ਆਏ ਆ, ਇਹ ਤੇ ਪੀਰ ਫਕੀਰ ਨੇ ਜੀ। ਖੈਰ ਉਹ ਜੰਗ ਦਾ ਮੁੱਢ ਵੱਜਿਆ ਜਾਂਦਾ ਭੰਗਾਣੀ ਦਾ ਯੁੱਧ। ਭੰਗਾਣੀ ਦੇ ਯੁੱਧ ਦੇ ਵਿੱਚ ਉਸ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਜੀ ਵੀ ਉੱਥੇ ਆ ਜਾਂਦੇ ਆ, ਉਹਨਾਂ ਦੇ ਜਿਹੜੇ ਰੱਖੇ ਹੋਏ ਬੰਦੇ ਸੀ ਪਠਾਨ ਉਹ ਭੱਜ ਜਾਂਦੇ ਆ, ਭੱਜ ਕੇ ਉਹ ਮੁਗਲ ਉਹਨਾਂ ਨਾਲ ਰਲ ਜਾਂਦੇ ਆ ਹਿੰਦੂ ਰਾਜਿਆਂ ਨਾਲ। ਸੋ ਉਹਨਾਂ ਨੂੰ ਹੋਰ ਜੋਸ਼ ਆਉਂਦਾ ਵੀ ਹੁਣ ਤੱਕ ਗੁਰੂ ਗਰੀਬ ਨਵਾਜ ਕੋ ਮੁਸਲਮਾਨ ਜਿਹੜੇ ਨੇ ਉਹ ਬੜੇ ਵੱਡੇ ਜੰਗ ਦੇ ਵਿੱਚ ਸ਼ਾਹ ਸਵਾਰ ਨੇ, ਅਤੇ ਇਹ ਵੀ ਸਾਡੇ ਨਾਲ ਰਲ ਗਏ। ਭੰਗਾਣੀ ਦਾ ਯੁੱਧ ਤੈਅ ਹੋ ਜਾਂਦਾ। ਰਾਜਾ ਭੀਮ ਚੰਦ ਆਪਣੇ ਪੁੱਤਰ ਦਾ ਵਿਆਹ ਕਰਕੇ ਵਾਪਸ ਮੁੜਦਾ, ਸਾਰੇ ਰਾਜੇ ਇਕੱਠੇ ਹੁੰਦੇ ਆ, ਭੰਗਾਣੀ ਦੇ ਵੱਲ ਨੂੰ ਵੱਧਦੇ ਆ। ਗੁਰੂ ਗਰੀਬ ਨਵਾਜ ਭੰਗਾਣੀ ਪਾਉਂਟਾ ਸਾਹਿਬ ਤੋਂ ਥੋੜ੍ਹੀ ਦੂਰ ਇੱਕ ਜਗ੍ਹਾ ਦੇਖਦੇ ਆ ਵੀ ਇੱਥੇ ਜੰਗ ਲਈ ਠੀਕ ਹੈ, ਉੱਥੇ ਭੰਗਾਣੀ ਦਾ ਯੁੱਧ ਹੁੰਦਾ। ਹਜ਼ੂਰ ਉੱਚੀ ਟਿੱਬੇ 'ਤੇ ਬਹਿ ਕੇ ਜੰਗ ਦਾ ਹਾਲ ਵੇਖਦੇ ਆ। ਪੀਰ ਬੁੱਧੂ ਸ਼ਾਹ ਜੀ ਇਸ ਜੰਗ ਦੇ ਵਿੱਚ ਆਪਣੇ 500 ਮਰੀਦਾਂ ਨਾਲ ਪਹੁੰਚ ਜਾਂਦੇ ਆ, 2 ਪੁੱਤਰ 1 ਭਰਾ, ਅਤੇ ਕਈ ਮਰੀਦ ਉਹਨਾਂ ਦੇ ਜੰਗ 'ਚ ਸ਼ਹੀਦ ਹੁੰਦੇ ਆ। ਬੜਾ ਭਾਰੀ ਜੰਗ ਹੁੰਦਾ। ਭਾਈ ਸੰਗੋ ਸ਼ਾਹ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ 10ਵੇਂ ਦੇ ਵਿੱਚ ਸ਼ਾਹ ਸੰਗਰਾਮ ਲਿਖਿਆ ਜੀ, ਉਹ ਵੀ ਇਸ ਜੰਗ ਦੇ ਵਿੱਚ ਭੂਆ ਦਾ ਪੁੱਤਰ ਸੀ, ਬੀਬੀ ਬੀਰੋ ਜੀ ਦੇ ਪੁੱਤਰ ਨੇ, ਅਤੇ ਉਹ ਬੜਾ ਭਾਰੀ ਜੰਗ ਹੁੰਦਾ। ਅਤੇ ਇੱਕ ਸਾਧ ਹੁੰਦੇ ਆ ਪੰਡਤ ਮਹੰਤ ਕਿਰਪਾਲ ਦਾਸ ਜੀ ਦਾ ਦੇਣ ਨਾਲ ਉਦਾਸੀਨ ਮੱਤ ਦੇ ਉੱਥੇ ਆਉਂਦੇ, ਰਗੜਾ ਪਾਣੀ ਛਕਦੇ, ਜਲ ਪਾਣੀ। ਉਹ ਰਾਤੋਂ ਰਾਤ ਉਹ ਵੀ ਭੱਜ ਜਾਂਦੇ ਜਦੋਂ ਪਤਾ ਲੱਗਦਾ ਜੰਗ 'ਚ, ਸਾਰੇ ਭੱਜ ਜਾਂਦੇ ਆ। ਸਵੇਰੇ ਮਹੰਤ ਜੀ ਉੱਠਦੇ ਨੇ ਅਤੇ ਉੱਠ ਕੇ ਵੇਖਦੇ ਆ ਵੀ ਕੋਈ ਨਹੀਂ ਹੈਗਾ, ਅਤੇ ਉਹ ਆਪਣੀ ਜੋ ਕਿਰਿਆ ਹੁੰਦੀ ਆ ਸਵੇਰੇ ਉੱਠ ਕੇ ਜਲ ਪਾਣੀ ਸ਼ਰਦਾਈਆਂ ਦੇ ਰਗੜੇ, ਉਹ ਜਦੋਂ ਬਹਿੰਦੇ ਆ ਅਤੇ ਉੱਥੇ ਬਹਿ ਜਾਂਦੇ, ਅਤੇ ਸਿੰਘ ਆ ਕੇ ਦੱਸਦੇ ਮਹਾਰਾਜ ਨਾਲ ਦੇ ਸਾਰੇ ਭੱਜ ਗਏ ਜੀ, ਅਤੇ ਮਹੰਤ ਜੀ ਇਕੱਲੇ ਬੈਠੇ ਆ। ਹਜ਼ੂਰ ਕਹਿੰਦੇ ਮਹੰਤ ਜੀ ਨੂੰ ਬੁਲਾਓ। ਜਦੋਂ ਆਉਂਦੇ ਆ ਮਹੰਤ ਜੀ ਪੁੱਛਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਿਰਪਾਲ ਦਾਸ ਜੀ ਤੁਹਾਡੇ ਨਾਲ ਦੇ ਸਾਰੇ ਹੀ ਚਲ ਗਏ, ਤੁਸੀਂ ਇੱਥੇ ਹੀ ਕਰਨਾ, ਤੁਹਾਨੂੰ ਵੀ ਚਲੇ ਜਾਣਾ ਚਾਹੀਦਾ ਸੀ। ਤਾਂ ਬੇਨਤੀ ਕਰਦੇ ਹਜ਼ੂਰ ਕਿਸੇ ਦਾ ਜਿਹਦਾ ਕੋਈ ਰਿਸ਼ਤਾ ਸੀ, ਕੋਈ ਲੱਗਦਾ ਸੀ, ਕੋਈ ਨੂੰ ਆਸਰਾ ਸੀ, ਉੱਥੇ ਚਲਿਆ ਗਿਆ, ਅਤੇ ਮੈਂ ਇੱਥੋਂ ਜਾ ਕੇ ਕਿਹਦਾ ਆਸਰਾ ਲੱਭਾਂਗਾ। ਸੋ ਹਜ਼ੂਰ ਉਸ ਵੇਲੇ ਜੰਗ ਦਾ ਹਾਲਾਤ ਹੁੰਦੇ ਨੇ, ਹਜ਼ੂਰਾਂ ਦੇ ਮਹੰਤ ਜੀ ਇਹ ਗੱਲਾਂ ਪ੍ਰੇਮ ਦੀਆਂ ਨੇ, ਪਰ ਹੁਣ ਜੰਗ ਦਾ ਸਮਾਂ ਹੈ ਅਤੇ ਆਪਾਂ ਨੂੰ ਜੰਗ ਲੜਨ ਦੇ ਬਾਰੇ ਸੋਚਣਾ ਚਾਹੀਦਾ। ਠੀਕ ਹੈ, ਤੁਹਾਡਾ ਸਾਡੇ ਨਾਲ ਪਿਆਰ ਹੈ, ਪ੍ਰੇਮ ਹੈ, ਸਿੰਘ ਜੰਗ ਦੇ ਵੱਲ ਨੂੰ ਜਾ ਰਹੇ ਨੇ, ਅਤੇ ਆਪ ਜੀ ਦੱਸੋ ਕੀ ਕਰਨਾ। ਉਹਨਾਂ ਮਹਾਰਾਜ ਜੰਗ ਤੁਸੀਂ ਲੜਾਉਣ ਵਾਲੇ ਜੇ, ਲੜਨਾ ਵੀ ਤੁਸੀਂ ਹੈ, ਲੜਾਉਣਾ ਵੀ ਤੁਸੀਂ ਹੈ, ਕਿਰਪਾ ਕਰੋ। ਅਤੇ ਹਜ਼ੂਰ ਕਹਿੰਦੇ ਫਿਰ ਚੱਕੋ ਸ਼ਾਸਤਰ। ਉਹਨਾਂ ਹੀ ਸ਼ਾਸਤਰ ਨਹੀਂ ਕਦੇ ਚੁੱਕਿਆ ਅਤੇ ਨਾ ਹੀ ਚੁੱਕਣਾ, ਅਤੇ ਮੋਢੇ 'ਤੇ ਉਹਨਾਂ ਕੋਲ ਨਾ ਉਦੋਂ ਸਲੋਤਰ, ਅਤੇ ਮਹਾਰਾਜ ਕਹਿੰਦੇ ਫਿਰ ਜੰਗ ਕਿਵੇਂ ਲੜੋਗੇ। ਉਹਨਾਂ ਇਹਨੂੰ ਕਿਰਪਾ ਕਰੋ, ਇਹਨੂੰ ਹੀ ਹੁਣ ਸ਼ਾਸਤਰ ਦੇ ਰੂਪ ਦੇ ਵਿੱਚ ਵਰਤਾਂਗੇ। ਉਸ ਵੇਲੇ ਬੜਾ ਵੱਡਾ ਜਰਨੈਲ ਹੈ ਹਯਾਤ ਖਾਂ। ਹਜ਼ੂਰ ਦੱਸੋ ਕਿਹਦੇ ਨਾਲ ਜੰਗ ਲੜਨੀ। ਮਹਾਰਾਜ ਕਹਿੰਦੇ ਉਹ ਬੜਾ ਵੱਡਾ ਯੋਧਾ ਜਰਨੈਲ ਹੈ ਹਯਾਤ ਖਾਂ, ਉਹਦੀ ਉਸ ਸਮੇਂ ਬੜਾ ਭਾਰੀ ਜੰਗ ਲੜ ਰਿਹਾ ਸੀ, ਜਾਓ ਜਾ ਕੇ ਫਿਰ ਉਹਦੇ ਨਾਲ 2 ਹੱਥ ਕਰੋ। ਉਹਨਾਂ ਹੀ 7 ਵਜਨ, ਕੋਈ ਕਿੰਤੂ ਨਹੀਂ, ਕੋਈ ਪਰੰਤੂ ਨਹੀਂ, ਵੀ ਮਹਾਰਾਜ ਉਹ ਬੜਾ ਵੱਡਾ ਜਰਨੈਲ ਹੈ, ਅਤੇ ਮੈਨੂੰ ਤਾਂ ਜੰਗ 'ਚ ਕੋਈ ਅਭਿਆਸ ਨਹੀਂ, ਕੋਈ ਪੈਂਤਰਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਇਹ ਨਿਸ਼ਚੈ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਿੱਖ ਦਾ ਹੋਣਾ ਵੀ ਇਸ ਤਰ੍ਹਾਂ ਦਾ ਚਾਹੀਦਾ। ਕਿਰਪਾਲ ਦਾਸ ਜੀ ਜਾਂਦੇ ਨੇ ਉੱਥੇ 10ਵੀਂ ਬਾਣੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਉੱਥੇ ਲਿਖਿਆ ਕਿਰਪਾਲ ਕਟੋਚਨ ਕੁਤਕੰ ਸੰਹਾਰੀ ਹਠੀ ਖਾਨ ਹਯਾਤ ਕੇ ਸੀਸ ਮਾਰੀ ਜੀ। ਹਯਾਤ ਖਾਨ ਬੜਾ ਹਠੀ ਲਿਖਿਆ ਉਹਨੂੰ ਸੱਚੇ ਪਾਤਸ਼ਾਹ ਨੇ, ਅਤੇ ਹਠੀ ਬੜਾ ਜਵਾਨ, ਬੜਾ ਦਲੇਰ ਹੈ। ਅਤੇ ਉਹ ਜਦੋਂ ਜਾਂਦਾ ਹੈ ਸਾਹਮਣੇ ਆ ਕੇ ਜੰਗ ਹੁੰਦਾ ਹੈ, ਹਯਾਤ ਖਾਂ ਵਾਰ ਕਰਦਾ। ਕਿਰਪਾਲ ਦਾਸ ਜੀ ਕਹਿੰਦੇ ਪਹਿਲੋਂ ਵਾਰ ਕਰ ਲੈ, ਸਾਡੇ ਗੁਰੂ ਕਿਆਂ ਦਾ ਇਹ ਮਰਿਆਦਾ ਹੈ ਜੰਗ ਦੀ, ਅਸੀਂ ਵਾਰ ਕਰਦੇ ਨਹੀਂ, ਮੁੜ ਕੇ ਨਾ ਕਈ ਮਨ ਕੀ ਮਨ ਹੀ ਮਾਹੇ ਰਹੀ ਵਾਲੀ ਅਵਸਥਾ ਨਾ ਹੋ ਜਾਏ, ਤੂੰ ਵਾਰ ਕਰ। ਉਹ ਵਾਰ ਕਰਦਾ, ਅਤੇ ਉਹ ਆਂਦੇ ਵੀ ਇਸ ਤਰ੍ਹਾਂ ਦਾ ਵਾਰ ਉਹਦੇ ਸਿਰ 'ਚ ਜਦੋਂ ਡੰਡਾ ਮਾਰਦੇ ਆ, ਜਿਹੜਾ ਸਲੋਤਰ ਜਿਹਨੂੰ ਕਹਿੰਦੇ ਆ ਰੰਗ ਸਿੰਘ, ਉਹ ਜਿਵੇਂ ਕਹਿੰਦੇ ਕ੍ਰਿਸ਼ਨ ਭਗਵਾਨ ਮਟਕੀ ਪਾਉਂਦੇ ਸੀ, ਇਸ ਤਰ੍ਹਾਂ ਦੀ ਮਿੱਝ ਉਹਦੇ ਵਿੱਚੋਂ ਨਿਕਲਦੀ ਹੈ। ਅਤੇ ਜੰਗ ਦੇ ਜਕਾਰੇ ਛੱਡ ਕੇ ਖੁਸ਼ੀਆਂ ਦੇ ਜੰਗ ਦੇ ਵਿੱਚ ਵਾਪਸ ਗੁਰੂ ਗਰੀਬ ਨਵਾਜ ਜੀ ਦੇ ਚਰਨਾਂ 'ਚ ਆ ਕੇ ਨਮਸਕਾਰ ਕਰਦੇ। ਜੰਗ ਤੋਂ ਬਾਅਦ ਹਜ਼ੂਰ ਮਹੰਤ ਕਿਰਪਾਲ ਦਾਸ ਜੀ ਦੇ ਇੰਨੇ ਖੁਸ਼ ਹੁੰਦੇ ਆ, ਆਪਣੀ ਅੱਧੀ ਦਸਤਾਰ ਪਾੜ ਕੇ ਮਹੰਤ ਜੀ ਨੂੰ ਸਰੋਪਾ ਦਿੰਦੇ ਆ। ਸੋ ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਜੀ ਦੇ ਬੱਚੇ, ਇਹ ਭੰਗਾਣੀ ਦਾ ਯੁੱਧ ਬੜਾ ਭਾਰੀ ਯੁੱਧ ਹੋਇਆ, ਅਤੇ ਇਹਦੇ ਵਿੱਚ ਬੜੇ ਵੱਡੇ ਜਰਨੈਲ ਯੋਧੇ ਜਿਨ੍ਹਾਂ ਨੇ ਉੱਥੇ ਸੂਰਮਗਤੀ ਦਿਖਾਈ, ਉਹ ਜੰਗ ਗੁਰੂ ਗਰੀਬ ਨਵਾਜ ਜੀ ਜਿੱਤਦੇ ਨੇ। ਲੱਕੜ ਦੀ ਤੋਪ ਵੀ ਉਸ ਜੰਗ ਦੇ ਵਿੱਚ ਹਜ਼ੂਰ ਪਾਤਸ਼ਾਹ ਨੇ ਚਲਾਈ। ਸੋ ਉਸ ਤੋਂ ਬਾਅਦ ਜੰਗ ਤੋਂ ਕੁਝ ਸਮਾਂ ਪਹਿਲਾਂ ਬਾਅਦ ਉੱਥੇ ਗੁਰੂ ਗਰੀਬ ਨਵਾਜ ਰਹਿੰਦੇ ਨੇ ਪੌਂਟੇ, ਅਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਆ। ਹੁਣ ਜਿਹੜੀ ਗੱਲ ਹੈ ਕਿ ਜਿਹੜੀ ਇਹ ਲੜਾਈ ਹੈ ਮੁਗਲਾਂ ਦੀ ਹੈ ਜਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਹੈ, ਇਹ ਲੜਾਈ ਸ਼ੁਰੂ ਭੰਗਾਣੀ ਦੇ ਯੁੱਧ ਤੋਂ ਹੁੰਦੀ ਹੈ। ਹੁਣ ਜਦੋਂ ਵਾਪਸ ਆ ਜਾਂਦੇ ਆ, ਹੁਣ ਗੁਰੂ ਗਰੀਬ ਨਵਾਜ ਜੀ ਦਾ ਕਿੱਡਾ ਵੱਡਾ ਦਿਲ ਹੈ, ਕਿਹੋ ਜਿਹੀ ਅਵਸਥਾ ਹੈ। ਕੁਝ ਕੁ ਸਮੇਂ ਬਾਅਦ ਹੀ ਮੁਗਲ ਹਕੂਮਤ ਦਾ ਕੁਝ ਕੁ ਨੁਕਸਾਨ ਹੁੰਦਾ ਹੈ, ਤਾਂ ਉਹ ਕਹਿੰਦੇ ਵੀ ਟੈਕਸ ਗਰਾਹੀ ਕੀਤੀ ਜਾਵੇ ਵੱਡੇ ਰਾਜਿਆਂ ਦੀ ਵੱਖਰੀ। ਉਹ ਰਾਜੇ ਪਹਾੜੀ ਰਾਜਿਆਂ ਨੂੰ ਸਾਰਿਆਂ ਨੂੰ ਕਹਿੰਦੇ ਵੀ ਟੈਕਸ ਦਿਓ, ਉਹਦੇ ਲਈ ਉਹ ਫੌਜ ਭੇਜ ਦਿੰਦੇ ਆ। ਅਤੇ ਉਹੀ ਭੀਮ ਚੰਦ ਜਿਹੜਾ ਭੰਗਾਣੀ ਦੇ ਯੁੱਧ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਸ਼ਮਣ ਦੇ ਰੂਪ ਵਿੱਚ ਹੈ, ਅਤੇ ਉਹ ਹਜ਼ੂਰ ਸੱਚੇ ਪਾਤਸ਼ਾਹ ਤੋਂ ਮਦਦ ਮੰਗਦਾ ਹੈ ਕਿ ਗੁਰੂ ਗਰੀਬ ਨਵਾਜ
ਆਪ ਜੀ ਕਿਰਪਾ ਕਰੋ ਨਦੌਣ ਦੀ ਜੰਗ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਭੀਮ ਚੰਦ ਦੀ ਮਦਦ ਲਈ ਜਾਂਦੇ ਨੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਦਰਿਆਦਲੀ ਹੈ। ਕਿਸੇ ਨਾਲ ਵੈਰ ਵੀ ਨਹੀਂ ਜੀ, ਨਾ ਕਿਸੇ ਦੇ ਨਾਲ ਕੋਈ ਮਨ ਦੇ ਵਿੱਚ ਹਿਰਖ ਹੈ। ਸੋ ਗੁਰੂ ਗਰੀਬ ਨਵਾਜ ਉੱਥੇ ਜਾਂਦੇ ਨੇ, ਨਦੌਣ ਦੀ ਜੰਗ ਦੇ ਵਿੱਚ ਜਿੱਤਦੇ ਨੇ। ਜਿੱਤਣ ਤੋਂ ਬਾਅਦ ਭੀਮ ਚੰਦ ਜਿਹੜਾ ਹੈ ਰਾਜਾ, ਉਹ ਗੁਰੂ ਗਰੀਬ ਨਵਾਜ ਤੋਂ ਮਾफ़ੀ ਮੰਗਦਾ ਵੀ ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ ਜਾਂ ਜੇ ਵੀ। ਅੱਛਾ, ਕੁਝ ਕੁ ਸਮਾਂ ਬੀਤਦਾ ਹੈ, ਫਿਰ ਅਵਸਥਾ ਉੱਥੇ ਹੀ ਆ ਜਾਂਦੀ ਹੈ। ਭੀਮ ਚੰਦ ਫਿਰ ਦੁਬਾਰਾ ਹਮਲਾ ਕਰਦਾ। ਉਸ ਵੇਲੇ ਗੁਰੂ ਗਰੀਬ ਨਵਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਨਹੀਂ ਕਈ ਹਮਲੇ ਉਹ ਬਾਰ-ਬਾਰ ਹੁੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਉਹਦੇ ਵਿੱਚ ਕਈ ਜਰਨੈਲ ਆਉਂਦੇ ਨੇ, ਜਿਹਦੇ ਵਿੱਚ ਪੈਦੇ ਖਾਂ ਵੀ ਹੈ, ਸੈਦ ਖਾਂ ਹੈ, ਜਿਹੜੇ ਨਸੀਰਾ ਬੀਬੀ ਜੀ ਦੇ ਭਰਾ ਨੇ, ਪੀਰ ਬੁੱਧੂ ਸ਼ਾਹ ਜੀ ਦੀ ਘਰੋਂ ਬੀਬੀ ਨਸੀਰਾ ਜੀ ਉਹਨਾਂ ਦੇ ਭਰਾ, ਉਹਨੂੰ ਔਰੰਗਜ਼ੇਬ ਭੇਜਦਾ। ਸੋ ਸਾਰੇ ਹਮਲਾਵਰ ਜਦੋਂ ਆਉਂਦੇ ਨੇ, ਪਰ ਉਹਨਾਂ ਨੂੰ ਬੁਲਾਇਆ ਭੀਮ ਚੰਦ ਵੱਲੋਂ ਜਾਂਦਾ ਹੈ। ਇੱਕ ਹੀ ਅਨੰਦਪੁਰ ਸਾਹਿਬ 'ਤੇ ਹਮਲੇ ਹੁੰਦੇ ਨੇ, ਹੋਰ ਇਤਿਹਾਸ ਬਣਦੇ। ਸੋ ਇਹ ਇਤਿਹਾਸ ਦੀ ਜਿਹੜੀ ਅਨੰਦਪੁਰ ਸਾਹਿਬ ਦੀ ਲੜਾਈ ਹੈ, ਇਹ ਲੜਾਈ ਭੰਗਾਣੀ ਤੋਂ ਪਹਿਲੋਂ ਸ਼ੁਰੂ ਹੋ ਜਾਂਦੀ ਹੈ, ਜਦੋਂ ਗੁਰੂ ਗਰੀਬ ਨਵਾਜ ਜੀ ਰਣਜੀਤ ਨਗਾਰਾ ਵਜਾਉਂਦੇ ਨੇ। ਖੈਰ, ਉਸ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਹੁਣ ਜਿਹੜੀ ਗੱਲ ਹੈ, ਜਿਹੜੀਆਂ ਬਾਅਦ ਦੀਆਂ ਲੜਾਈਆਂ, ਉਹ ਸਾਰੀਆਂ ਜਦੋਂ 300 ਸਾਲਾ ਹੋ ਗਿਆ ਆਪਾਂ ਮਨਾ ਕੇ, 320 ਸਾਲ 10 ਸਾਲ ਜੀ ਖਾਲਸਾ ਪੰਥ ਦੀ ਸਾਜਨਾ ਹੋਈ ਹੈ। 1699 ਤੋਂ ਬਾਅਦ ਦੀਆਂ ਲੜਾਈਆਂ ਨੇ ਜਿੰਨੀਆਂ ਵੀ ਅਨੰਦਪੁਰ ਸਾਹਿਬ ਦੀਆਂ ਲੜਾਈਆਂ। ਅਤੇ ਉਹ ਲੜਾਈ ਦਾ ਮੁੱਖ ਕਾਰਨ ਇਹ ਹੈ ਪਹਾੜੀ ਰਾਜਿਆਂ ਵੱਲੋਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਇਹੋ ਜਿਹਾ ਪੰਥ ਸਾਜਿਆ ਜਿੱਥੇ ਕੋਈ ਮਜ਼ਹਬ ਨਹੀਂ, ਕੋਈ ਜਾਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ। ਜਿਹੜੇ ਲੋਕਾਂ ਨੂੰ ਅਸੀਂ ਕਾਮੇ ਸਮਝਦੇ ਸਾਹਮਣੇ, ਕਮੀਨ ਸਮਝਦੇ ਸਾਂ, ਉਹਨਾਂ ਨੂੰ ਬਰਾਬਰ ਬਿਠਾਉਂਦੇ ਆ। ਪੁੱਤਰ ਅੰਗਰੇਟੇ ਜਿਹੜੇ ਹੈ, ਉਹਨਾਂ ਨੂੰ ਆਪਣੇ ਬੱਚੇ ਕਹਿੰਦੇ ਆ, ਪੁੱਤਰ ਕਹਿੰਦੇ ਆ। ਔਰ ਗੁਰੂ ਗਰੀਬ ਨਵਾਜ ਇਕੱਠੇ ਬੈਠ ਕੇ ਜਲ ਪਾਣੀ ਛਕਦੇ ਆ। ਉਹੀ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਵੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਹਜ਼ੂਰ ਅਸੀਂ ਅੰਮ੍ਰਿਤ ਛਕਣ ਲਈ ਵੀ ਤਿਆਰ ਹਾਂ, ਪਰ ਤੁਸੀਂ ਕਿਰਪਾ ਕਰੋ ਕੇਵਲ ਅਤੇ ਕੇਵਲ ਰਾਜਿਆਂ ਲਈ ਰੱਖੋ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਨਹੀਂ ਹੋਵੇਗਾ, ਮੈਂ ਅੰਮ੍ਰਿਤ ਰਾਜਿਆਂ ਨੂੰ ਨਹੀਂ ਛਕਾਉਣਾ, ਮੈਂ ਛਕਾ ਕੇ ਅੰਮ੍ਰਿਤ ਰਾਜੇ ਬਣਾਉਣੇ ਆ। ਸੋ ਇਹ ਲੜਾਈ ਉੱਥੋਂ ਸ਼ੁਰੂ ਹੋ ਜਾਂਦੀ ਹੈ ਬਰਾਬਰ। ਵਾਹਿਗੁਰੂ, ਕੀ ਬਾਤ ਹੈ ਜੀ। ਸੋ ਇਹ ਸਮਾਂ ਅੱਗੇ ਚੱਲਦਾ ਹੈ। ਅਖੀਰ ਜਿਹੜਾ ਪੁੱਤਰ ਉਹਦਾ ਅਜਮੇਰ ਚੰਦ ਹੁੰਦਾ, ਕੁਝ ਖਮਰੇ ਉਹ ਕਰਦਾ ਭੀਮ ਚੰਦ ਦਾ, ਅਤੇ ਇੱਕ ਉਹ ਜਾ ਕੇ ਦਿੱਲੀ ਤੋਂ ਮਦਦ ਮੰਗਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜਾ ਵੱਡਾ ਜਿਹੜਾ ਤੁਸੀਂ ਜਦੋਂ ਵੀ ਕੋਈ ਗਰਾਈ ਕਰਨ ਲਈ ਜਾਂ ਟੈਕਸ ਗਰਾਉਣ ਲਈ ਬੰਦਾ ਭੇਜਦੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਰੋਕ ਲੈਂਦੇ ਆ। ਕਾਫੀ ਗੱਲਾਂ ਉਹ ਉੱਥੇ ਜਾ ਕੇ ਦੱਸਦਾ। ਮੁਗਲ ਹਕੂਮਤ ਉਸ ਵੇਲੇ ਬੜੇ ਮਾੜੇ ਦੌਰ 'ਚੋਂ ਲੰਘ ਰਹੀ ਹੁੰਦੀ ਹੈ, ਕਿਉਂਕਿ ਦੱਖਣ 'ਚ ਵੀ ਬਗਾਵਤ ਹੁੰਦੀ ਹੈ, ਕੁਝ ਹੋਰ ਇਲਾਕਿਆਂ 'ਚ ਉਹਨਾਂ ਨੂੰ ਇਸ ਚੀਜ਼ ਦੀ ਲੋੜ ਨਹੀਂ। ਅਤੇ ਔਰੰਗਜ਼ੇਬ ਫਿਰ ਆਪਣੇ ਜਰਨੈਲਾਂ ਦੀ ਡਿਊਟੀ ਲਾ ਕੇ ਸਮੇਂ-ਸਮੇਂ 'ਤੇ ਭੇਜਦਾ, ਪਰ ਉਹ ਸਾਰੇ ਜੰਗਾਂ 'ਚ ਉਹਨੂੰ ਹਾਰ ਹੁੰਦੀ ਹੈ। ਫਿਰ ਇੱਕ ਵਫਦ ਮਿਲਦਾ ਰਾਹਾੜੀ ਰਾਜਿਆਂ ਦਾ, ਜੀ ਇਹ ਤਾਂ ਅੰਤ ਹੈ, ਹੁਣ ਸਾਡੇ ਕੋਲ ਹੱਥ ਨਹੀਂ, ਤੁਸੀਂ ਕਰੋ। ਔਰੰਗਜ਼ੇਬ ਦੇ ਅੱਗੇ ਬੇਨਤੀ ਕਰਦੇ ਵੀ ਵੱਡੀ ਫੌਜ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਸੋ ਮਈ ਮਹੀਨਾ ਆ ਜਾਂਦਾ, 1704 ਮਈ ਦੇ ਵਿੱਚ ਇਹ ਜਿਹੜੀ ਅਨੰਦਪੁਰ ਸਾਹਿਬ ਦੀ ਜੰਗ ਸ਼ੁਰੂ ਹੁੰਦੀ ਹੈ। ਸੋ ਬੜੀ ਵੱਡੀ ਫੌਜ ਹੈ, ਲਾਹੌਰ, ਜੰਮੂ ਔਰ ਬੜੀਆਂ ਵੱਡੀਆਂ ਰਿਆਸਤਾਂ। ਵਜ਼ੀਦ ਖਾਂ ਜਿਹੜਾ ਹੈ, ਉਹ ਪਹਿਲੀਆਂ ਜੰਗਾਂ 'ਚ ਵੀ ਪਹਾੜੀ ਰਾਜਿਆਂ ਦੀ ਮਦਦ ਕਰਨ ਆਉਂਦਾ ਹੈ। ਉਸ ਤੋਂ ਬਾਅਦ ਔਰੰਗਜ਼ੇਬ ਆਪਣੀ ਫੌਜ ਦਿੱਲੀ ਤੋਂ ਭੇਜਦਾ। ਸਭ ਤੋਂ ਵੱਡੀ ਫੌਜ ਦਿੱਲੀ, ਲਾਹੌਰ ਔਰ ਸਰਹੰਦ ਦੀ ਹੈ। ਪਹਾੜੀ ਰਾਜਿਆਂ ਦੀ ਆਪਣੀ ਫੌਜ ਹੈ। ਫਿਰ ਉਹਦੇ ਨਾਲ ਛੋਟੀਆਂ-ਛੋਟੀਆਂ ਰਿਆਸਤਾਂ। ਅਤੇ ਇੱਕ ਹੋਰ ਹੁੰਦਾ ਸੀ ਅਮਰ ਸਿੰਘ ਜੀ, ਜਦੋਂ ਕਈ ਵਾਰੀ ਬੰਦੇ ਇਸ ਸਵਾਲ 'ਤੇ ਸਵਾਲ ਕੁਐਸਚਨ ਕਰ ਦਿੰਦੇ ਆ ਕਿ ਜਿਹੜੇ 10 ਲੱਖ ਦੀ ਗਿਣਤੀ ਹੈ ਜੀ, ਇਹ ਕਿਵੇਂ ਹੈ ਜੀ, ਇਹ ਕਿਸ ਤਰ੍ਹਾਂ ਜੀ। ਸੋ ਆਪਾਂ ਜੇ ਉਸ ਚੀਜ਼ ਨੂੰ ਦੇਖੀਏ ਨਾ, ਜਦੋਂ ਜੰਗਾਂ ਜਾਣੀਆਂ ਸੀ, ਜੰਗਾਂ ਹੁੰਦੀਆਂ ਸੀ, ਜਦੋਂ ਪਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਹੈ, ਕਿਉਂਕਿ ਗੌਰਮੈਂਟ ਹੀ, ਹਕੂਮਤ ਹੀ ਕਿਸੇ ਦੇ ਖਿਲਾਫ ਹੋ ਜੇ, ਤਾਂ ਜਿਹੜੇ ਆਮ ਲੋਕੀ ਲੁਟੇਰੇ ਹੁੰਦੇ ਆ, ਛੋਟੀਆਂ ਬਸਤੀਆਂ, ਛੋਟੇ ਪਿੰਡਾਂ ਦੇ ਲੁਟੇਰੇ, ਉਹ ਵੀ ਰਲ ਜਾਂਦੇ ਨਾਲ, ਇੱਦਾਂ ਹੀ ਹੈ ਕੁਝ ਨਾ ਕੁਝ ਤੇ ਕੁਝ। ਸੋ ਇੱਕ ਤਾਂ ਫੌਜ ਹੀ ਬਹੁਤ ਵੱਡੀ ਦਿੱਲੀ ਤੋਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਖਿਲਾਫ ਚੜ੍ਹਦੀ ਹੈ। ਫਿਰ ਲਾਹੌਰ ਤੋਂ ਹੈ, ਫਿਰ ਇੱਧਰੋਂ ਮਲੇਰਕੋਟਲੇ, ਫਿਰ ਸਰਹੰਦ ਬਹੁਤ ਵੱਡਾ ਇਲਾਕਾ ਸੀ, ਜੰਮੂ ਤੋਂ ਲੈ ਕੇ ਕਸ਼ਮੀਰ ਦਾ ਰਾਜਾ ਜਿਹੜਾ ਹੈ ਉਹ ਵੀ ਆਉਂਦਾ। ਅਤੇ ਇਹ ਸਾਰੇ ਪਹਾੜੀ ਰਾਜੇ 52 ਰਾਜੇ, ਉਹ ਕਿੱਥੋਂ ਕਸ਼ਮੀਰ, ਤਿੱਬਤ ਤੋਂ ਲੈ ਕੇ ਇਹ ਸਾਰੇ ਇਲਾਕੇ ਦੇ ਰਾਜੇ ਇਹ ਫੌਜ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜੀ ਮਈ ਦੇ ਮਹੀਨੇ ਇਹ ਜੰਗ ਸ਼ੁਰੂ ਹੋ ਜਾਂਦੀ, ਅਤੇ ਮਈ ਦੇ ਮਹੀਨੇ ਇਹ ਘੇਰਾ ਪਾਇਆ ਜਾਂਦਾ ਜੀ। ਸਹੀ ਗੱਲ ਹੈ ਜੀ। ਬਹੁਤ ਮਹੱਤਵਪੂਰਨ ਜਿਹੜਾ ਆਪਾਂ ਕਹਿ ਲਈਏ ਪਹਿਲੂ ਹੈ ਜੀ ਹਿਸਟਰੀ ਦਾ, ਇਹ ਜਾਣਨ ਵਾਲਾ ਕਿ ਇਕੱਲੀ ਫੌਜਾਂ ਨਹੀਂ ਹੁੰਦੀਆਂ, ਫੌਜਾਂ ਨਾਲ ਹੋਰ ਜਨਤਾ ਬਹੁਤ ਜੁੜਦੀ ਹੈ। ਅਤੇ ਹਰੇਕ ਇਹ ਤੁਸੀਂ ਜੰਗ ਦੇਖ ਲਓ, ਜਿੰਨੀਆਂ ਵੀ ਦੁਨੀਆਂ ਜੰਗਾਂ ਲੜੀਆਂ ਗਈਆਂ ਆ, ਜਦੋਂ ਰਾਜ ਲੜਾਈਆਂ 'ਤੇ ਹੁੰਦੇ ਆ, ਉਸ ਵੇਲੇ ਇੱਕ ਮੌਕਾ ਹੁੰਦਾ ਆ ਛੋਟੀ ਰਿਆਸਤਾਂ ਨੂੰ ਰਾਜਿਆਂ ਦੀ ਫੇਵਰ ਜਿੱਤਣ ਲਈ, ਜਾਂ ਛੋਟੇ ਜਿਹੜੇ ਬਾਗੀ ਆ
ਉਹ ਮੁੜ ਕੇ ਰਾਜੇ ਦੇ ਨਾਲ ਰਲਣ ਦੇ ਵਿੱਚ ਆਪਣੀ ਉਹ ਬਲ ਲੈ ਕੇ ਆਪਣਾ ਜਿੰਨੇ ਵੀ ਨਾਲ ਜਨਤਾ ਹੁੰਦੀ ਹੈ ਉਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੁੰਦੇ ਉਹਨੂੰ ਲੈ ਕੇ ਸ਼ਾਮਲ ਹੋ ਜਾਣ ਜੰਗ ਦੇ ਵਿੱਚ, ਤਾਂ ਜੰਗ ਤੋਂ ਬਾਅਦ ਉਹਨਾਂ ਨੂੰ ਵੱਡੀ ਰਿਆਸਤ ਜਾਂ ਮਾफ़ ਕਰ ਦਿੰਦੀ ਜਾਂ ਵਿੱਚ ਰਲਾ ਲੈਂਦੀ ਆ। ਸੋ ਇੱਕ ਇਹ ਤਕਨੀਕ ਹੁੰਦੀ ਆ। ਤਾਂ ਬਹੁਤ ਵੱਡਾ ਇਕੱਠ ਇਸ ਵੇਲੇ ਤੱਕ ਅਸੀਂ ਪਹੁੰਚੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਛੋਕੜ ਤੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ, ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਜਨਮ ਤੋਂ ਲੈ ਕੇ ਉਹਨਾਂ ਦੇ ਕਿਰਦਾਰ ਤੱਕ ਇੱਥੇ ਕਿ ਇੱਕ ਕੁਛ अपने युवा अवस्था बच्चे महाराज सीगे जी, कोई 40 कुछ साल की उम्र होगी उस वेले महाराज की, जिस वेले एक भाणा वरतदा है कि आनंदपुर साहब दे विच उस वेले की दुनिया की सब तो वड्डी पावर जिहड़ी सीगी मुगल हुकूमत, उहदा घेरा आनंदपुर साहब के किले ते पैंदा आ। ते उहदा जिहड़ा आपां गाहां नूं प्रदीप सिंह जी आपां हुकूमत दी टक्कर लैनी आ, ਉਹਦੇ बहुत लंबा इतिहास है, वो आप अगले हफ्ते भी मैं समझदा जी ਅਸੀਂ ਵਿਚਾਰ ਸਕਦੇ ਹਾਂ। पर ਆਪਾਂ उस वेले हालत ਸਿੰਘਾਂ ਦੀ ਕਰੀਏ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਸਮਾਂ ਆਉਂਦਾ ਆ ਵੀ ਉੱਥੇ ਘੇਰਾ ਪੈ ਜਾਂਦਾ ਆ, ਤੇ ਉਸ ਵੇਲੇ ਵੀ ਸਿੱਖਾਂ ਦੀ ਪਰਖ ਮੈਂ ਸਮਝਦਾ ਦੀ ਹੋਈ ਹੋਊਗੀ ਜੀ। ਜੀ ਦੇਖੋ ਜਦੋਂ ਇਹ ਹਾਲਾਤ ਬਣ ਜਾਂਦੇ ਆ ਅਨੰਦਪੁਰ ਸਾਹਿਬ ਨੂੰ, ਤੁਸੀਂ ਉਸ ਤੋਂ ਪਹਿਲਾਂ ਗੁਰੂ ਗਰੀਬ ਨਵਾਜ਼ ਤਕਰੀਬਨ ਭੰਗਾਣੀ ਤੋਂ ਵਾਪਸ ਆ ਕੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਉੱਥੇ ਉਸ ਵੇਲੇ 5 ਕਿਲੇ ਵੀ ਗੁਰੂ ਗਰੀਬ ਨਵਾਜ਼ ਉੱਥੇ ਬਣਾਉਂਦੇ ਨੇ। ਜਿਹੜਾ ਤਰਤੀਬ ਵਾਈਜ਼ ਨਾਮ ਹੈ ਸਭ ਤੋਂ ਵੱਡਾ ਕਿਲਾ ਆਨੰਦਗੜ੍ਹ ਸਾਹਿਬ ਹੈ ਜਿਹਨੂੰ ਘੇਰਾ ਪੈਂਦਾ ਹੈ। ਉਸ ਤੋਂ ਬਾਅਦ ਸ਼ਹਿਰ ਹੈ ਅੰਦਰ, ਤੇ ਉਹਦੇ ਵਿੱਚ 5 ਕਿਲੇ ਨੇ। ਕਿਲਾ ਤਾਰਾਗੜ੍ਹ ਸਾਹਿਬ ਹੈ ਜਿੱਥੇ ਭਾਈ ਕਨਈਆ ਜੀ ਬ੍ਰਹਮ ਗਿਆਨੀ ਸਾਰੇ ਉੱਥੇ ਬੈਠੇ ਹੈ, ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ। ਉਹ ਡਿਫੈਂਸ ਦੇ ਮੁਕਾਬਲੇ ਦੇਖਿਆ ਜਾਵੇ ਅੱਜ ਵੀ ਤੁਸੀਂ ਜਾਓਗੇ ਨਾ ਕਿਤੇ ਵਿਜ਼ਿਟ ਕਰਨ, ਤੇ ਉਹ ਤਾਰਾਗੜ੍ਹ ਸਾਹਿਬ ਕਿਲਾ ਜਿਹੜਾ ਬੜਾ ਉੱਚਾ ਹੈ, ਬਹੁਤੀ ਛੇਤੀ ਉੱਥੇ ਹਮਲਾ ਨਹੀਂ ਕੀਤਾ ਜਾ ਸਕਦਾ। ਸੋ 500 ਬ੍ਰਹਮ ਗਿਆਨੀਆਂ ਦੀਆਂ ਬੌਲੀਆਂ ਵੀ ਉੱਥੇ ਹੈ। तो डिफेंस के तौर पर देखा जाए तो बड़ा वड्डा किला है, तो उत्थे उन्होंने बिठाया जाता है ब्रह्म ज्ञानियों को, तां जो कोई क्योंकि उन्होंने जंग नहीं लड़ना, तो सिर्फ भजन बाणी बंदगी करने वाले होंदे ने। भाई कन्हैया जी उन्होंने अगवाई करते हैं, अज भी बौलियां ने। तो वो तारागढ़ किला है। दूजा तो निगरान किया देखा जा सकता भी जिहड़ा उपरों पहाड़ वालों किहड़ी फौज किन्नी उतों वापस आ रही है। उस तो बाद किला एक बनाया जाता है जी लोहगढ़ साहब, जिथे भाई बचित्र सोना ने नागणी मार के जिहड़ा उस तो कुछ समय पहला हाँ जी हाथी नूं नागणी नाल वापस भेजिया सी, ते और जिहड़ा केसरी चंद राजा भाई उदय सिंह होना ने उहदा सिर ला के गुरु गरीब नवाज पातशाह जी दे चरनां 'च रखिया सी। वो नागणी बरछा भी अज उत्थे पिया ते उहदे ते कई किंतु भी हुंदे, तुहानूं पता है भी बरछी अख 'च मारती कंन 'च वज गई, इस तरह दी। देखो दास ने वो बादशाह हथ ना तोल के वेख्या है, काफ़ी समा आनंदपुर साहब रह के, वो साडा पिछोकड़ आनंदपुर साहब ही है। आनंदपुर साहब उत्थे सेवा करते रहे, अंदर शास्त्रां की सेवा करते रहे। तो अज दा कहिंदा कहाउंदा जवान एक हथ नाल वो बरछा चक ही नहीं सकता, एडा बल चाहिए उहदे लई। तो बाबा बचित्र सिंह जी कोई छोटे मोटे बली नहीं सी, भाई मनी सिंह उन्हां दे सपुत्र ने और बड़े वड्डे सूरमे ने। सो बड़े वड्डे बल नाल वो बरछा मारिया, रकाबां 'च पैर जिहड़े पाए सी, इन्ना बल लाया कि वो रकाबां भी टुट गई। इतिहास इतिहासकारां ने लिखा इन्ना बल लाया। और हाथी के कन्न च मारना, देखो हाथी सामने आ रहा है रज्जा शराब नाल, ते वो बिल्कुल आले दुआले उहदे फौजां ने जिहड़ियां। तुसीं कदे भी शिकार खेडण जाने हो जां कोई शिकार जिहड़े खेडदे ने जां शिकारी ने, वो खड़े शिकार दे साइड तो खड़े शिकार दे जे कोई शिकार खड़ा होवे जां कोई भी जानवर खड़ा होवे, वो खड़े जानवर के सामने निशाना कन्न तो मारते हैं। ਹੁਣ ਹਾਥੀ ਖੜ ਕੇ ਵੇਟ ਨਹੀਂ ਕਰ ਰਿਹਾ ਭਾਈ ਬਚਿੱਤਰ ਸੋਹਣੀ ਆਉਣਗੇ ਤੇ ਅੱਖ 'ਚ ਮਾਰਨਗੇ। ਸੋ ਬਿਲਕੁਲ ਸਾਹਮਣੇ ਸਨਮੁਖ ਹੋ ਕੇ ਭਾਈ ਬਚਿੱਤਰ ਸੋਹਣੀ ਉੱਥੇ ਜੰਗ ਲੜਦੇ ਆ। ਖੈਰ ਉਹ ਜਦੋਂ ਘੇਰਾ ਪੈਂਦਾ ਉਹ ਕਿਲਾ ਲੋਹਗੜ੍ਹ ਸਾਹਿਬ ਜਿੱਥੇ ਸ਼ਾਸਤਰ ਗੁਰੂ ਗਰੀਬ ਨਵਾਜ਼ ਦੇ ਬਣਦੇ ਸੀ, ਉਹ ਨਾਲੇ ਪਿੰਡ ਲੋਧੀਪੁਰ ਹੈ, ਮੈਦਾਨੀ ਇਲਾਕਾ ਹੈ। ਮੈਦਾਨ ਤੋਂ ਫੌਜ ਨੂੰ ਰੋਕਣ ਲਈ ਉੱਥੇ ਲੋਹਗੜ੍ਹ ਕਿਲਾ ਬਣਾਇਆ ਜਾਂਦਾ ਹੈ। ਫਿਰ ਕਿਲਾ ਅਗੰਮਪੁਰ ਦੀ ਧਰਤੀ 'ਤੇ ਜਿਹੜਾ ਕਿਲਾ ਬਣਿਆ ਹੋਲਗੜ੍ਹ ਜਿਹਨੂੰ ਕਹਿੰਦੇ ਆ, ਜਿੱਥੇ ਗੁਰੂ ਗਰੀਬ ਨਵਾਜ਼ ਹੋਲਾ ਮਹੱਲਾ ਅੱਜ ਵੀ ਨਿਹੰਗ ਸਿੰਘ ਉੱਧਰ ਨੂੰ ਜਾਂਦੇ ਨੇ। ਜਦੋਂ ਹੋਲਾ ਮਹੱਲਾ ਖੇਡਿਆ ਜਾਂਦਾ ਹੈ ਅਰਦਾਸ ਕਰਕੇ ਕੇਸਗੜ੍ਹ ਸਾਹਿਬ ਤੋਂ ਪਰੇ ਨੂੰ ਹੋਲੇ ਉੱਥੇ ਹੋਲਗੜ੍ਹ ਪਤੇ ਮਾਤਾ ਜੀਤੋ ਜੀ ਦਾ ਸਥਾਨ ਹੈ, ਉੱਥੇ ਨਮਸਕਾਰ ਮਾਤਾ ਜੀ ਨੂੰ ਕਰਕੇ ਫਿਰ ਵਾਪਸ ਆ ਕੇ ਹੋਲਾ ਮਹੱਲਾ ਖੇਡਿਆ ਜਾਂਦਾ। ਸੋ ਹੋਲਗੜ੍ਹ ਕਿਲਾ ਹੈ ਜੀ, ਅਤੇ ਉਹ ਵੀ ਪਹਾੜੀਆਂ ਤੋਂ ਹਮਲੇ ਲਈ ਬਣਾਇਆ ਗਿਆ ਸੀ। ਦਰਿਆ ਦੇ ਬਿਲਕੁਲ ਕੰਢੇ 'ਤੇ ਸੀ, ਉਸ ਸਮੇਂ ਦਰਿਆ ਦਾ ਵਹਾਅ ਉੱਥੇ ਸੀ। ਉਸ ਤੋਂ ਬਾਅਦ ਇੱਕ ਸ਼ਹਿਰ 'ਚ ਕਿਲਾ ਹੈ ਫਤਿਹਗੜ੍ਹ ਸਾਹਿਬ, ਜਿਹੜਾ ਸ਼ਹਿਰ ਦੀ ਰੱਖਿਆ ਲਈ ਜਿਹਨੂੰ ਬਾਬੇ ਅਜੀਤ ਸਿੰਘ ਜਿਹਦੀ ਅਗਵਾਈ ਕਰਦੇ ਆ, तो बाबा अजीत सिंह जी के अंडर और भाई उदय सिंह के अंडर वो किला है। तो जिहड़ा लोहगढ़ किला है भाई बचित्र सोहनी होर सिंह उत्थे लाए जाते हैं। सो इस तरह ये जंग शुरू हो जाता है। काफ़ी समा उत्थे ये जंग चलता है, तकरीबन मई तो लैके रस्ता मुक्कण लग जांदियां। ਸਿੰਘਾਂ ਦੇ हाथी घोड़े इत्थों तक प्रशादी हाथी
ਤੇ ਉਹ ਵੀ ਚੜ੍ਹਾਈ ਕਰ ਜਾਂਦਾ। ਸੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਠਰਮੇ ਦੇ ਨਾਲ ਫਿਰ ਵੀ ਜੰਗ ਬੜੇ ਤਰਤੀਬ ਨਾਲ ਜਾਰੀ ਰੱਖਦੇ ਨੇ। ਸੋ ਦਿਨ ਕਾਫੀ ਬੀਤ ਕੇ ਅਖੀਰ ਸਮਾਂ ਦਸੰਬਰ ਦਾ ਮਹੀਨਾ ਸ਼ੁਰੂ ਹੋ ਜਾਂਦਾ, ਜਿਵੇਂ ਆਪਣਾ ਪਹਿਲੀ ਤੋਂ ਜਦੋਂ, ਤੇ ਉਦੋਂ ਉਸ ਤੋਂ ਵਿੱਚੋਂ ਵਫਦ ਭੇਜੇ ਜਾਂਦੇ ਨੇ ਵੱਖੋ ਵੱਖਰੇ ਗੁਰੂ ਗਰੀਬ ਨਵਾਜ ਨਾਲ ਸੰਧੀ ਕਰਨ ਲਈ, ਮੁਗਲ ਹਕੂਮਤ ਵੱਲੋਂ ਵੀ ਔਰ ਬ੍ਰਾਹਮਣਾਂ ਵੱਲੋਂ ਵੀ। ਗਊ ਬਣਾ ਕੇ ਕਸਮ ਖਾਧੀ ਜਾਂਦੀ ਹੈ ਕਿ ਜੇ ਤੁਸੀਂ ਕਿਲ੍ਹਾ ਛੱਡਦੇ ਹੋ ਹਜ਼ੂਰ, ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ। ਗੁਰੂ ਗਰੀਬ ਨਵਾਜ ਕਹਿੰਦੇ ਵੀ ਮੈਨੂੰ ਵਿਸ਼ਵਾਸ ਨਹੀਂ ਇਹਨਾਂ 'ਤੇ। ਸਿੱਖ ਪੁੱਛਦੇ ਜੀ ਕਿਉਂ? ਇਹ ਵੀ ਮੈਂ ਤੁਹਾਨੂੰ ਗੱਲ ਦੱਸਦਾ। ਇੱਕ ਇਤਿਹਾਸ ਦੇ ਵਿੱਚ ਇੱਕ ਘਟਨਾ ਪਹਿਲੋਂ ਵੀ ਆਉਂਦੀ ਹੈ, ਜਿਹੜੀ ਗਊ ਬਣਾ ਕੇ ਕਸਮ ਖਾਧੀ ਜਾਂਦੀ ਹੈ। ਅਨੰਦਪੁਰ ਸਾਹਿਬ ਇੱਕ ਵਾਰ ਪਹਿਲੋਂ ਵੀ ਗੁਰੂ ਗਰੀਬ ਨਵਾਜ ਇਸ ਗੱਲ ਕੁਝ 2 ਸਾਲ ਪਹਿਲੋਂ 1704 ਤੋਂ ਪਹਿਲੋਂ ਇੱਕ ਹਮਲਾ ਹੁੰਦਾ। ਉਸ ਹਮਲੇ 'ਚ ਗੁਰੂ ਗਰੀਬ ਨਵਾਜ ਕਿਲ੍ਹਾ ਛੱਡ ਦਿੰਦੇ ਨੇ। ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਉਹਦੀ ਅਗਵਾਈ ਕਰਦਾ ਹੈ। ਗੁਰੂ ਗਰੀਬ ਨਵਾਜ ਦੀ ਕਸਮ 'ਤੇ ਯਕੀਨ ਕਰਦੇ ਆ ਅਤੇ ਕਿਲ੍ਹਾ ਛੱਡ ਦਿੰਦੇ। ਪਰ ਉਹ ਬਭੋਰ ਸਾਹਿਬ ਜਿੱਥੇ ਹੈ ਗੁਰਦੁਆਰਾ ਸਾਹਿਬ, ਉੱਥੇ ਤੱਕ ਹਲੇ ਹਜ਼ੂਰ ਪਹੁੰਚਦੇ ਨੇ ਅਤੇ ਪਿੱਛੋਂ ਹਮਲਾ ਹੋ ਜਾਂਦਾ ਹੈ। ਇਹ ਕੁਝ ਸਾਲ ਪਹਿਲਾਂ ਦੀਆਂ ਗੱਲਾਂ ਹੈ। ਅਤੇ ਜਿਸ ਜੰਗ ਦੇ ਵਿੱਚ ਹਾਥੀ ਨੂੰ ਬਰਛੀ ਮਾਰੀ ਹੈ ਬਾਬੇ ਬਜੀਤ, ਉਸ ਜੰਗ ਦੀ, ਅਤੇ ਗੁਰੂ ਗਰੀਬ ਨਵਾਜ ਨੂੰ ਇਹ ਪਤਾ ਇਹ ਬਿਲਕੁਲ ਝੂਠੀਆਂ ਗੱਲਾਂ ਹੈ, ਕਿਉਂਕਿ ਇਮਾਨ ਦੇ ਪੱਕੇ ਲੋਕ ਨਹੀਂ। ਇਹ ਪਹਾੜੀ ਰਾਜੇ ਹਿੰਦੂ ਜਿਹੜੇ ਧਰਮ ਦੇ ਅਕੋਰਡਿੰਗਲੀ ਉਹ ਗਊ ਬਣਾਉਂਦੇ ਆ, ਕਸਮਾਂ ਖਾਂਦੇ। ਹਜ਼ੂਰ ਕਹਿੰਦੇ ਨਹੀਂ। ਫਿਰ ਇੱਕ ਚਿੱਠੀ ਆਉਂਦੀ ਆ ਔਰੰਗਜ਼ੇਬ ਦੀ, ਜਿਹੜੀ ਜਫਰਨਾਮੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਵੀ ਕਰਦੇ ਆ। ਉਹ ਜਫਰਨਾਮਾ, ਉਹ ਚਿੱਠੀ ਜਿਹੜੀ ਆ ਉਹ ਸਾਈਨ ਕੀਤੇ ਹੁੰਦੇ ਆ ਔਰੰਗਜ਼ੇਬ ਦੇ, ਉਹਦੀ ਮੋਹਰ ਲੱਗੀ ਹੁੰਦੀ। ਉਹਨੂੰ ਮੋਹਰਾਂ ਹੁੰਦੀਆਂ ਸੀ ਕਿ ਇਹ ਬਾਦਸ਼ਾਹ ਦੀ ਨੌਲੇਜ 'ਚ ਇਹ ਗੱਲ ਹੈਗੀ ਹੈ। ਉਹ 'ਤੇ ਲਿਖ ਕੇ ਚਿੱਠੀ ਭੇਜਦੇ ਨੇ। ਕੁਰਾਨ ਦੀ ਕਸਮ ਲਿਖੀ ਹੈ ਕਿ ਮੈਂ ਕਸਮ ਖਾਨਾ ਕੁਰਾਨ ਦੀ ਕਿ ਤੁਸੀਂ ਜੇ ਕਿਲ੍ਹਾ ਛੱਡਦੇ ਹੋ ਤਾਂ ਬਿਲਕੁਲ ਮੈਂ ਤੁਹਾਡੇ 'ਤੇ ਕਿਸੇ ਵੀ ਤਰ੍ਹਾਂ ਦਾ ਵਾਰ ਨਹੀਂ ਕਰਦਾ। ਹਜ਼ੂਰ ਸੱਚੇ ਪਾਤਸ਼ਾਹ ਕੋਲ ਚਿੱਠੀ ਪਾਉਂਦੀ। ਸਿੱਖ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਤਾਂ ਗੱਲ ਬਾਦਸ਼ਾਹ ਤੱਕ ਹੈ, ਔਰੰਗਜ਼ੇਬ ਦੀ ਹੈ। ਔਰੰਗਜ਼ੇਬ ਐਡਾ ਬਾਦਸ਼ਾਹ, ਕੋਈ ਮਹਾਰਾਜ ਬਾਦਸ਼ਾਹ ਲਿਖਤ ਰੂਪ ਦੇ ਵਿੱਚ ਕੋਈ ਦਿੱਤਾ ਜਾਵੇ, ਉਹ ਮੁੱਕਰ ਨਹੀਂ ਸਕਦਾ। ਆਪਾਂ ਆਮ ਗੱਲ ਕਰਦੇ ਹਾਂ, ਜੇ ਕੋਈ ਗੱਲ ਹੋਵੇ ਨਾ ਤਾਂ ਬੰਦਾ ਕਹਿੰਦਾ ਲਿਖਤੀ ਦੇ ਸਾਨੂੰ ਜੀ, ਇੱਦਾਂ ਹੀ ਹੈ ਜੀ, ਹੈ ਨਾ ਜੀ। ਅਤੇ ਉਹ ਹੁਣ ਤਾਂ ਮਹਾਰਾਜ ਲਿਖਤੀ ਰੂਪ 'ਚ ਆ ਗਿਆ। ਆਪਾਂ ਨੂੰ ਕਿਲ੍ਹਾ ਛੱਡ ਦੇਣਾ ਕਿ ਅੰਦਰ ਸਿੱਖਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਕਈ ਸਿੱਖਾਂ ਦੀ ਚੜ੍ਹਾਈ ਕਰ ਜਾਂਦੇ, ਘੋੜੇ ਜਦੋਂ ਮਰਦੇ ਆ ਫਟਾਫਟ ਉਹਨਾਂ ਦਾ ਖੂਨ ਸਿੰਘ ਪੀਂਦੇ ਆ। ਕਈਆਂ ਦੀ ਮੌਤ ਇਸ ਤਰ੍ਹਾਂ ਖੂਨ ਜੰਮਣ ਨਾਲ ਹੋ ਜਾਂਦੀ ਹੈ ਜੀ। ਬੜੇ ਬੜੇ ਸ਼ਾਨਦਾਰ ਘੋੜੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਆਪਣਾ ਨੀਲਾ ਘੋੜਾ, ਉਹ ਵੀ ਚੜ੍ਹਾਈ ਕਰ ਜਾਂਦਾ ਹੈ। ਹਾਥੀ ਵੀ ਚੜ੍ਹਾਈ ਕਰ ਜਾਂਦਾ। ਸੋ ਇਸ ਤਰ੍ਹਾਂ ਕਾਫੀ ਸਿੰਘ ਭੁੱਖ ਰੱਖੋ। ਅਖੀਰ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਬੇਨਤੀ ਕਰਦੇ, ਹਜ਼ੂਰ ਕਿਰਪਾ ਕਰੋ, ਜਿਹੜੀ ਇਸ ਤਰ੍ਹਾਂ ਮਰਨ ਨਾਲੋਂ ਜੰਗ ਲੜ ਕੇ ਮਰਨਾ ਜ਼ਿਆਦਾ ਬਿਹਤਰ ਹੋਵੇਗਾ, ਆਪ ਜੀ ਕਿਰਪਾ ਕਰੋ। ਹਜ਼ੂਰ ਸੰਗਤਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਆ। ਪਰ ਇੱਕ ਗੱਲ ਕਹਿੰਦੇ ਹਜ਼ੂਰ ਸੱਚੇ ਪਾਤਸ਼ਾਹ ਵੀ, ਜਦੋਂ ਦੁਸ਼ਮਣ ਸੰਧੀ ਕਰਨ ਲਈ ਜਾਂ ਦੁਸ਼ਮਣ ਤੁਹਾਡੇ ਅੱਗੇ ਚਿੱਠੀਆਂ ਭੇਜਣ ਲੱਗ ਪਏ, ਇਹਦਾ ਮਤਲਬ ਜੰਗ ਬਹੁਤਾ ਦੇਰ ਨਹੀਂ ਚੱਲੇਗਾ। ਉਹ ਕਹਿੰਦੇ ਸੱਚੇ ਪਾਤਸ਼ਾਹ ਜੰਗ 'ਤੇ ਤਾਂ ਲੜਾਂਗੇ ਜੇ ਕੋਈ ਭੁੱਖ ਖਾਣ ਨੂੰ ਕੁਝ ਹੋਵੇਗਾ। ਸੱਕ ਵੀ ਲੱਕੜ ਜਿਹੜੇ ਹੁੰਦੇ ਆ, ਸੱਕ ਕਹਿੰਦੇ ਆ ਰੁੱਖਾਂ ਦੇ ਪੱਤਿਆਂ ਦੇ ਜਿਹੜੇ ਟਾਹਣੀਆਂ ਦੇ ਜੜ੍ਹਾਂ ਹੁੰਦੀਆਂ, ਉਹ ਵੀ ਖਾ ਕੇ ਸਿੱਖ ਕਹਿੰਦੇ ਮਹਾਰਾਜ ਹੁਣ ਤਾਂ ਉਹ ਵੀ ਨਹੀਂ ਹੈਗਾ ਬਚਿਆ, ਕਿਰਪਾ ਕਰੋ। ਹਜ਼ੂਰ ਕਹਿੰਦੇ ਚਲੋ ਠੀਕ ਹੈ, ਪਰ ਇਹ ਨੁਕਸਾਨ ਬੜਾ ਝੱਲਣਾ ਪੈਣਾ। ਉਸ ਨੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ। ਗੁਰੂ ਗਰੀਬ ਨਵਾਜ ਇੱਕ ਪਹਿਲਾਂ ਉਸ ਤੋਂ ਇੱਕ ਛੋਟਾ ਜਿਹਾ ਹੱਡੀ, ਜਿਹੜੇ ਰੋੜੇ ਹੁੰਦੇ ਆ ਉਹ ਰੱਦ ਕੇ, ਪਸ਼ੂਆਂ ਦੀਆਂ ਹੱਡੀਆਂ ਲੱਦ ਕੇ ਉੱਤੇ ਦਿਸ਼ਾਲੇ ਸੋਹਣੇ ਪਾ ਕੇ ਭੇਜਦੇ ਆ। ਉਹ ਹਲੇ ਥੋੜ੍ਹੀ ਦੂਰੀ ਜਾਂਦੇ ਆ, ਉਹਨਾਂ 'ਤੇ ਹਮਲਾ ਹੋ ਜਾਂਦਾ, ਲੁੱਟ ਲੈਂਦੇ ਆ। ਹਜ਼ੂਰ ਕਹਿੰਦੇ ਵੀ ਆਹ ਵੇਖ ਲਓ, ਇਹ ਤਾਂ ਹੱਡੀਆਂ 'ਤੇ ਰੋੜਿਆਂ 'ਤੇ ਨਹੀਂ, ਇਹਨਾਂ ਦਾ ਮਾਨ ਇੱਥੇ ਖੜ੍ਹਾ। ਅਤੇ ਅਖੀਰ ਫਿਰ ਫੈਸਲਾ ਇਹ ਹੁੰਦਾ ਹੈ ਕਿ ਕਿਉਂ ਕਿਲ੍ਹਾ ਛੱਡ ਦਿੱਤਾ ਜਾਵੇ। ਸੋ ਇਹ ਦਿਨ ਚੱਲਦਾ ਚੱਲਦਾ 6 ਪੋਹ 5 ਔਰ 6 ਪੋਹ ਦੇ ਦਿਨ ਆਉਂਦੇ ਨੇ। ਪੋਹ ਦਾ ਮਹੀਨਾ ਹੈ। ਉਸ ਸਾਲ ਬੜੀ ਠੰਡ ਹੈ, ਬਹੁਤ ਜ਼ਿਆਦਾ ਮੀਂਹ ਵੀ ਪੈ ਰਿਹਾ, ਬਾਰਿਸ਼ ਬੜੀ ਹੋਈ ਉਸ ਸਾਲ, ਇਤਿਹਾਸਕਾਰਾਂ ਨੇ ਲਿਖਿਆ। ਕਿਉਂਕਿ ਉਹਦੇ ਨਾਲ ਪਹਾੜ 'ਚ ਬਾਰਿਸ਼ ਹੋਣ ਨਾਲ ਜਿਹੜੀ ਸਰਸਾ ਨਦੀ ਆ, ਆਮ ਤੁਸੀਂ ਦੇਖੋਗੇ ਨਾ ਨਦੀਆਂ ਉਹਨਾਂ ਦਿਨਾਂ ਦੇ ਵਿੱਚ ਘੱਟ ਹੀ ਹੁੰਦੀਆਂ ਜੀ, ਪਰ ਉਸ ਦਿਨ ਸਰਸਾ ਨਦੀ ਪੂਰੀ ਆਪਣੀ ਜੋਬਨ 'ਤੇ ਹੈ ਜੀ। ਕਿਉਂਕਿ ਪਹਾੜ ਦੇ ਵਿੱਚ ਮੀਂਹ ਪਿਆ, ਅਤੇ ਮੀਂਹ ਪੈਣ ਨਾਲ ਇਹਨਾਂ ਦਿਨਾਂ 'ਚ ਮੀਂਹ ਪੈ ਜਾਏ ਤਾਂ ਪੰਜਾਬ 'ਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ। ਇੱਕ ਇਲਾਕਾ ਪਹਾੜੀ ਹੈ, ਸੋ ਬੜੀ ਠੰਡ ਹੈ। ਗੁਰੂ ਗਰੀਬ ਨਵਾਜ ਫੈਸਲਾ ਕਰਦੇ ਨੇ 6 ਪੋਹ ਦੀ ਰਾਤ ਨੂੰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਉਹ ਛੱਡ ਕੇ ਅਤੇ ਰੋਪੜ ਵੱਲ ਨੂੰ ਹੋ ਤੁਰਦੇ ਨੇ। ਆਪਾਂ ਇੱਥੇ ਤੱਕ ਪਹੁੰਚਣਾ ਸੀ ਅਨੰਦਪੁਰ ਸਾਹਿਬ ਦੇ। ਅਗਲਾ ਇਤਿਹਾਸ ਉਹ ਹੋਰ ਲੰਮਾ ਹੈ ਜੀ। ਉਸ ਤੋਂ ਬਾਅਦ ਆਪਾਂ ਇੱਥੋਂ ਸ਼ੁਰੂ ਕਰਾਂਗੇ ਕਿਲ੍ਹੇ ਤੋਂ ਲੈ ਕੇ ਚਮਕੌਰ ਸਾਹਿਬ ਦੇ ਜੰਗ ਤੱਕ। ਸੋ 6 ਪੋਹ ਨੂੰ ਗੁਰੂ ਗਰੀਬ ਨਵਾਜ ਜੀ ਕਿਲ੍ਹਾ ਛੱਡ ਦਿੰਦੇ ਨੇ। ਸੋ ਮੇਨ ਜਿਹੜੀ ਗੱਲ ਸੀ, ਇਹ ਲੜਾਈ ਕੋਈ ਮੁਗਲ ਹਕੂਮਤ ਨਾਲ ਜਾਂ ਨਿੱਜੀ ਕੋਈ ਧਰਮ ਦੀ ਲੜਾਈ ਨਹੀਂ, ਇਹ ਲੜਾਈ ਹੈ ਗੁਰੂ ਗਰੀਬ ਨਵਾਜ ਜੀ ਦੇ ਪੰਥ ਦੀ, ਪਹਾੜੀ ਰਾਜਿਆਂ ਦੀ, ਅਤੇ ਜ਼ਬਰ ਔਰ ਜ਼ੁਲਮ ਦੇ ਵਿਰੁੱਧ। ਕਿਉਂਕਿ ਜਦੋਂ ਜ਼ੁਲਮ ਪਹਾੜੀ ਰਾਜਿਆਂ 'ਤੇ ਹੁੰਦਾ, ਉਹੀ ਭੀਮ ਚੰਦ ਦਾ ਜਿਹੜਾ ਭੰਗਾਣੀ ਦੇ ਯੁੱਧ 'ਚ ਗੁਰੂ ਸਾਹਿਬ ਜੀ ਦੇ ਖਿਲਾਫ ਹੁੰਦਾ ਅਤੇ ਮਹਾਰਾਜ ਉਹਦੇ ਹੱਕ 'ਚ ਖੜ੍ਹਦੇ ਨੇ। ਉਹੀ ਜ਼ੁਲਮ ਹੈ ਜਦੋਂ ਕਿਸੇ ਮੁਸਲਮਾਨ 'ਤੇ ਹੁੰਦਾ, ਹਜ਼ੂਰ ਉਹਦੇ ਹੱਕ 'ਚ ਖੜ੍ਹਦੇ ਨੇ ਅਤੇ ਪਹਾੜੀ ਰਾਜਿਆਂ ਦੇ ਖਿਲਾਫ ਨੇ। ਸੋ ਲੜਾਈ ਜ਼ਬਰ ਜ਼ੁਲਮ ਦੀ ਹੈ ਔਰ ਖਾਲਸਾ ਪੰਥ ਦੀ ਹੈ। ਇਹ ਪੰਥਕ ਲੜਾਈ ਸੀ, ਇਹ ਖਾਲਸਾ ਪੰਥ ਦੀ ਆਪਣੀ ਲੜਾਈ ਹੈ। ਗੁਰੂ ਗਰੀਬ ਨਵਾਜ ਜੀ ਨੇ ਸਾਡੇ ਗਰੀਬ ਕੁਚਲੇ ਲੋਕਾਂ ਨੂੰ
ਜਿਹੜੇ ਨਾ ਅੱਜ ਜਾਤਾਂ ਪਾਤਾਂ ਦੀਆਂ ਗੱਲਾਂ ਹੁੰਦੀਆਂ, ਬੜਾ ਮਨ ਨੂੰ ਲੱਗਦਾ ਕਿ ਗੁਰੂ ਗਰੀਬ ਨੇ ਤਾਂ ਇਹਨਾਂ ਲੋਕਾਂ ਨੂੰ, ਸਾਨੂੰ ਲੋਕਾਂ ਨੂੰ ਉੱਚਾ ਚੁੱਕਣ ਲਈ, ਇਕੱਠੇ ਕਰਨ ਲਈ ਇਹ ਐਡਾ ਭਾਰੀ ਜਿਹੜਾ ਲੜਾਈ ਲੜੀ ਹੈ। ਜੇ ਹਜ਼ੂਰ ਉੱਥੇ ਗੱਲ ਕਹਿ ਦਿੰਦੇ ਵੀ ਠੀਕ ਆ ਪਹਾੜੀ ਰਾਜਿਆਂ ਨੂੰ ਵੀ ਆਓ ਤੁਹਾਨੂੰ ਵੱਖਰਾ ਅੰਮ੍ਰਿਤ ਛਕਾ ਦਈਏ ਜਾਂ ਉਹ ਗੱਲ ਕਰ ਦਈਏ, ਜਾਤਾਂ ਪਾਤਾਂ ਦੇ ਵਿੱਚ ਪਾ ਦਿੰਦੇ ਹਾਂ, ਕੋਈ ਗੱਲ ਨਹੀਂ, ਤੇ ਸ਼ਾਇਦ ਉਹ ਜੰਗ ਹੋਣ ਦਾ ਕੋਈ ਗੱਲ ਵੀ ਨਹੀਂ ਸੀ। ਲੜਾਈ ਸਿਰਫ ਇਹ ਹੈ ਕਿ ਜਿਹੜੇ ਕਈ ਸਦੀਆਂ ਤੋਂ ਮਹਾਰਾਜ ਨੇ ਕਿਹਾ, ਹਜ਼ੂਰ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਛਕਾਇਆ, ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਨ ਤੱਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੜੈ डर से मर जाऊँ मुगलों से कैसे लड़ पाऊँ। सच्चे पातशाह ने कहा इन्हीं को सरदार बनाऊँ, इन्हों सरदार बनाओ, चिड़ियों से मैं बाज लड़ाऊँ, तब है गोबिंद सिंह नाम कहूँ। गुरु गरीब नवाज ने कहा भी कोई किसी लिए होगा, पर मैं इन्होंने गरीब गुरबे छोटे लोगों ਲਈ ਜਿਹੜੀ ਹੈ ਇਹਨਾਂ ਦੀ ਆਵਾਜ਼ ਆ, ਇਹਨਾਂ ਨੂੰ ਉੱਚਾ ਚੁੱਕਣ ਲਈ ਇਹ ਸਾਰਾ ਇਤਿਹਾਸ ਸਿਰਜਿਆ ਗਿਆ। ਜੀ ਬਹੁਤ ਹੀ ਖੂਬਸੂਰਤ ਲੜੀ ਭਾਈ ਪ੍ਰਦੀਪ ਸਿੰਘ ਨੇ ਜੋੜੀ ਅੱਜ ਦੇ ਐਪੀਸੋਡ ਦੇ ਵਿੱਚ। ਸਾਰਾ ਤਰਤੀਬਵਾਰ ਜਿਹੜਾ ਇਤਿਹਾਸ ਇਹਨਾਂ ਨੇ, ਜਿਹਨੂੰ ਕ੍ਰੋਨੋਲੋਜੀਕਲ ਆਰਡਰ ਕਹਿੰਦੇ ਆ, ਜਿੱਦਾਂ ਇਵੈਂਟਸ ਹੋਈਆਂ ਉੱਦਾਂ ਹੀ ਸਮੇਂ ਦੇ ਨਾਲ ਇਹਨਾਂ ਨੇ ਇਹ ਸਾਰੀ ਚੀਜ਼ਾਂ ਦੱਸੀਆਂ। ਸੋ ਇਸੇ ਲੜੀ ਨੂੰ ਇਸ ਤਰ੍ਹਾਂ ਬਰਕਰਾਰ ਕਰਦੇ ਹੋਏ ਅਸੀਂ ਅਗਲੇ ਹਫ਼ਤੇ ਜਿਹੜਾ ਆ ਚਮਕੌਰ ਦਾ ਜਿਹੜਾ ਜੰਗ ਹੁੰਦਾ ਆ, ਚਮਕੌਰ ਸਾਹਿਬ ਦੇ ਵਿੱਚ ਜਿਹੜਾ ਜੰਗ ਹੁੰਦਾ ਆ, ਅਨੰਦਪੁਰ ਕਿਲ੍ਹਾ ਛੱਡਣ ਤੋਂ ਬਾਅਦ ਜੋ ਇਵੈਂਟਸ ਹੁੰਦੇ ਆ, ਉਹ ਤੋਂ ਲੈ ਕੇ ਚਮਕੌਰ ਸਾਹਿਬ ਤੱਕ, ਉੱਥੇ ਤੱਕ ਅਸੀਂ ਜਾਵਾਂਗੇ। ਸੋ ਪੰਥਕ ਮਸਲੇ ਸਾਡੇ ਸ਼ੋਅ ਦਾ ਨਾਂ ਹੈ, ਕਿਉਂਕਿ ਮਸਲੇ ਸਾਡੇ ਇਹੀ ਆ, ਕਿਉਂਕਿ ਇਹਨਾਂ ਗੱਲਾਂ ਦੇ ਵਿੱਚੋਂ ਹੀ ਜਿਹੜੇ ਅੱਜ ਦੇ ਮਸਲੇ ਆਉਣੇ ਸੋਲਿਊਸ਼ਨ ਇਹਦੇ ਵਿੱਚ ਹੀ ਆਉਂਦੇ ਆ। ਸਾਡੇ ਵਿੱਚ ਜਾਤ ਪਾਤ ਦਾ ਮਸਲਾ ਆ, ਮਹਾਰਾਜ ਸੱਚੇ ਪਾਤਸ਼ਾਹ ਦੇ ਨਿਸ਼ਚਾ ਦਾ ਹੀ ਮਸਲਾ ਹੁਣ ਸ਼ੁਰੂ ਕਰਤਾ, ਉਹ ਵੀ ਪ੍ਰਚਾਰ ਕਰਨੇ ਸ਼ੁਰੂ ਕਰਤਾ ਆ ਜੀ। ਔਰ ਵੱਡਾ ਮਸਲਾ ਹੈ ਜੀ, ਸਾਡੀ ਇਹ ਐਡਾ ਵੱਡਾ ਇਤਿਹਾਸ ਹੈ ਇਹਨਾਂ ਦਿਨਾਂ ਦਾ, ਔਰ ਸਾਨੂੰ ਪਤਾ ਨਹੀਂ ਗੁਰੂ ਗਰੀਬ ਨਵਾਜ। ਆਪਾਂ ਅਗਲੇ ਗੱਲ ਕਰਾਂਗੇ ਕਿਵੇਂ ਇਹ ਰਸਤਾ ਤੈਅ ਹੁੰਦਾ। ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਅਤੇ ਮਾਛੀਵਾੜੇ ਦਾ ਜੰਗਲ, ਉਹ ਰਸਤਾ ਕੋਈ ਸੌਖਾ ਨਹੀਂ। ਹਜ਼ੂਰ ਨੇ ਉਹ ਰਸਤਾ ਤੈਅ ਕਰਨਾ, ਉਹ ਕੋਈ ਹੁਣ ਪਤਾ ਹੀ ਨਹੀਂ ਹੈ ਕਿ ਆਹ ਦਿਨਾਂ 'ਚ ਗੁਰੂ ਗਰੀਬ ਨਵਾਜ ਕਿਸ ਹਾਲਾਤ 'ਚੋਂ ਕਿੱਦਾਂ ਲੰਘਦੇ ਹੋਣ। ਸਭ ਤੋਂ ਵੱਡਾ ਮਸਲਾ ਸਾਡੇ ਆਉਣ ਵਾਲੀ ਜਨਰੇਸ਼ਨ ਦਾ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਗੱਲਾਂ। ਹਾਂਜੀ, ਐਪਰੀਸ਼ੀਏਸ਼ਨ ਨਹੀਂ ਹੈ ਬਿਲਕੁਲ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਗੱਲ ਇਹ ਨਹੀਂ ਵੀ ਉਹਨਾਂ ਦਾ ਜਿੱਦਾਂ ਕਹਿ ਲਓ ਬਈ ਗੈਰਤ ਮਰੀ ਆ, ਗੱਲ ਇਹ ਵੀ ਉਹਨਾਂ ਨੂੰ ਪਤਾ ਹੀ ਹੈ ਨਹੀਂ ਗੈਰਤ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਭਾਈ ਪ੍ਰਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਕੱਢਿਆ ਸਾਡੇ ਲਈ, ਇੱਥੇ ਆ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ, ਅਤੇ ਇਸੇ ਲੜੀ ਨੂੰ ਅਸੀਂ ਅਗਲੇ ਹਫ਼ਤੇ ਵੀ ਤੋਰਾਂਗੇ। ਸੋ ਆਪ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਬੜੇ ਪ੍ਰੇਮ ਨਾਲ ਆਪ ਜੀ ਇਹ ਸ਼ੋਅ ਦੇਖਦੇ ਆ, ਤੁਹਾਨੂੰ ਕੌਮੈਂਟਸ ਵੀ ਆਉਂਦੇ ਆ, ਵਿੱਚ ਮੈਸੇਜਿਸ ਵੀ ਆਉਂਦੇ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਇਸ ਵੇਲੇ ਤੁਸੀਂ ਦਾਸ ਅਮਰ ਸਿੰਘ ਨੂੰ ਅਤੇ ਭਾਈ ਪ੍ਰਦੀਪ ਸਿੰਘ ਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਜਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।